ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ निमख निमख तुम ही प्रतिपालहो हम बारिक तुमरे तारे जिहबा एक कमन गुण कहिए बेसुमार बेअंत सुआमी तेरो अंत ना किन्ही लहिए हम मैले तुम उज्जल करते हम निर्गुण तू दाता हम मूर्ख तुम चतुर सियाणे तू सर्ब कला का ज्ञाता माधो हम ऐसे तू ऐसा हम पापी तुम पाप खंडन निको ठाकुर देसा कहा बुद्ध प्रभ तुच्छ हमारी बरन सकै महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी सतनाम श्री वाहेगुरु साहिब जी सलोक सुखी बसै मस्कीनिया आप निवार तले बड़े बड़े अहंकारिया नानक गर्भ गले सुखी बसै मस्कीनिया वाहिगुरु जी का खालसा वाहिगुरु जी की फतेह। पतित पावन भगत वत्सल अंतरजामी करुणा निधान गुरु गरीब नवाज
ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੁਖੀ ਬਸੈ ਮਸਕੀਨਿਆ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਸਮੇਂ ਰਾਮਸਰ ਸਾਹਿਬ ਵਾਲੇ ਪਾਵਨ ਅਸਥਾਨ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਗਵਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਸਮੁੱਚੀ ਗੁਰਬਾਣੀ ਦਰਜ ਕਰਵਾ ਰਹੇ ਸਨ। ਉਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖ ਦੀ ਪਰਖ ਕਰਨਾ ਕੀਤੀ। ਗਰੀਬ ਨਵਾਜ ਸਤਿਗੁਰੂ ਜੀ ਨੇ ਸਿੱਖ ਦਾ ਮਾਣ ਤੋੜਨ ਦੇ ਲਈ ਇੱਕ ਨਿਮਰਤਾਵਾਨ ਔਰ ਗੁਰੂ ਚਰਨਾਂ ਦੇ ਨਾਲ ਪਿਆਰ ਕਰਨ ਵਾਲਾ, ਪੂਰਨ ਵਿਸ਼ਵਾਸ ਰੱਖਣ ਵਾਲਾ ਗੁਰਸਿੱਖ ਤਿਸ ਦੇ ਕੋਲ ਭੇਜਿਆ ਕਿ ਜਾਓ, ਜਾ ਕਰਕੇ ਸਿੱਖ ਨੂੰ ਸਾਡੇ ਵੱਲੋਂ ਇਹ ਹੁਕਮਨਾਮਾ ਸਾਹਿਬ ਦੇਣਾ। ਕਿਉਂਕਿ ਜਿਸ ਸਿੱਖ ਦਾ ਮਾਣ ਤੋੜਨਾ, ਉਹਦੇ ਮਨ ਵਿੱਚ ਬੜਾ ਹੰਕਾਰ ਸੀ ਕਿ ਮੇਰੇ ਵਰਗਾ ਕੋਈ ਪੂਰਨ ਗੁਰਸਿੱਖ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਨ ਵਾਲੇ ਹੈ। ਜਿਸ ਹਿਰਦੇ ਅੰਦਰ ਗਰੀਬੀ ਹੈ, ਨਿਮਰਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਉਸ ਗੁਰਸਿੱਖ ਨੂੰ ਮਾਣ ਬਖਸ਼ਿਸ਼ ਕਰ ਦਿੰਦੇ ਹਨ। ਜਦੋਂ ਸਾਧ ਸੰਗਤ ਜੀ ਸਿੱਖ ਦੇ ਕੋਲ ਹੁਕਮਨਾਮਾ ਸਾਹਿਬ ਦੇ ਕੇ ਭੇਜਿਆ ਔਰ ਨਾਲ ਮਹਾਰਾਜ ਸਾਹਿਬ ਜੀ ਦਾ ਹੁਕਮ ਇਹ ਸੁਣਾਇਆ ਕਿ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਸਿੱਖ ਦੇ ਦਰਸ਼ਨਾਂ ਲਈ 50 ਰੁਪਏ ਇਹ ਪੈਸੇ ਦੇ ਦੇਣੇ, ਤੇ ਜੋ ਹੁਕਮਨਾਮਾ ਸਾਹਿਬ ਸਾਡੇ ਦੇ ਦਰਸ਼ਨ ਕਰਨੇ ਹਨ 500 ਰੁਪਈਆ ਸਤਿਗੁਰੂ ਜੀ ਦੇ ਵਾਸਤੇ ਇਹ ਦਰਸ਼ਨਾ, ਇਹ ਭੇਟਾ ਦੇਣੀ ਹੈ। ਜਦੋਂ ਮਹਾਰਾਜ ਸਾਹਿਬ ਜੀ ਦਾ ਹੁਕਮ ਸੁਣਿਆ ਤੇ ਸਿੱਖ ਦੇ ਮਨ ਵਿੱਚ ਬੜਾ ਚਾਅ ਉਤਸ਼ਾਹ ਪੈਦਾ ਹੋਇਆ ਕਿ ਮੇਰੇ ਸਤਿਗੁਰੂ ਜੀ ਨੇ ਮੈਨੂੰ ਹੁਕਮਨਾਮਾ ਸਾਹਿਬ ਭੇਜਿਆ ਹੈ। ਮਨ ਵਿੱਚ ਬਹੁਤ ਪਿਆਰ ਅਤੇ ਉਤਸ਼ਾਹ ਪੈਦਾ ਹੋਇਆ। ਤੇ ਸਾਧ ਸੰਗਤ ਜੀ, ਘਰ ਦੇ ਵਿੱਚ ਅਤਿਅੰਤ ਬਹੁਤ ਜ਼ਿਆਦਾ ਗਰੀਬੀ ਸੀ ਉਹ ਸਿੱਖ ਦੇ। ਕੋਈ ਲੋੜੀਂਦੀਆਂ ਵਸਤੂਆਂ ਸਾਨੂੰ ਵੇਚ ਕਰਕੇ ਸਿੱਖ ਨੂੰ ਤਾਂ 50 ਰੁਪਏ ਦੇ ਦਿੱਤੇ, ਪਰ 500 ਰੁਪਏ ਇੰਨੀ ਜ਼ਿਆਦਾ ਗਰੀਬੀ ਸੀ ਕਿ ਘਰ ਦੇ ਵਿੱਚੋਂ ਜਾਂ ਕੋਈ ਵਸਤੂਆਂ ਵੀ ਵੇਚ ਕਰਕੇ ਦਿੰਦਾ ਤਾਂ ਵੀ ਪੂਰਾ ਨਹੀਂ ਸੀ ਹੋਣਾ। ਮਨ ਵਿੱਚ ਫਿਰ ਵਿਚਾਰ ਕੀਤੀ, ਮਨ ਨਿਰਾਸ਼ਾ ਵੀ ਹੋ ਗਿਆ ਕਿ ਸਤਿਗੁਰੂ ਜੀ ਦਾ ਭੇਜਿਆ ਹੋਇਆ ਹੁਕਮਨਾਮਾ ਸਾਹਿਬ ਹੈ। ਜੇ ਮਹਾਰਾਜ ਸਾਹਿਬ ਜੀ ਦਾ ਬਚਨ ਮੰਨ ਕੇ ਮੈਂ ਭੇਟਾਂ ਦਸ਼ਨਾ ਨਹੀਂ ਦੇਵਾਂਗਾ ਤੇ ਫਿਰ ਮੈਨੂੰ ਕਿਵੇਂ ਹੁਕਮਨਾਮਾ ਸਾਹਿਬ ਪ੍ਰਾਪਤ ਹੋਵੇਗਾ। ਇਉਂ ਵਿਚਾਰ ਕੀਤੀ ਤੇ ਘਰ ਤੋਂ ਜਦੋਂ ਬਾਹਰ ਨਿਕਲਿਆ ਤੇ ਉੱਚੀ ਉੱਚੀ ਆਵਾਜ਼ ਕੰਨਾਂ ਦੇ ਵਿੱਚ ਪਈ, ਢੋਲ ਵੱਜਦਾ ਹੋਇਆ ਤੇ ਨਾਲ ਉਹ ਢੋਲੀ ਦੇ ਇੱਕ ਹੋਕਾ ਦਿੰਦਾ ਹੋਏ ਆ ਰਹੇ। ਕਹਿੰਦੇ ਕਿ ਬਾਦਸ਼ਾਹ ਦਾ ਮਸਕੀਨੀ ਇੱਕ ਪਹਿਲਵਾਨ ਹੈ,
ਇਸ ਦੇ ਨਾਲ ਜਿਹੜਾ ਵੀ ਕੁਸ਼ਤੀ ਕਰੇਗਾ, ਭਲਵਾਨੀ ਕਰੇਗਾ, ਜਿਹੜਾ ਜਿੱਤ ਜਾਵੇਗਾ ਉਸ ਨੂੰ 1000 ਰੁਪਇਆ ਇਨਾਮ ਮਿਲੇਗਾ ਅਤੇ ਜਿਹੜਾ ਹਾਰ ਜਾਵੇਗਾ ਉਸ ਨੂੰ 500 ਰੁਪਇਆ ਇਨਾਮ ਮਿਲੇਗਾ। ਜਦੋਂ ਇਹ ਆਵਾਜ਼ ਸਿੱਖ ਦੇ ਕੰਨਾਂ ਵਿੱਚ ਪਈ ਤੇ ਚਾਅ ਚੜ੍ਹ ਗਿਆ। ਪਤਾ ਵੀ ਸੀ ਕਿ ਉਹ ਸਰੀਰ ਦੇ ਵਿੱਚ ਬਹੁਤਾ ਉਹਦੇ ਬਲ ਹੈ, ਉਹਦੇ ਨਾਲ ਅੱਜ ਤੱਕ ਕੋਈ ਮੁਕਾਬਲਾ ਕਰਕੇ ਜਿੱਤ ਨਹੀਂ ਪ੍ਰਾਪਤ ਕਰ ਸਕਿਆ। ਮਸਕੀਨੀਏ ਪਹਿਲਵਾਨ ਤੋਂ ਇੰਨਾ ਉਹਦੇ ਸਰੀਰ ਦੇ ਅੰਦਰ ਬਲ ਹੈ। ਪਤਾ ਵੀ ਸੀ ਕਿ ਮੇਰਾ ਸਰੀਰ ਕਮਜ਼ੋਰ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨਣ ਦੇ ਲਈ ਮਨ ਵਿੱਚ ਵਿਚਾਰ ਕਰ ਲਈ ਕਿ ਜੇ ਮੇਰਾ ਸਰੀਰ ਵੀ ਇਹ ਦਾਅ ਤੇ ਲੱਗ ਜਾਵੇਗਾ ਫਿਰ ਵੀ ਮੈਨੂੰ ਪਰਵਾਹ ਨਾ, ਪਰ ਮੇਰੇ ਸਤਿਗੁਰੂ ਜੀ ਦੀ ਜਿਹੜੀ ਸੇਵਾ ਮੈਨੂੰ ਹੁਕਮ ਲੱਗਾ ਉਹ ਮੇਰੀ ਸੇਵਾ ਪੂਰੀ ਹੋ ਜਾਵੇ। ਮਨ ਵਿੱਚ ਵਿਚਾਰ ਕੀਤੀ, ਕੋਈ ਗੱਲ ਨਹੀਂ, ਹਾਰ ਵੀ ਜਾਊਂ ਤੇ ਕੋਈ ਗੱਲ ਨਹੀਂ, ਮੇਰੀ ਹੱਡੀ ਪਸਲੀ ਟੁੱਟ ਵੀ ਜਾਊਗੀ ਤੇ ਕੋਈ ਪਰਵਾਹ ਨਹੀਂ ਹੈ, ਪਰ ਮੇਰੇ ਗੁਰੂ ਦਾ ਜੋ ਵਚਨ ਹੈ ਉਹ ਮੇਰੇ ਤੋਂ ਕਮਾਇਆ ਜਾਵੇ। ਮਨ ਵਿੱਚ ਵਿਚਾਰ ਕੀਤੀ ਤੇ ਕਾਹਲੀ ਦੇ ਨਾਲ ਸਿੱਖ ਨੂੰ ਕਿਹਾ ਕਿ ਤੂੰ ਇੱਥੇ ਬੈਠ, ਮੈਂ ਆਵੰਦਾ। ਆਪਣੇ ਘਰ ਦੇ ਵਿੱਚ ਬਿਠਾ ਦਿੱਤਾ ਤੇ ਆਪ ਨਿਮਰਤਾਵਾਨ ਹਿਰਦੇ ਦੀ ਗਰੀਬੀ ਵਾਲਾ ਸਿੱਖ ਕਾਹਲੀ ਦੇ ਨਾਲ ਭੱਜਾ ਜਾ ਰਿਹਾ ਹੈ। ਰਸਤੇ ਵਿੱਚ ਪਿਆਸ ਲੱਗੀ, ਖੂਹ ਤੋਂ ਜਲ ਛਕਣ ਦੇ ਵਾਸਤੇ ਜਦੋਂ ਨੇੜੇ ਗਿਆ ਤੇ ਉੱਥੇ ਬਹੁਤ ਸਾਰੇ ਹੋਰ ਵੀ ਲੋਕ ਇਕੱਠੇ ਹੋ ਕਰਕੇ ਖਲੋਤੇ ਸਨ ਤੇ ਇਹਨਾਂ ਨੂੰ ਕਹਿਣ ਲੱਗਾ ਕਿ ਭਲਿਓ ਛੇਤੀ ਥੋੜਾ ਲਾਂਭੇ ਹਟ ਜਾਓ, ਮੈਨੂੰ ਜਲ ਛਕ ਲੈਣ ਦਿਓ, ਨਹੀਂ ਤੇ ਭਲਵਾਨੀ ਦਾ ਸਮਾਂ ਲੰਘ ਜਾਵੇਗਾ। ਤੇ ਉੱਥੇ ਸਾਧ ਸੰਗਤ ਜੀ, ਜਿਹੜਾ ਮਸਕੀਨੀਆ ਪਹਿਲਵਾਨ ਉਹ ਇਸ਼ਨਾਨ ਕਰਦਾ ਪਿਆ ਸੀ ਤੇ ਜਦੋਂ ਭੀੜ ਦੇ ਵਿੱਚ ਲੋਕਾਂ ਨੇ ਪੁੱਛਿਆ ਕਿ ਭਲਿਆ ਤੂੰ ਕੀ ਕਰਨਾ, ਕਹਿੰਦਾ ਮੈਂ ਭਲਵਾਨੀ ਜਾ ਕੇ ਲੜਨੀ, ਕੁਸ਼ਤੀ ਲੜਨੀ ਮਸਕੀਨੀਏ ਦੇ ਨਾਲ। ਉਸ ਸਮੇਂ ਲੋਕਾਂ ਨੇ ਮਖੌਲ ਕੀਤੇ, ਕਹਿੰਦੇ ਤੇਰਾ ਛੋਟਾ ਜਿਹਾ ਆਕਾਰ ਹੈ ਸਰੀਰ ਦਾ, ਨਿਰਬਲ ਜਿਹਾ ਹੈਗਾ ਵਾ, ਕਮਜ਼ੋਰ ਜਿਹਾ ਤੇਰਾ ਸਰੀਰ ਹੈ, ਤੇਰੀ ਹੱਡੀ ਪਸਲੀ ਤੋੜ ਦੇਣੀ, ਤੇਰੇ ਪ੍ਰਾਣ ਨਹੀਂ ਬਚਨੇ, ਜਿੱਡਾ ਉਹ ਮਸਕੀਨੀਆ ਪਹਿਲਵਾਨ ਭਲੀ ਹੈ। ਜਦੋਂ ਇਉਂ ਕਿਹਾ ਤੇ ਫਿਰ ਉਸ ਸਮੇਂ ਕਹਿਣ ਲੱਗਾ ਕਿ ਐ ਗੁਰਸਿੱਖੋ, ਜੇ ਕਿਤੇ ਮੇਰਾ ਸਰੀਰ ਵੀ ਦਾਅ ਤੇ ਲੱਗ ਜਾਵੇਗਾ ਮੈਨੂੰ ਕੋਈ ਪਰਵਾਹ ਨਹੀਂ, ਪਰ ਮੇਰੇ ਗੁਰੂ ਕਾ ਵਚਨ ਮੈਂ ਕਮਾ ਸਕਾਂ ਇਹ ਮੇਰੇ ਮਨ ਦੀ ਇੱਛਾ ਹੈ। ਮਹਾਰਾਜ ਸਾਹਿਬ ਜੀ ਨੇ ਜੋ ਹੁਕਮਨਾਮਾ ਸਾਹਿਬ ਭੇਜਿਆ ਉਹਦੇ ਵਾਸਤੇ ਮੈਨੂੰ ਸੇਵਾ ਦੀ ਲੋੜ ਹੈ। ਇਹ ਆਵਾਜ਼ ਮਸਕੀਨੀਏ ਪਹਿਲਵਾਨ ਦੇ ਕੰਨਾਂ ਦੇ ਵਿੱਚ ਪਈ ਤੇ ਫਿਰ ਉਸ ਸਮੇਂ ਜਦੋਂ ਆਏ ਨਾ ਜੋ ਸਾਧ ਸੰਗਤ ਜੀ, ਜਿਸ ਥਾਂ ਤੇ ਕੁਸ਼ਤੀ ਹੋਣੀ ਸੀ, ਪਹਿਲਵਾਨੀ ਹੋਣੀ ਸੀ, ਬਹੁਤ ਸਾਰੇ ਲੋਕ ਵੀ ਇਕੱਤਰ ਹੋ ਕਰਕੇ ਆ ਗਏ ਚੌਹਾਂ ਪਾਸਿਆਂ ਤੋਂ। ਜਦੋਂ ਮਸਕੀਨੀਆ ਪਹਿਲਵਾਨ ਨਿਤਰਿਆ ਸਾਹਮਣੇ ਤੇ ਉਹ ਸਿੱਖ ਵੀ ਜਦੋਂ ਆਏ ਤੇ ਸਾਰੇ ਹੱਸ ਕੇ ਵਾਰ-ਵਾਰ ਮਖੌਲ ਕਰੀ ਜਾਂਦੇ ਸਨ, ਖੇਡ ਖੜਾ ਕੇ ਹੱਸਦੇ ਪਏ ਤੇ ਬਾਰ-ਬਾਰ ਮਖੌਲ ਕਰ ਰਹੇ ਨੇ। ਕਹਿੰਦੇ ਅਜੇ ਵੀ ਬਾਹਰ ਨਿਕਲਿਆ ਅਖਾੜੇ ਦੇ ਵਿੱਚੋਂ, ਤੇਰਾ ਪ੍ਰਾਣ ਬਚ ਜਾਣਗੇ, ਨਹੀਂ ਤੇ ਤੈਨੂੰ ਇਹਨੇ ਮਾਰ ਦੇਣਾ ਹੀ ਹੋ, ਕਿਉਂਕਿ ਉਹਦੇ ਸਰੀਰ ਦੇ ਵਿੱਚ ਬਲ ਬੜਾ ਸੀ। ਮਸਕੀਨੀਆ ਪਹਿਲਵਾਨ ਇੰਨਾ ਬਲੀ ਸੀ ਕਿ ਉਹਦੇ ਤੇ ਕੋਈ ਜਿੱਤ ਨਹੀਂ ਸੀ ਅਜੇ ਤੱਕ ਸਕਿਆ ਤੇ ਲੋਕ ਮਖੌਲ ਕਰਨ, ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ ਹੈ। ਤੇ ਸਾਧ ਸੰਗਤ ਜੀ, ਐਸੀ ਨਿਮਰਤਾ ਆਈ ਉਸ ਮਸਕੀਨੀ ਪਹਿਲਵਾਨ ਦੇ ਹਿਰਦੇ ਅੰਦਰ ਕਿ ਜਿਸ ਗੁਰੂ ਦੇ ਵਾਸਤੇ ਸਿੱਖ ਆਪਣਾ ਸਰੀਰ ਵੀ ਦਾਅ ਤੇ ਲੱਗਣ ਲਈ ਤਿਆਰ ਕਰਦਾ ਪਿਆ ਕਿ ਮੇਰਾ ਸਰੀਰ ਦਾ ਵੀ ਅੰਤ ਹੋ ਜਾਊਗਾ, ਕੋਈ ਪਰਵਾਹ ਨਹੀਂ। ਉਹ ਗੁਰੂ ਕਿੰਨਾ ਵੱਡਾ ਹੋਵੇਗਾ, ਕਿੰਨਾ ਉਹ ਗੁਰੂ ਦਇਆਵਾਨ ਹੋਵੇਗਾ, ਕਿੰਨੀ ਵੱਡੀ ਸਮਰੱਥਾ ਵਾਲਾ ਹੋਵੇਗਾ, ਜਿਹੜਾ ਸਿੱਖ ਆਪਣੇ ਗੁਰੂ ਤੋਂ ਆਪਾ ਕੁਰਬਾਨ ਕਰਨ ਵਾਸਤੇ ਤਿਆਰ ਹੋ ਗਿਆ ਹੈ। ਜਦੋਂ ਇਹੋ ਮਨ ਵਿੱਚ ਵਿਚਾਰ ਕੀਤੀ ਤੇ ਦਇਆ ਆਈ, ਮਸਕੀਨੀਏ ਪਹਿਲਵਾਨ ਨੇ ਕਹਿੰਦੇ ਆਪ ਹੀ ਦਾਅ ਦੇ ਨਾਲ ਆਪ ਹੇਠਾਂ ਡਿੱਗ ਪਿਆ ਤੇ ਸਿੱਖ ਨੂੰ ਆਪਣੇ ਉੱਤਰ ਬਿਠਾ ਦਿੱਤਾ, ਭਾਵ ਆਪੇ ਹਾਰ ਖਾ ਲਈ। ਐਸਾ ਉਹਨੇ ਦਾਅ ਖੇਡਿਆ ਤੇ ਬਾਦਸ਼ਾਹ ਵੀ ਦੇਖ ਕਰਕੇ ਦੰਗ ਰਹਿ ਗਿਆ ਕਿ ਛੋਟੇ ਜਿਹੇ ਆਕਾਰ ਦਾ ਸਰੀਰ ਹੈ, ਬਹੁਤਾ ਬਲ ਵਾਲਾ ਵੀ ਨਹੀਂ ਹੈ ਤੇ ਫਿਰ ਵੀ ਇਸਨੇ ਜਿੱਤ ਪ੍ਰਾਪਤ ਕਰ ਲਈ ਹੈ। ਮੇਰਾ ਪਹਿਲਵਾਨ ਜਿੱਤ ਗਿਆ, ਹਾਰ ਗਿਆ, ਇਹਦੇ ਅੱਗੇ ਇਹਦਾ ਕਾਰਨ ਕੀ ਬਣਿਆ? ਬੜਾ ਹੈਰਾਨ ਹੋ ਗਿਆ। ਫਿਰ ਜਦੋਂ 1000 ਰੁਪਈਆ ਲੈ ਕੇ ਆਇਆ ਨਾ ਇਹ ਪਹਿਲਵਾਨੀ ਤੋਂ ਜਿੱਤ ਕੇ, ਤੇ 500 ਰੁਪਈਆ ਉਹ ਸਿੱਖ ਨੂੰ ਦੇ ਦਿੱਤਾ ਹੁਕਮਨਾਮਾ ਸਾਹਿਬ ਪ੍ਰਾਪਤ ਕਰਨ ਦੇ ਲਈ। ਤੇ 500 ਰੁਪਈਆ ਜਿਹੜਾ ਸੀ ਆਪਣੇ ਘਰ ਦੇ ਵਿੱਚ ਲੋੜੀਂਦੀਆਂ ਵਸਤੂਆਂ ਦੇ ਵਾਸਤੇ ਫਿਰ ਉਸਨੇ ਵਰਤ ਲੈਣਾ ਕੀਤਾ। ਮਸਕੀਨੀਆ ਪਹਿਲਵਾਨ ਆਪ ਸਿੱਖ ਦੇ ਕੋਲ ਚੱਲ ਕੇ ਆਇਆ, ਕਹਿਣ ਲੱਗਾ ਐ ਸਿੱਖਾ,
ਜਿਸ ਸਤਿਗੁਰੂ ਦੇ ਲਈ ਤੂੰ ਆਪਾ ਕੁਰਬਾਨ ਕਰਨ ਦੇ ਵਾਸਤੇ ਤਿਆਰ ਹੋ ਗਿਆ ਸੀ, ਕੋਈ ਪਰਵਾਹ ਨਹੀਂ ਆਪਣੇ ਸਰੀਰ ਦੀ ਕਰ ਰਿਹਾ ਸੀ। ਉਹ ਸਤਿਗੁਰੂ ਦੇ ਮੈਨੂੰ ਦੀਦਾਰ ਤਾਂ ਕਰਵਾ, ਮੈਂ ਦਰਸ਼ਨ ਕਰਨੇ ਚਾਹੁੰਦਾ ਹਾਂ। ਫਿਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਪਣੇ ਨਾਲ ਲੈ ਕੇ ਆਇਆ, ਜਿੱਥੇ ਰਾਮਸਰ ਸਾਹਿਬ ਸਤਿਗੁਰੂ ਜੀ ਗੁਰਬਾਣੀ ਲਿਖਵਾ ਰਹੇ ਸਨ ਭਾਈ ਗੁਰਦਾਸ ਸਾਹਿਬ ਜੀ ਤੋਂ। ਉੱਥੇ ਆ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਹਜੂਰ ਅੰਤਰਜਾਮੀ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਹ ਜੋ ਵਿਥਿਆ ਸੁਣਾਈ ਸਿੱਖ ਨੇ ਆ ਕਰਕੇ, ਸਤਿਗੁਰੂ ਜੀ ਨੇ ਫਿਰ ਉਸ ਪਹਿਲਵਾਨ ਮਸਕੀਨੀਏ ਦਾ ਨਾਮ ਲੈ ਕੇ ਇਹ 12ਵੀਂ ਅਸ਼ਟਪਦੀ ਉਚਾਰਨ ਕੀਤੀ ਹੈ। ਸਿੱਖ ਬੇਨਤੀ ਕਰਕੇ ਪੁੱਛਦੇ ਨੇ, ਇਹ ਮਹਾਰਾਜ ਜਿਹੜੇ ਨਿਮਰਤਾਵਾਨ ਹੋ ਜਾਂਦੇ ਆ ਤਿਨਾਂ ਨੂੰ ਕੀ ਫਲ ਪ੍ਰਾਪਤ ਹੁੰਦਾ ਹੈ, ਅਤੇ ਜਿਹੜੇ ਜੀਵ ਹੰਕਾਰੀ ਹੋ ਕਰਕੇ ਰਹਿੰਦੇ ਮਹਾਰਾਜ ਉਹਨਾਂ ਨੂੰ ਫਲ ਕਿੱਦਾਂ ਦਾ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਸ 12ਵੀਂ ਅਸ਼ਟਪਦੀ ਦੇ ਅੰਦਰ ਇਹ ਬਖਸ਼ਿਸ਼ ਕੀਤੀ ਹੈ। ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਨੂੰ ਪਿਆਰ ਦੇ ਨਾਲ ਸੀਸ ਝੁਕਾ ਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੁਖੀ ਬਸੈ ਮਸਕੀਨਿਆ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਉਂਦੇ ਐ, ਹੇ ਮਸਕੀਨੀਏ ਪਹਿਲਵਾਨ, ਤੂੰ ਸੁਖੀ ਬਸਣਾ ਕਰੇਂਗਾ। ਆਪ ਨਿਵਾਰ ਤਲੇ, ਕਿਉਂਕਿ ਤੂੰ ਆਪਾ ਭਾਵ ਨਿਵਰਤ ਕਰ ਦਿੱਤਾ ਹੈ। ਜੋ ਤੇਰੇ ਸਰੀਰ ਦਾ ਬਾਲ ਸੀ, ਹੰਕਾਰ ਤੋਂ ਰਹਿਤ ਹੋ ਕਰਕੇ ਨਿਮਰਤਾਵਾਨ ਹੋ ਕੇ ਸਿੱਖ ਤੇ ਦਇਆ ਕਰਕੇ ਮਹਾਰਾਜ ਕਹਿੰਦੇ ਤੂੰ ਸਿੱਖ ਨੂੰ ਜਿਤਾ ਦਿੱਤਾ ਤੇ ਆਪ ਹਾਰ ਖਾ ਲਈ ਹੈ। ਸਿੱਖ ਦੀ ਮਜਬੂਰੀ ਸਮਝ ਕਰਕੇ ਕਿ ਗੁਰੂ ਚਰਨਾਂ ਦੇ ਨਾਲ ਸਿੱਖ ਦਾ ਕਿੰਨਾ ਪਿਆਰ ਹੈ, ਆਪਾ ਭਾਵ ਨਿਵਰਤ ਕਰਕੇ ਮਹਾਰਾਜ ਕਹਿੰਦੇ ਤੂੰ ਸਿੱਖ ਨੂੰ ਜਿਤਾ ਦਿੱਤਾ ਤੇ ਆਪ ਹਾਰ ਖਾ ਲਈ ਹੈ ਭਰੀ ਹੋਈ ਬਹੁਤ ਸਾਰੇ ਲੋਕਾਂ ਦੇ ਵਿੱਚ। ਇਸ ਕਰਕੇ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ। ਮਹਾਰਾਜ ਕਹਿੰਦੇ ਤੂੰ ਆਪਾ ਭਾਵ ਨਿਵਰਤ ਕਰ ਦੇਣਾ ਕੀਤਾ। ਵੱਡੇ ਵੱਡੇ ਅਹੰਕਾਰੀਆ, ਕਿਉਂਕਿ ਵੱਡੇ ਵੱਡੇ ਜਿਹੜੇ ਸੰਸਾਰ ਦੇ ਹੰਕਾਰੀ ਜੀਵ ਸਨ, ਨਾਨਕ ਗਰਭ ਗਲੇ, ਤਿਨਾਂ ਨੇ ਹੰਕਾਰ ਦੇ ਵਿੱਚ ਹੀ ਗਲ ਜਾਣਾ ਕੀਤਾ। ਮਹਾਰਾਜ ਕਹਿੰਦੇ ਉਹਨਾਂ ਨੇ ਹੰਕਾਰ ਦੇ ਵਿੱਚ ਹੀ ਆਪਣੀ ਜ਼ਿੰਦਗੀ ਗਾਲ ਦਿੱਤੀ, ਜਿਨ੍ਹਾਂ ਨੇ ਹੰਕਾਰ ਸਹਿਤ ਜੀਵਨ ਨਿਰਵਾਹ ਕੀਤਾ ਹੈ। ਔਰ ਇਸੇ ਪ੍ਰਕਾਰ ਅੰਤਰੀ ਭਾਵ ਵਿੱਚ ਫਰਮਾਉਂਦੇ ਹੈ। ਫਿਰ ਆਰੰਭ ਤੋਂ ਪੜੋ ਜੀ। ਸੁਖੀ ਬਸੈ ਮਸਕੀਨਿਆ। ਮਸਕੀਨੀਆ ਨਾਮ ਗਰੀਬ ਦਾ ਹੈ ਤੇ ਗਰੀਬੀ ਨਿਮਰਤਾ ਦਾ ਵਾਚਕ ਹੈ। ਸਤਿਗੁਰੂ ਜੀ ਕਹਿੰਦੇ ਹਨ, ਜਿਹੜਾ ਜੀਵ ਹਿਰਦੇ ਦੀ ਗਰੀਬੀ ਧਾਰਨ ਕਰਕੇ ਰੱਖਦਾ ਹੈ, ਨਿਮਰਤਾਵਾਨ ਹੋ ਕੇ ਜੀਵਨ ਨਿਰਵਾਹ ਕਰਦਾ ਹੈ, ਮਹਾਰਾਜ ਕਹਿੰਦੇ ਬੜਾ ਹੀ ਸੁਖਾਲਾ ਜੀਵਨ ਨਿਰਵਾਹ ਕਰਦਾ ਹੈ। ਹੰਕਾਰੀ ਮਨੁੱਖ ਸਾਧ ਸੰਗਤ ਜੀ, ਜਿਵੇਂ ਹਜੂਰ ਦਾ ਬਚਨ ਆਉਂਦਾ ਹੈ ਨਾ, ਕਿਸੇ ਦੇ ਪੈਰ ਦੇ ਵਿੱਚ ਕੰਡਾ ਖੁੱਭਿਆ ਹੋਵੇ ਤੇ ਉਹਦੇ ਤੋਂ ਚੱਲਿਆ ਨਹੀਂ ਜਾ ਸਕਦਾ, ਜੋ ਤੁਰੇਗਾ ਤੇ ਉਹਦੇ ਦਰਦ ਹੋਵੇਗੀ, ਤੁਰਿਆ ਨਹੀਂ ਜਾਵੇਗਾ। ਇਸੇ ਤਰ੍ਹਾਂ ਜਿਸ ਜੀਵ ਦੇ ਮਨ ਰੂਪੀ ਪੈਰ ਤੇ ਹਉਮੈ ਦਾ ਕੰਡਾ ਖੁੱਭਿਆ, ਉਹ ਕਦੇ ਪਰਮਾਰਥ ਦੇ ਰਸਤੇ ਤੇ ਚੱਲ ਨਹੀਂ ਸਕਦਾ। ਮਹਾਰਾਜ ਹਜੂਰ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ ਨਾ ਕਿ ਜਿਹੜੇ ਸਾਖਤ ਜੀਵ ਹੈ ਤਿੰਨਾਂ ਨੇ ਵਾਹਿਗੁਰੂ ਦੀ ਪਰਮ ਰਸ ਨੂੰ ਨਹੀਂ ਜਾਣਨਾ ਕੀਤਾ, ਕਿਉਂਕਿ ਤਿੰਨ ਅੰਤਰ ਹਉਮੈ ਕੰਡਾ ਹੈ। ਉਹਨਾਂ ਦੇ ਮਨ ਰੂਪੀ ਪੈਰ ਤੇ ਹਉਮੈ ਦਾ ਕੰਡਾ ਲੱਗਾ ਹੋਇਆ ਹੈ। ਇਸੇ ਕਰਕੇ ਉਹ ਪਰਮਾਰਥ ਦੇ ਰਸਤੇ ਤੇ ਚੱਲ ਨਹੀਂ ਸਕਦੇ। ਔਰ ਇਸ ਪ੍ਰਕਾਰ ਮਹਾਰਾਜ ਕਹਿੰਦੇ ਸੁਖੀ ਬਸੈ ਮਸਕੀਨੀਆ, ਕਿਹਨਾਂ ਨੇ ਜੀਵਨ ਆਪਣਾ ਸੁਖਾਲਾ ਨਿਰਵਾਹ ਕੀਤਾ ਹੈ, ਕਿਹੜੇ ਆਪਣੀ ਜ਼ਿੰਦਗੀ ਨੂੰ ਸੁੱਖਾਂ ਸਹਿਤ ਬਤੀਤ ਕਰਦੇ ਆ, ਕਿਹਨਾਂ ਨੂੰ ਆਤਮਿਕ ਸੁਖ ਪ੍ਰਾਪਤ ਹੋਇਆ ਹੈ। ਆਪ ਨਿਵਾਰ ਤਲੇ, ਜਿਨ੍ਹਾਂ ਨੇ ਆਪਾ ਭਾਵ ਨਿਵਰਤ ਕਰ ਦਿੱਤਾ ਹੈ, ਹੰਕਾਰ ਰੂਪੀ ਸੀਸ ਵੱਢ ਕੇ ਆਪਣੀ ਤਲੀ ਤੇ ਰੱਖਿਆ ਹੈ। ਮਹਾਰਾਜ ਕਿਉਂਕਿ ਜੋ ਹੰਕਾਰ ਤੋਂ ਰਹਿਤ ਹੋ ਜਾਂਦੇ ਆ ਨਾ, ਗੁਰੂ ਚਰਨਾਂ ਦੀ ਸੇਵਾ ਵੀ ਉਹੋ ਹੀ ਭਾਵਨਾ ਦੇ ਨਾਲ ਕਰ ਸਕਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਹੰਕਾਰੀ ਬੰਦਾ ਨਹੀਂ ਕਦੇ ਵੀ ਕਰ ਸਕਦਾ। ਨਿਮਰਤਾਵਾਨ ਹਿਰਦੇ ਦੀ ਗਰੀਬੀ ਧਾਰਨ ਕਰਨ ਵਾਲਾ ਪੁਰਖ ਹੀ ਮਹਾਰਾਜ ਸਾਹਿਬ ਜੀ ਦੀ ਚਰਨਾਂ ਦੀ ਸੇਵਾ ਕਮਾ ਸਕਦਾ ਹੈ। ਇਸ ਲਈ ਗਰੀਬ ਨਵਾਜ ਸਤਿਗੁਰੂ ਜੀ ਨੇ ਫਰਮਾਨ ਕੀਤਾ ਨਾ,
ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਮਹਾਰਾਜ ਕਹਿੰਦੇ ਆਪਾ ਭਾਵ ਗਵਾ ਕੇ ਹੀ ਗੁਰੂ ਚਰਨਾਂ ਦੀ ਸੇਵਾ ਕੀਤੀ ਜਾ ਸਕਦੀ ਹੈ, ਕਿਉਂਕਿ ਗਾਖੜੀ ਹੈ, ਕਠਿਨ ਹੈ, ਬੜੀ ਔਖੀ ਹੈ। ਔਖੀ ਇਸੇ ਲਈ ਹੈ ਕਿ ਹੰਕਾਰ ਨੂੰ ਨਿਵਰਤ ਕਰਨਾ ਬੜਾ ਔਖਾ ਹੈ। ਗੁਰੂ ਕਿਰਪਾ ਹੋ ਜਾਵੇ, ਸਤਿਗੁਰੂ ਜੀ ਜੀਵ ਤੇ ਮਿਹਰ ਕਰ ਦੇਣ, ਤਾਂ ਫਿਰ ਜੀਵ ਨਿਮਰਤਾਵਾਨ ਹੋ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਮਾਉਂਦਾ ਹੈ। ਨਹੀਂ ਤੇ ਹੰਕਾਰ ਦੇ ਬੁੱਲਿਆਂ ਵਿੱਚ ਹੀ ਉਡਾਰੀਆਂ ਮਾਰਦਾ ਰਹਿੰਦਾ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਜਿਨ੍ਹਾਂ ਨੇ ਆਪਾ ਭਾਵ ਨਿਵਰਤ ਕਰ ਦਿੱਤਾ ਹੈ, ਹਿਰਦੇ ਦੀ ਗਰੀਬੀ ਧਾਰਨ ਕਰ ਲਈ ਹੈ, ਉਹ ਜੀਵਨ ਸੁਖਾਲਾ ਨਿਰਵਾਹ ਕਰਦੇ ਹਨ। ਤਿਨਾਂ ਦੇ ਹਿਰਦੇ ਅੰਦਰ ਪਰਮ ਸੁਖ ਦੀ ਪ੍ਰਾਪਤੀ ਹੋਈ ਹੈ। ਵੱਡੇ ਵੱਡੇ ਅਹੰਕਾਰੀਆ, ਕਿਉਂਕਿ ਬੜੇ ਬੜੇ ਜਿਹੜੇ ਸੰਸਾਰ ਦੇ ਹੰਕਾਰੀ ਪੁਰਖ ਹਨ, ਜਿਵੇਂ ਰਾਵਣ ਸੇ ਮਹਿਰਾਵਣ ਸੇ, ਵੱਡੇ ਵੱਡੇ ਰਾਵਣ ਵਰਗੇ, ਜਿਹਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾ ਹੀ ਨਹੀਂ ਸੀ, ਬੜਾ ਹੰਕਾਰ ਸੀ ਮਨ ਦੇ ਵਿੱਚ, ਜਿਹਨੇ ਕਾਲ ਨੂੰ ਵੀ ਆਪਣੇ ਪਾਵੇ ਦੇ ਨਾਲ ਬੰਨ੍ਹ ਲਿਆ ਸੀ। ਇੰਨਾ ਬਲੀ ਤੇ ਇੰਨਾ ਹੰਕਾਰੀ ਸੀਗਾ ਕਿ ਮੈਨੂੰ ਮਾਰ ਹੀ ਨਹੀਂ ਸਕਦਾ। ਪਰ ਮਹਾਰਾਜ ਕਹਿੰਦੇ ਜੇ ਪਰਮੇਸ਼ਰ ਨੂੰ ਨਹੀਂ ਪਾਇਆ ਤੇ ਉਹ ਹੰਕਾਰੀ ਵੀ ਸੰਸਾਰ ਦੇ ਅੰਦਰ ਮਾਰਿਆ ਗਿਆ। ਔਰ ਇਸੇ ਪ੍ਰਕਾਰ ਹਰਨਾਕਸ਼ ਦੇ ਮਨ ਦੇ ਵਿੱਚ ਵੀ ਕਿੰਨਾ ਵੱਡਾ ਹੰਕਾਰ ਸੀ ਕਿ ਮੈਨੂੰ ਕੌਣ ਮਾਰ ਸਕਦਾ ਹੈ। ਪਰ ਜੇ ਵਾਹਿਗੁਰੂ ਨੂੰ ਨਹੀਂ ਪਾਇਆ ਤੇ ਨਰਸਿੰਘ ਦਾ ਰੂਪ ਧਾਰਨ ਕਰਕੇ ਆਪਣੇ ਭਗਤ ਦੀ ਰੱਖਿਆ ਕਰਨ ਦੇ ਲਈ ਨੌਹਾਂ ਦੇ ਨਾਲ ਫੜ ਕਰਕੇ ਸੰਘਾਰ ਕਰ ਦਿੱਤਾ। ਇਸ ਕਰਕੇ ਪਾਤਸ਼ਾਹ ਕਹਿੰਦੇ ਵੱਡੇ ਵੱਡੇ ਅਹੰਕਾਰੀ ਆ ਐ ਗੁਰ ਸਿੱਖੋ, ਵੱਡੇ ਵੱਡੇ ਜਿਹੜੇ ਹੰਕਾਰੀ ਸੰਸਾਰ ਦੇ ਜੀਵ ਹਨ। ਨਾਨਕ ਗਰਭ ਗਲੇ, ਤਿਨਾਂ ਨੇ ਹੰਕਾਰ ਦੇ ਵਿੱਚ ਹੀ ਗਲ ਜਾਣਾ ਕੀਤਾ। ਤਿਨਾਂ ਨੇ ਮਾਤਾ ਦੇ ਗਰਭ ਦੇ ਵਿੱਚ ਹੀ ਬਾਰ-ਬਾਰ ਗਲਣਾ ਕੀਤਾ। ਜੋ ਕਿਸੇ ਵੀ ਪੱਖੋਂ ਮਨ ਦੇ ਵਿੱਚ ਕੋਈ ਹੰਕਾਰ ਕਰਦੇ ਹਨ। ਅਸ਼ਟਪਦੀ ਜਿਸ ਕਾ ਅੰਤਰ ਰਾਜ ਅਭਿਮਾਨ, ਹਜੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਤਾਂ ਨਿਮਰਤਾ ਵਾਲਿਆਂ ਦਾ ਆਪ ਜੀ ਨੇ ਸਤਿਗੁਰੂ ਜੀ ਉਪਦੇਸ਼ ਦਿੱਤਾ ਹੈ ਕਿ ਨਿਮਰਤਾਵਾਨ ਵਾਲਿਆਂ ਨੂੰ ਕਿਹੜਾ ਫਲ ਪ੍ਰਾਪਤ ਹੁੰਦਾ, ਤੇ ਸਤਿਗੁਰੂ ਜੀ ਜਿਹੜੇ ਹੰਕਾਰੀ ਪੁਰਖ ਉਹਨਾਂ ਦੀ ਕੀ ਹਾਲਤ ਹੁੰਦੀ ਹੈ। ਹਜੂਰ ਹੁਣ ਵਿਸਥਾਰ ਦੀ ਸਹਿਤ ਉਚਾਰਨ ਕਰਦੇ ਹਨ। ਜਿਸ ਕਾ ਅੰਤਰ ਰਾਜ ਅਭਿਮਾਨ, ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜਿਸ ਦੇ ਮਨ ਦੇ ਅੰਦਰ ਰਾਜ ਭਾਗ ਦਾ ਅਭਿਮਾਨ ਹੰਕਾਰ ਹੈ ਕਿ ਮੇਰੇ ਕੋਲ ਬਹੁਤ ਵੱਡਾ ਰਾਜ ਭਾਗ ਹੈ, ਮੇਰੇ ਕੋਲ ਇੰਨਾ ਵੱਡਾ ਰਾਜ, ਇੰਨਾ ਜ਼ਿਆਦਾ ਵਿਸ਼ਾਲ ਹੈ ਕਿ ਸੰਸਾਰ ਦੇ ਅੰਦਰ ਮੇਰਾ ਕੋਈ ਸਾਨੀ ਨਹੀਂ ਹੈ, ਐਸਾ ਮਨ ਦੇ ਵਿੱਚ ਹੰਕਾਰ ਕਰਦਾ ਹੈ। ਸੋ ਨਰਕ ਪਾਤੀ ਹੋਵਤ ਸਵਾਨ, ਮਹਾਰਾਜ ਕਹਿੰਦੇ ਉਹ ਨਰਕਗਾਮੀ ਬਣਦਾ ਹੈ ਜਿਹੜਾ ਆਪਣੇ ਰਾਜ ਭਾਗ ਦਾ ਹੀ ਹੰਕਾਰ ਕਰਦਾ ਰਹਿੰਦਾ ਕਿ ਮੇਰੇ ਵਰਗਾ ਕੌਣ ਹੈ ਜੋ ਰਾਜ ਤਖਤ ਤੇ ਬੈਠਾ, ਸਭ ਤੋਂ ਉੱਚਾ ਰਾਜ ਤਖਤ ਮੈਨੂੰ ਹੀ ਪ੍ਰਾਪਤ ਹੋਇਆ। ਮਨ ਵਿੱਚ ਬਾਰ-ਬਾਰ ਹੰਕਾਰ ਕਰਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਹ ਨਰਕਾਂ ਦੇ ਵਿੱਚ ਪੈ ਕੇ ਬਾਅਦ ਵਿੱਚ ਸਵਾਨ ਕੂਕਰ ਕੁੱਤੇ ਦੀ ਜੂਨ ਦੇ ਵਿੱਚ ਪੈਣਾ ਕਰਦਾ ਹੈ ਜਿਹੜਾ ਜੀਵ ਆਪਣੇ ਰਾਜ ਭਾਗ ਦਾ ਹੰਕਾਰ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਹਜੂਰ ਨੇ ਇਹ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਪਾਵਨ ਬਾਣੀ ਹੈ ਇਹਦੇ ਉੱਪਰ ਕੋਈ ਸ਼ੱਕ ਨਹੀਂ ਕਰ ਸਕਦਾ, ਕਿਉਂਕਿ ਧੁਰ ਕੀ ਬਾਣੀ ਆਈ ਧੁਰੋਂ ਆਈ ਹੋਈ ਐਸੀ ਇਹ ਰੱਬੀ ਬਾਣੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਜਿਵੇਂ ਧੁਰੋਂ ਆਈ ਹੋਈ ਐਸੀ ਇਹ ਬ੍ਰਹਮ ਬਾਣੀ ਰੱਬੀ ਬਾਣੀ, ਮਹਾਰਾਜ ਕਹਿੰਦੇ ਇਹ ਤਿਵੇਂ ਹੀ ਸੰਸਾਰ ਦੇ ਅੰਦਰ ਇਹਦਾ ਵਿਖਿਆਨ ਕੀਤਾ ਹੈ। ਔਰ ਗੁਰੂ ਕੀ ਬਾਣੀ ਸਦੀਵੀ ਕਾਲ ਲਈ ਸੱਚ ਹੈ। ਇਸ ਕਰਕੇ ਮਹਾਰਾਜ ਹਜੂਰ ਦਾ ਜਿਹੜਾ ਉਪਦੇਸ਼ ਉਹ ਵੀ ਸਦਾ ਲਈ ਸੱਚਾ ਹੈ। ਸਤਿਗੁਰੂ ਜੀ ਆਖ ਰਹੇ ਹੈ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਕਹਿੰਦੇ ਉਹ ਨਰਕਗਾਮੀ ਬਣ ਕੇ ਨਰਕਾਂ ਦੀ ਅੱਗ ਵਿੱਚ ਪੈ ਪੈ ਕਰਕੇ ਫਿਰ ਸਵਾਨ ਕੂਕਰ ਕੁੱਤੇ ਦੀ ਜੂਨ ਨੂੰ ਪ੍ਰਾਪਤ ਹੋ ਜਾਂਦਾ ਹੈ। ਜੋ ਜਾਣੈ ਮੈਂ ਜੋ ਬਨਵੰਤ, ਅਤੇ ਜਿਹੜਾ ਜੀਵ ਆਪਣੀ ਜਵਾਨੀ ਦਾ ਮਾਣ ਕਰਦਾ ਕਿ ਮੇਰੀ ਚੜ੍ਹਦੀ ਜਵਾਨੀ ਹੈ, ਮੇਰੇ ਘਰ ਵਰਗਾ ਜਵਾਨ ਕੌਣ ਹੈ ਸੰਸਾਰ ਦੇ ਅੰਦਰ, ਮੇਰੇ ਸਰੀਰ ਦੇ ਅੰਦਰ ਬੜਾ ਬਲ ਹੈ,
ਮਹਾਰਾਜ ਕਹਿੰਦੇ ਜਿਹੜਾ ਆਪਣੀ ਜਵਾਨੀ ਦਾ ਹੀ ਮਾਣ ਕਰਦਾ ਰਹਿੰਦਾ ਹੈ, ਜੋ ਜਾਣੈ ਮੈਂ ਜੋਬਨਵੰਤ, ਕਿ ਮੇਰੀ ਜਿਹੜੀ ਜਵਾਨੀ ਹੈ, ਮਹਾਰਾਜ ਕਹਿੰਦੇ ਉਹ ਬਾਰ-ਬਾਰ ਆਪਣੀ ਜਵਾਨੀ ਦਾ ਜੋਬਨ ਅਵਸਥਾ ਦਾ ਹੀ ਮਾਣ ਕਰਦਾ ਹੈ। ਸੋ ਹੋਵਤ ਵਿਸ਼ਟਾ ਕਾ ਜੰਤ, ਅੰਤ ਸਮੇਂ ਮਰ ਕੇ ਉਹ ਜੀਵ ਵਿਸ਼ਟਾ ਗੰਦਗੀ ਦਾ ਕੀੜਾ ਬਣਦਾ ਹੈ। ਜੋ ਆਪਣੀ ਜਵਾਨੀ ਦਾ ਮਾਣ ਕਰਦਾ ਹੈ, ਜਵਾਨੀ ਦਾ ਜੋਬਨ ਅਵਸਥਾ ਦਾ ਹੰਕਾਰ ਕਰਦਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਸੋ ਹੋਵਤ ਵਿਸ਼ਟਾ ਕਾ ਜੰਤ, ਉਸ ਜੀਵ ਨੂੰ ਗੰਦਗੀ ਦਾ ਕੀੜਾ ਬਣਨਾ ਪੈਂਦਾ ਜਿਹੜਾ ਆਪਣੀ ਜੋਬਨ ਅਵਸਥਾ ਦਾ ਮਾਣ ਕਰਦਾ ਹੈ। ਇਸ ਲਈ ਸਾਧ ਸੰਗਤ ਜੀ ਕਦੇ ਮਨ ਵਿੱਚ ਹੰਕਾਰ ਨਹੀਂ ਕਰਨਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਹਰ ਸਮੇਂ ਬੇਨਤੀ ਕਰਨੀ ਚਾਹੀਦੀ ਹੈ। ਨਿਮਰਤਾਵਾਨ ਹੋ ਕੇ ਗੁਰੂ ਚਰਨਾਂ ਦੇ ਨਾਲ ਚਿਤ ਬਿਰਤੀ ਨੂੰ ਜੋੜਨਾ ਚਾਹੀਦਾ ਹੈ। ਇਸ ਕਰਕੇ ਕਿਉਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਐਸਾ ਇਹ ਹੰਕਾਰ ਮਾੜਾ ਹੈ ਕਿ ਜਿਹੜਾ ਜਵਾਨੀ ਜੋਬਨ ਅਵਸਥਾ ਦਾ ਹੰਕਾਰ ਕਰਦਾ ਨੂੰ ਗੰਦਗੀ ਦਾ ਕੀੜਾ ਬਣਨਾ ਪੈਂਦਾ ਹੈ। ਆਪਸ ਕਉ ਕਰਮਵੰਤ ਕਹਾਵੈ, ਫਿਰ ਆਪਣੇ ਆਪ ਨੂੰ ਬੜਾ ਕਰਮਾਂ ਵਾਲਾ ਅਖਵਾਉਂਦਾ ਹੋਵੇ ਕਿ ਮੇਰੇ ਵਰਗਾ ਕੌਣ ਹੈ, ਮੇਰੇ ਕਰਮ ਹੀ ਬੜੇ ਚੰਗੇ ਹਨ। ਕਈ ਵਾਰ ਇਦਾਂ ਹੀ ਅਸੀਂ ਬੋਲਦੇ ਆ ਨਾ, ਬਹੁਤੀ ਜ਼ਿੰਦਗੀ ਵੀ ਸੁੱਖ ਮਿਲ ਜਾਣ, ਬਹੁਤੀਆਂ ਸਹੂਲਤਾਂ ਪ੍ਰਾਪਤ ਹੋ ਜਾਣ, ਬਹੁਤੇ ਧਨ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ, ਜ਼ਿੰਦਗੀ ਬੜੀ ਸੁੱਖਾਂ ਦੇ ਨਾਲ ਬਤੀਤ ਹੋ ਰਹੀ ਹੋਵੇ ਤੇ ਮਾਣ ਕਰਦੇ ਜੀ ਮੇਰੇ ਵਰਗਾ ਕੌਣ ਕਰਮਾਂ ਵਾਲਾ, ਮੇਰੇ ਬੜੇ ਚੰਗੇ ਭਾਗ ਹੈ, ਮੇਰੇ ਬੜੇ ਚੰਗੇ ਕਰਮ ਹਨ, ਮੈਂ ਤੇ ਪੂਰਬਲੇ ਜਨਮ ਦੇ ਵਿੱਚ ਬਹੁਤ ਚੰਗੇ ਕਰਮ ਕੀਤੇ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜੋ ਜਾਣੈ, ਜਿਹੜਾ ਆਪਣੇ ਆਪ ਨੂੰ ਜਾਣਦਾ ਕਿ ਮੇਰੇ ਵਰਗਾ ਕੋਈ ਕਰਮਾਂ ਵਾਲਾ ਚੰਗਾ ਨਹੀਂ ਹੈ, ਕਿ ਮੈਂ ਹੀ ਬਹੁਤੇ ਚੰਗੇ ਭਾਗਾਂ ਵਾਲਾ ਹਾਂ। ਜਨਮ ਮਰੈ ਬਹੁ ਜੋਨ ਪ੍ਰਮਾਵੈ, ਉਹ ਜੀਵ ਜਨਮ ਧਾਰਨ ਕਰਕੇ ਮਰਦਾ ਹੈ ਤੇ ਫਿਰ ਬਹੁਤੀਆਂ ਜੂਨਾਂ ਦੇ ਵਿੱਚ ਭਰਮਦਾ ਹੈ। ਐਸਾ ਜਿਹੜਾ ਕਰਮਾਂ ਦੀ ਵਾਸ਼ਨਾ ਦੇ ਵਿੱਚ ਹੀ ਬੱਝਿਆ ਰਹਿੰਦਾ ਹੈ, ਜਿਹੋ ਜਿਹੀ ਅੰਧ ਸਮੇਂ ਮਨ ਦੇ ਵਿੱਚ ਵਾਸ਼ਨਾ ਲੱਗ ਜਾਂਦੀ ਹੈ, ਉਹੋ ਜਿਹੀ ਜੂਨ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਮਹਾਰਾਜ ਜੀ ਦਾ ਬਚਨ ਆਉਂਦਾ ਹੈ ਨਾ, ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਅੰਧ ਸਮੇਂ ਮਨੁੱਖ ਦੇ ਮਰਨ ਦੇ ਸਮੇਂ ਜਿੱਧਰ ਵਾਸ਼ਨਾ ਲੱਗ ਜਾਂਦੀ ਹੈ, ਜਿੱਧਰ ਧਿਆਨ ਜੁੜ ਜਾਂਦਾ, ਉਦਾਂ ਦੀ ਜੂਨ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਆ ਕਿ ਜਨਮ ਮਰੈ ਬਹੁ ਜੋਨ ਪਰਮਾਵੈ। ਜਿਹੜਾ ਜੀਵ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਕਿ ਮੇਰੇ ਕਰਮ ਚੰਗੇ ਆ, ਮੇਰੇ ਭਾਗ ਸਭ ਤੋਂ ਚੰਗੇ ਆ, ਕਿ ਬਾਕੀ ਤਾਂ ਐਵੇਂ ਮਾੜੇ ਭਾਗਾਂ ਵਾਲੇ ਸੰਸਾਰ ਦੇ ਸਭ ਜੀਵ ਹੈ, ਹੰਕਾਰ ਕਰਦਾ ਆਪਣੇ ਚੰਗੇ ਕਰਮਾਂ ਦਾ, ਮਿਲੀਆਂ ਹੋਈਆਂ ਸੁੱਖ ਸਹੂਲਤਾਂ ਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰ ਕੇ ਬਾਰ-ਬਾਰ ਜੂਨਾਂ ਦੇ ਵਿੱਚ ਹੀ ਭਰਮਦਾ ਰਹਿੰਦਾ ਹੈ। ਧਨ ਭੂਮਿਕਾ ਜੋ ਕਰੈ ਗੁਮਾਨ, ਤੇ ਜਿਹੜਾ ਜੀਵ ਧਨ ਦਾ ਮਾਣ ਕਰਦਾ, ਭੂਮ ਕਹੀਏ ਭੂਮੀ ਦਾ, ਧਰਤੀ ਦਾ, ਜ਼ਮੀਨਾਂ ਦਾ, ਕਿ ਮੇਰੇ ਕੋਲ ਬਹੁਤ ਜ਼ਿਆਦਾ ਜ਼ਮੀਨ ਹੈ, ਮੇਰੀ ਜ਼ਮੀਨ ਜੈਸਾ ਕੌਣ ਸਾਨੀ ਹੈ, ਜਿੰਨੀ ਜ਼ਮੀਨ ਮੇਰੇ ਕੋਲ ਹੈ ਉਨੀ ਕਿਸੇ ਦੇ ਕੋਲ ਨਹੀਂ ਹੈ। ਜਿੰਨਾ ਧਨ ਮੈਂ ਜ਼ਿੰਦਗੀ ਵਿੱਚ ਇਕੱਠਾ ਕੀਤਾ ਕਿਸ ਨੇ ਮਿਹਨਤ ਕੀਤੀ ਹੈ, ਨਾ ਕੋਈ ਨਹੀਂ ਮੇਰਾ ਸਾਨੀ। ਧਨ ਭੂਮ ਕਾ ਜੋ ਕਰੈ ਗੁਮਾਨ, ਗੁਮਾਨ ਕਹੀਏ ਕਿ ਹੰਕਾਰ ਕਰਨਾ। ਭਾਵੇਂ ਧਰਤੀ ਹੈ, ਜ਼ਮੀਨ ਹੈ, ਜਾਇਦਾਦ ਹੈ, ਚਾਹੇ ਸੰਸਾਰ ਦੇ ਅੰਦਰ ਧਨ ਹੈ, ਭਾਵੇਂ ਜਿੰਨੇ ਮਰਜ਼ੀ ਖਜ਼ਾਨੇ ਇਕੱਤਰ ਕੀਤੇ ਹੈ, ਮਹਾਰਾਜ ਕਹਿੰਦੇ ਜੇ ਇਹਦਾ ਹੰਕਾਰ ਕਰਦਾ ਹੈ, ਸੋ ਮੂਰਖ ਅੰਧਾ ਅਗਿਆਨ। ਉਹ ਜੀਵ ਬੇਸਮਝ ਹੈ, ਉਹਦੇ ਮਨ ਬੁੱਧ ਰੂਪ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਾ ਹੋਣੇ ਕਰਕੇ ਅੰਨਾ ਹੈ ਅਤੇ ਅਗਿਆਤ ਹੈ। ਇਸ ਪ੍ਰਕਾਰ ਸੋ ਮੂਰਖ ਅੰਧਾ ਅਗਿਆਨ। ਉਹ ਜੀਵ ਜਾਣੋ ਕਿ ਆਪਣੀ ਜ਼ਿੰਦਗੀ ਸਹੀ ਢੰਗ ਦੇ ਨਾਲ ਨਿਰਵਾਹ ਕਰਨੇ ਤੋਂ ਵੀ ਬੇਸਮਝ ਹੈ। ਫਿਰ ਸਵੈ ਸਰੂਪ ਦੀ ਪਹਿਚਾਣ ਕਰਨੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਗਿਆਨੀ ਹੈ। ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਨਾ ਹੋਣੇ ਕਰਕੇ ਵੀ ਅਗਿਆਤ ਹੈ। ਤੇ ਮਹਾਰਾਜ ਕਹਿੰਦੇ ਮੂਰਖ ਜਿਹੜਾ ਬੇਸਮਝ ਹੁੰਦਾ ਹੈ ਨਾ, ਜਿਹਨੂੰ ਕੋਈ ਵੀ ਸਮਝ ਨਹੀਂ ਹੁੰਦੀ ਕਿ ਜੀਵਨ ਕਿਸ ਢੰਗ ਦੇ ਨਾਲ ਮੈਂ ਇਹ ਨਿਰਵਾਹ ਕਰਾਂਗਾ ਜਿਸ ਕਰਕੇ ਜੀਵਨ ਦੀ ਸਫਲਤਾ ਹੋ ਜਾਵੇਗੀ। ਇਸ ਪ੍ਰਕਾਰ ਉਹ ਮਨ ਕਰਕੇ ਵੀ ਬੇਸਮਝ ਹੈ, ਬਾਣੀ ਕਰਕੇ ਵੀ ਅਗਿਆਤ ਹੈ, ਤੇ ਸਰੀਰ ਕਰਕੇ ਵੀ ਮਹਾਰਾਜ ਕਹਿੰਦੇ ਅੰਨਾ।
ਪਰਮਾਤਮਾ ਨਜ਼ਰ ਹੀ ਨਹੀਂ ਆਉਂਦਾ। ਹਰ ਘਟ ਦੇ ਅੰਦਰ ਵਾਹਿਗੁਰੂ ਜੋਤ ਰੂਪ ਹੋ ਕਰਕੇ ਵਰਤ ਰਿਹਾ, ਫਿਰ ਵੀ ਨਿਰਦਈ ਹੋ ਕਰਕੇ ਜੀਵਾਂ ਦੇ ਅਤਿਆਚਾਰ ਕਰੀ ਜਾਂਦਾ ਹੈ। ਹੰਕਾਰ ਦੇ ਨਸ਼ੇ ਵਿੱਚ ਬੇਦੋਸ਼ੀਆਂ ਨੂੰ ਵੀ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਬਾਰ-ਬਾਰ ਤਿਨਾਂ ਤੇ ਦੋਸ਼ ਲਾ ਕਰਕੇ ਹੰਕਾਰ ਦੇ ਨਸ਼ੇ ਵੀ ਸੰਸਾਰ ਦੇ ਜਿਹੜੇ ਜੋ ਕੋਈ ਕੰਗਾਲ ਕੋਈ ਗਰੀਬੜੇ ਜੀਵ ਹਨ ਤਿਨਾਂ ਨੂੰ ਬਾਰ-ਬਾਰ ਕੁਚਲੀ ਜਾਂਦਾ ਹੈ। ਇਦਾਂ ਦੀ ਜੀਵ ਦੀ ਅੰਨੇ ਜੀਵ ਦੀ ਹਾਲਤ ਹੈ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ। ਸਤਿਗੁਰੂ ਜੀ ਆਖ ਰਹੇ ਹੈ, ਪਰਮਾਤਮਾ ਜਿਸ ਜੀਵ ਦੇ ਹਿਰਦੇ ਅੰਦਰ ਬਖਸ਼ਿਸ਼ ਕਰ ਦੇਵੇ, ਪਰਮਾਤਮਾ ਕਿਰਪਾ ਕਰ ਦੇਵੇ, ਹਿਰਦੇ ਦੀ ਗਰੀਬੀ ਬਖਸ਼ਿਸ਼ ਕਰ ਦੇਵੇ, ਭਾਵ ਹਿਰਦੇ ਅੰਦਰ ਨਿਮਰਤਾ ਆ ਜਾਵੇ। ਕਿਉਂਕਿ ਅਸੀਂ ਕਹਿੰਦੇ ਤਾਂ ਹਾਂ ਕਿ ਬੜੇ ਸੀ ਨਿਮਰਤਾਵਾਨ ਹਾਂ। ਸੀਸ ਝੁਕਾ ਕੇ ਬੰਦਾ ਭਾਵੇਂ ਲੱਖਾਂ ਵਾਰੀ ਬਾਰ-ਬਾਰ ਝੁਕਦਾ ਰਹੇ, ਪਰ ਜੇ ਅੰਦਰ ਹੰਕਾਰ ਹੈ, ਮਹਾਰਾਜ ਕਹਿੰਦੇ ਸੀਸ ਝੁਕਾਇਆ, ਸੀਸ ਨਵਾਇਆ ਕਿਆ ਥੀਆ ਜਾਂ ਹਿਰਦੈ ਕਸੁੱਧੇ ਜਾਹੇ। ਕਹਿੰਦੇ ਸੀਸ ਝੁਕਾਉਣ ਦਾ ਕੀ ਲਾਭ ਹੈ ਜੇ ਹਿਰਦੇ ਅੰਦਰ ਤੂੰ ਖੋਟ ਤਾਈ ਧਾਰਨ ਕੀਤੀ ਹੈ। ਜੇ ਤੇਰਾ ਹਿਰਦਾ ਹੰਕਾਰ ਦੇ ਨਾਲ ਲੱਬਾ ਲੱਭ ਭਰਿਆ ਪਿਆ, ਸੀਸ ਝੁਕਾਉਣ ਦਾ ਵੀ ਹੰਕਾਰ ਕਰਦਾ ਕਿ ਮੈਂ ਬੜਾ ਵੱਡਾ ਨਤਮਸਤਕੀ ਹਾਂ, ਮੈਂ ਬਾਰ-ਬਾਰ ਨਮਸਕਾਰਾਂ ਕਰਦਾ ਹਾਂ, ਮੈਂ ਬਾਰ-ਬਾਰ ਸੀਸ ਝੁਕਾਉਂਦਾ ਹਾਂ, ਇਹ ਹੰਕਾਰ ਦਾ ਸੀਸ ਝੁਕਾਏ ਹੋਏ ਦਾ ਵੀ ਮਹਾਰਾਜ ਕਹਿੰਦੇ ਹੰਕਾਰ ਕਰੀ ਜਾਂਦਾ ਹੈ। ਐਸੀ ਗਰੀਬੀ ਨਹੀਂ ਕਿ ਤਨ ਦੇ ਉੱਪਰ ਫਟੇ ਪੁਰਾਣੇ ਜਿਹੇ ਕੱਪੜੇ ਧਾਰਨ ਕਰ ਲਵੇ ਤੇ ਉਹਨਾਂ ਗਰੀਬੀ ਲਿਬਾਸ ਧਾਰਨ ਕੀਤੀ ਦਾ ਵੀ ਹੰਕਾਰ ਕਰੇ ਕਿ ਦੇਖੋ ਮੇਰੇ ਕੋਲ ਸਭ ਕੁਝ ਹੈਗਾ, ਫਿਰ ਵੀ ਮੈਂ ਫਟੇ ਪੁਰਾਣੇ ਕੱਪੜੇ ਪਾ ਕੇ ਰੱਖਦਾ ਨਹੀਂ। ਮਹਾਰਾਜ ਕਹਿੰਦੇ ਹਿਰਦੇ ਦੀ ਗਰੀਬੀ ਧਾਰਨ ਕਰ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਇਹ ਦਾਤ ਤਾਂ ਪ੍ਰਾਪਤ ਹੁੰਦੀ ਹੈ ਜੇ ਪ੍ਰਮਾਤਮਾ ਕਿਰਪਾ ਕਰ ਦੇਵੇ, ਹਿਰਦੇ ਦੀ ਗਰੀਬੀ ਬਖਸ਼ਿਸ਼ ਕਰ ਦੇਣਾ ਕਰੇ। ਨਾਨਕ ਈਹਾ ਮੁਕਤ ਆਗੈ ਸੁਖ ਪਾਵੈ। ਉਹ ਨਿਮਰਤਾਵਾਨ ਪੁਰਖ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਅੱਗੇ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਣਾ ਕਰਦਾ। ਨਾਨਕ ਈਹਾ ਮੁਕਤ ਆਗੈ ਸੁਖ ਪਾਵੈ। ਅੱਗੇ ਪਰਲੋਕ ਦੇ ਵਿੱਚ ਪ੍ਰਮਾਤਮਾ ਦੇ ਸਰੂਪ ਰੂਪੀ ਸੁਖ ਨੂੰ ਪ੍ਰਾਪਤ ਕਰ ਲੈਣਾ ਕਰਦਾ। ਜਿਸ ਹਿਰਦੇ ਅੰਦਰ ਮਹਾਰਾਜ ਕਿਰਪਾ ਕਰਕੇ ਗਰੀਬੀ ਬਖਸ਼ਿਸ਼ ਕਰ ਦਿੰਦੇ ਹਨ। ਹਜੂਰ ਨੇ ਪ੍ਰਾਰੰਭਤਾ ਵਿੱਚ ਵੀ ਫਰਮਾਨ ਕੀਤਾ ਨਾ, ਸੁਖੀ ਬਸੈ ਮਸਕੀਨੀਆਂ। ਮਸਕੀਨੀਆਂ ਭਾਵ ਜਿਹੜਾ ਹਿਰਦੇ ਦੀ ਗਰੀਬੀ ਵਾਲਾ। ਜਿਸ ਹਿਰਦੇ ਅੰਦਰ ਮਹਾਰਾਜ ਜੀ ਨੇ ਨਿਮਰਤਾ ਦੀ ਦਾਤ ਬਖਸ਼ੀ ਹੈ, ਪਹਿਲਾਂ ਮੂਲ ਰੂਪ ਦੇ ਵਿੱਚ ਉਚਾਰਨ ਕੀਤਾ, ਫਿਰ ਅੱਗੇ ਅਸ਼ਟਪਦੀ ਵਿੱਚ ਵਿਸਥਾਰ ਕਰ ਰਹੇ ਹੈ। ਮਹਾਰਾਜ ਕਹਿੰਦੇ ਉਹ ਫਿਰ ਵਾਹਿਗੁਰੂ ਦੇ ਸਰੂਪ ਰੂਪੀ ਸੁੱਖ ਨੂੰ ਪ੍ਰਾਪਤ ਕਰ ਲੈਂਦਾ ਹੈ। ਪਰਮਾਤਮਾ ਜਿਸ ਚੀਜ਼ ਤੇ ਮਿਹਰ ਭਰੇ ਹੱਥ ਰੱਖ ਕਰਕੇ ਹਿਰਦੇ ਦੀ ਗਰੀਬੀ ਬਖਸ਼ਿਸ਼ ਕਰ ਦਿੰਦਾ ਹੈ। ਧਨਵੰਤਾ ਹੋਏ ਕਰ ਗਰਬਾਵੈ। ਜਿਹੜਾ ਜੀਵ ਬਹੁਤਾ ਧਨਵਾਨ ਬਣ ਜਾਂਦਾ ਹੈ, ਬਹੁਤਾ ਧਨਾਢ ਪੁਰਖ ਹੋ ਜਾਂਦਾ ਹੈ, ਫਿਰ ਮਨ ਦੇ ਵਿੱਚ ਹੰਕਾਰ ਕਰਦਾ ਹੈ। ਧਨਵੰਤਾ ਹੋਏ ਕਰ ਗਰਬਾਵੈ। ਬਹੁਤੇ ਧਨ ਦੀ ਇਕੱਤਰਤਾ ਕਰਕੇ ਫਿਰ ਧਨ ਦਾ, ਬਹੁਤੇ ਪੈਸਿਆਂ ਦਾ ਮਾਣ ਕਰਦਾ ਹੈ। ਤ੍ਰਿਣ ਸਮਾਨ ਕਛ ਸੰਗ ਨਾ ਜਾਵੈ। ਪਰ ਇਹ ਗੁਰ ਸਿੱਖੋ, ਤ੍ਰਿਣ ਸਮਾਨ ਤਨਕ ਮਾਤਰ ਵੀ ਕੁਝ ਨਾਲ ਥੋੜਾ ਜਾਣ ਵਾਲਾ ਹੈ। ਜਿਸ ਧਨ ਦਾ ਹੰਕਾਰ ਕਰਦਾ, ਮਹਾਰਾਜ ਕਹਿੰਦੇ ਉਹ ਵੀ ਇੱਥੇ ਹੀ ਰਹਿ ਜਾਣ ਵਾਲਾ ਹੈ। ਨਾ ਕੋ ਧਨ ਲੈ ਆਇਓ, ਨਾ ਕੋ ਲੈ ਸਾਥ। ਮਹਾਰਾਜ ਕਹਿੰਦੇ ਨਾ ਹੀ ਕੋਲ ਸਾਥ ਲੈ ਕੇ ਜਾਣ ਵਾਲਾ ਹੈ। ਨਾ ਕੋ ਲੈ ਆਇਓ ਇਹੋ ਧਨ। ਇਹ ਜਿੰਨੇ ਵੀ ਧਨ ਪਦਾਰਥ ਹੈ, ਨਾ ਤਾਂ ਕੋਈ ਨਾਲ ਲੈ ਕੇ ਆਏ, ਨਾ ਹੀ ਕੋਈ ਨਾਲ ਲੈ ਕੇ ਜਾ ਸਕਦਾ ਹੈ। ਰਾਵਣ ਹੋ ਤੇ ਅਧਿਕ ਛਤਰਪਤ ਜਿਨ ਤਿਨ ਗਏ ਬਿਲਾਤ। ਮਹਾਰਾਜ ਕਹਿੰਦੇ ਦੱਸੋ ਭਲਾ ਕੀ ਸੰਸਾਰ ਤੋਂ ਗਿਆ? ਕਿਸੇ ਦੇ ਨਾਲ ਕੁਝ ਗਿਆ? ਕੁਝ ਵੀ ਨਹੀਂ। ਸਭ ਕੁਝ ਇੱਥੇ ਹੈ ਜਾਣ ਵਾਲਾ ਹੈ। ਜੋ ਕੁਝ ਵੀ ਸੰਸਾਰ ਅੰਦਰ ਇਹ ਜੀਵ ਤੇਰੇ ਕੋਲ ਹੈ, ਸਭ ਕੁਝ ਇੱਥੇ ਰਹਿ ਜਾਣ ਵਾਲਾ ਹੈ। ਇਸ ਲਈ ਹੰਕਾਰ ਕਿਸ ਦਾ ਤੂੰ ਕਰਦਾ ਹੈ? ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ, ਤ੍ਰਿਣ ਸਮਾਨ ਕਛ ਸੰਗ ਨਾ ਜਾਵੈ। ਬਹੁਤਾ ਤਾਂ ਕੀ, ਤ੍ਰਿਣ ਮਾਤਰ ਥੋੜਾ ਜਿੰਨਾ, ਇੱਕ ਕੱਖ ਜਿੰਨਾ ਵੀ ਕੁਝ ਤੇਰੇ ਨਾਲ ਜਾਣ ਵਾਲਾ ਨਹੀਂ ਹੈ। ਸਾਧ ਸੰਗਤ ਜੀ, ਕਾਰੂ ਬਾਦਸ਼ਾਹ ਨੇ 40 ਗੰਜ ਧਨ ਇਕੱਠਾ ਕੀਤਾ ਸੀ, ਕਿਹੜਾ ਕੁਝ ਨਾਲ ਲੈ ਗਿਆ? ਕੁਝ ਵੀ ਨਹੀਂ। ਸਿਕੰਦਰ ਬਾਦਸ਼ਾਹ ਨੇ ਅੰਤ ਸਮੇਂ ਮਰਨ ਦੇ ਸਮੇਂ ਕਿਹਾ ਸੀ, ਕਹਿੰਦਾ ਸੀ ਖਫਣ ਦੇ ਵਿੱਚੋਂ ਹੱਥ ਮੇਰੇ ਬਾਹਰ ਕੱਢ ਦੇਣੇ।
ਇਹਦਾ ਕਾਰਨ ਕੀ ਸੀ? ਇਹੋ ਹੀ ਕਿ ਸੰਸਾਰ ਦੇ ਲੋਗੋ, ਤੁਹਾਡੇ ਵਾਸਤੇ ਇਹ ਇੱਕ ਉਪਦੇਸ਼ ਹੈ, ਇਹ ਸਿੱਖਿਆ ਦੀ ਗੱਲ ਹੈ ਕਿ ਸਾਰੀ ਸ੍ਰਿਸ਼ਟੀ ਨੂੰ, ਸਭ ਥਾਵਾਂ ਤੇ ਸਭ ਨੂੰ ਜਿੱਤਣ ਵਾਲਾ ਸਿਕੰਦਰ ਬਾਦਸ਼ਾਹ ਅੱਜ ਖਾਲੀ ਹੱਥ ਸੰਸਾਰ ਤੋਂ ਚੱਲਿਆ। ਇਸ ਕਰਕੇ ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ ਕੁਝ ਨਾਲ ਜਾਣ ਵਾਲਾ ਨਹੀਂ ਹੈ। ਮਹਾਰਾਜ ਕਹਿੰਦੇ ਬਹੁਤਾ ਤਾਂ ਕੀ, ਤਨਕ ਮਾਤਰ ਵੀ ਇੱਕ ਘਾਹ ਦੇ ਤੀਲੇ ਜਿੰਨਾ ਵੀ ਅਜੀਬ ਕੁਝ ਨਾਲ ਨਹੀਂ ਜਾਣ ਵਾਲਾ, ਜਿਸ ਧਨ ਦਾ ਤੂੰ ਮਾਣ ਕਰਦਾ ਹੈ। ਬਹੁ ਲਸਕਰ ਮਾਨਖ ਉਪਰ ਕਰੇ ਆਸ। ਹਜੂਰ ਕਹਿੰਦੇ ਜੇਕਰ ਬਹੁਤੀ ਫੌਜ ਜੀਵ ਦੇ ਕੋਲ ਹੋਵੇ ਨਾ, ਕਹੇ ਕਿ ਮੇਰੇ ਕੋਲ ਬੜੀ ਭਾਰੀ ਫੌਜ ਦਾ ਲਸ਼ਕਰ ਹੈ, ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਤੇ ਮੇਰੇ ਸੇਵਾਦਾਰ ਚਾਕਰ ਬੜੇ ਹਰ ਸਮੇਂ ਮੇਰੇ ਪਾਸ ਰਹਿੰਦੇ ਹੈ, ਹਰ ਸਮੇਂ ਮੇਰੀ ਆਗਿਆ ਵਿੱਚ ਰਹਿੰਦੇ ਹਨ, ਮੇਰੀ ਟਹਿਲ ਕਮਾਉਂਦੇ ਹੈ, ਮੇਰਾ ਵਚਨ ਮੰਨਦੇ ਹੈ, ਜਿਵੇਂ ਕਹਿੰਦਾ ਉਸੇ ਤਰ੍ਹਾਂ ਕਰਦੇ ਹੈ। ਮਹਾਰਾਜ ਹਜੂਰ ਕਹਿੰਦੇ ਭਾਵੇਂ ਬੜੀ ਵੱਡੀ ਭਾਰੀ ਫੌਜ ਦਾ ਲਸ਼ਕਰ ਹੋਵੇ, ਬਹੁਤੇ ਮਨੁੱਖ ਵੀ ਇਹਦੇ ਪਾਸ ਹੋਣਾ ਕਾਰਨ ਇਹਨਾਂ ਦਾ ਮਾਣ ਕਰਦਾ ਹੈ। ਪਲ ਭੀਤਰ ਤਾ ਕਾ ਹੋਏ ਵਿਨਾਸ਼। ਪਰ ਮਹਾਰਾਜ ਕਹਿੰਦੇ ਹਨ ਪਲ ਭੀਤਰ, ਭੀਤਰ ਕਹੀਏ ਕਿ ਵਿੱਚ, ਕੇਵਲ ਪਲਕ ਮਾਤਰ ਸਮੇਂ ਦੇ ਵਿੱਚ ਹੀ ਸਭ ਦਾ ਵਿਨਾਸ਼ ਹੋ ਜਾਂਦਾ ਹੈ, ਜੇ ਪ੍ਰਮਾਤਮਾ ਨੂੰ ਭਾਵੇ ਤਾਂ। ਇਸ ਪ੍ਰਕਾਰ ਬਹੁ ਲਸਕਰ ਮਾਨੁਖ ਉਪਰ ਕਰੇ ਆਸ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਐ ਜੀਵ ਤੂੰ ਬੜੇ ਵੱਡੇ ਲਸ਼ਕਰ ਦੇ, ਫੌਜ ਦੇ ਭਾਰੀ ਲਸ਼ਕਰ ਤੇ ਆਸ ਲਗਾ ਕਰਕੇ ਬੈਠਾ ਕਿ ਮੈਨੂੰ ਇਹਨਾਂ ਨੇ ਬਚਾ ਲੈਣਾ ਹੈ। ਬੜੇ ਬੜੇ ਮਨੁੱਖ ਪਹਿਲਵਾਨ ਬਾਹੂਬਲੀ ਆਪਣੇ ਪਾਸ ਰੱਖੇ, ਮੈਨੂੰ ਬਚਾ ਲੈਣਗੇ। ਪਰ ਮਹਾਰਾਜ ਕਹਿੰਦੇ ਜੇ ਪਰਮੇਸ਼ਰ ਨੂੰ ਨਹੀਂ ਪਾਇਆ ਤੇ ਪਲਕ ਮਾਤਰ ਸਮੇਂ ਵੀ ਸਭ ਕੁਝ ਤਹਿਸ ਮਹਿਸ ਹੋ ਜਾਵੇਗਾ, ਕਿਸੇ ਵੀ ਬਚਣਾ ਨਹੀਂ ਹੈ, ਸਭ ਨੇ ਨਾਸ਼ ਹੋ ਜਾਣਾ ਹੈ। ਪ੍ਰੀਸ਼ਦ ਰਾਜੇ ਦੇ ਮਨ ਵਿੱਚ ਹੰਕਾਰ ਹੀ ਸੀ ਨਾ, ਬੜੇ ਬੜੇ ਪਹਿਲਵਾਨ ਖੜੇ ਕਰ ਦਿੱਤੇ ਸੀ ਪਹਿਰੇ ਤੇ, ਤਸ਼ਕ ਨਾਗ ਕਿੱਥੋਂ ਆ ਕੇ ਪ੍ਰਵੇਸ਼ ਹੋ ਜਾਵੇਗਾ। ਪਰ ਪਰਮੇਸ਼ਰ ਨੂੰ ਨਹੀਂ ਪਾਇਆ ਤੇ ਕੀੜੀ ਦੇ ਰੂਪ ਧਾਰਨ ਕਰਕੇ ਉਹਦਾ ਅੰਤ ਕਰ ਦਿੱਤਾ ਸੀ। ਇਸ ਪ੍ਰਕਾਰ ਜਿੰਨੇ ਮਰਜੀ ਮਹਾਰਾਜ ਕਹਿੰਦੇ ਉਹ ਤੂੰ ਭਾਰੀ ਫੌਜਾਂ ਦੇ ਲਸ਼ਕਰ ਧਾਰਨ ਕਰ ਲੈ, ਫਿਰ ਜਿੰਨੇ ਮਰਜੀ ਚਾਕਰ ਬਣਾ ਲੈ, ਪਰ ਜੇ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਨਾ ਸੰਸਾਰ ਵਿੱਚ ਰਹਿਣਾ ਭਾਵਦਾ, ਪਲ ਭੀਤਰ ਤਾਕਾ ਹੋਏ ਵਿਨਾਸ਼। ਬਹੁਤਾ ਤਾਂ ਕਿ ਇੱਕ ਪਲ ਦੇ ਵਿੱਚ ਹੀ ਸਭ ਦਾ ਨਾਸ਼ ਹੋ ਜਾਵੇਗਾ। ਜਿਵੇਂ ਮਹਾਰਾਜ ਜੀ ਦਾ ਪਾਵਨ ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ ਨਾ, ਮੇਰੀ ਮੇਰੀ ਕੈਰਮ ਕਰਤੇ ਦੁਰਜੋਧਨ ਸੇ ਭਾਈ, 12 ਜੋਜਨ ਛਤਰ ਚੱਲਿਆ ਥਾ ਦੇਹੀ ਗਿਰਜ ਨਾ ਖਾਈ। 12 ਜੋਜਨ ਤੱਕ ਸਾਧ ਸੰਗਤ ਜੀ ਇੰਨੀ ਲੰਬੀ ਭਾਰੀ ਫੌਜ ਸੀਗੀ। ਮਹਾਰਾਜ ਕਹਿੰਦੇ ਮੇਰੀ ਮੇਰੀ ਕੈਰਮ ਕਰਤੇ, ਕੈਰਮ ਦੇ ਮਨ ਵਿੱਚ ਬੜਾ ਭਾਰੀ ਹੰਕਾਰ ਸੀ। ਦੁਰਜੋਧਨ ਸੇ ਭਾਈ, ਜੇ ਦੁਰਜੋਧਨ ਵਰਗੇ ਵੱਡੇ ਵੱਡੇ ਬਾਹੂਬਲੀ ਸੂਰਮੇ ਜਿਨ੍ਹਾਂ ਦੇ ਭਰਾਤਾ ਸਨ, ਪਰ ਦੇਖ ਲਓ ਉਹਨਾਂ ਦੀ ਹਾਲਤ ਕੀ ਹੋਣਾ ਕੀਤੀ ਹੈ। 12 ਜੋਜਨ ਛਤਰ ਚੱਲਿਆ ਥਾ, ਛਤਰ ਝੁੱਲਦਾ ਸੀ ਸਾਰੇ ਫੌਜ ਦੇ ਉੱਪਰ, ਪਰ ਉਹਨਾਂ ਦੇ ਜਿਹੜੇ ਸਰੀਰ ਸਨ ਗਿਰਜਾਂ ਦੇ ਖਾਣ ਜੋਗੇ ਵੀ ਨਹੀਂ ਰਹਿਣਾ ਕੀਤੇ, ਗਿਰਜਾਂ ਨੇ ਵੀ ਨਹੀਂ ਖਾਣਾ ਕੀਤੇ। ਇਦਾਂ ਦੀ ਮਹਾਰਾਜ ਕਹਿੰਦੇ ਜੇ ਪਰਮੇਸ਼ਰ ਨੂੰ ਨਾ ਭਾਵੇ ਤੇ ਪਲ ਮਾਤਰ ਸਮੇਂ ਵਿੱਚ ਹੀ ਸਭ ਕੁਝ ਨਾਸ਼ ਹੋ ਜਾਂਦਾ ਹੈ। ਜਿਨ੍ਹਾਂ ਫੌਜਾਂ ਦਾ, ਚਾਕਰਾਂ ਦਾ, ਸੇਵਾਦਾਰਾਂ ਦਾ ਮਾਣ ਕਰਦਾ ਹੈ। ਸਭ ਤੇ ਆਪ ਜਾਣੈ ਬਲਵੰਤ। ਜਿਹੜਾ ਜੀਵ ਆਪਣੇ ਆਪ ਨੂੰ ਸਭ ਤੋਂ ਬਲ ਵਾਲਾ ਜਾਣਦਾ ਹੈ, ਭਾਵੇਂ ਤਨ ਦਾ ਬਲ ਹੋਵੇ ਚਾਹੇ ਆਤਮਿਕ ਬਲ ਹੋਵੇ, ਭਾਵੇਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਦਾ ਬਲ ਹੋਵੇ ਕਿ ਮੇਰੇ ਵਰਗਾ ਕੋਈ ਕਰਾਮਾਤੀ ਬਲ ਵਾਲਾ ਨਹੀਂ ਹੈ, ਜਾਂ ਸਰੀਰ ਦੇ ਪੱਖੋਂ ਬਹੁਤਾ ਬਲਵਾਨ ਹੋਵੇ, ਮਹਾਰਾਜ ਕਹਿੰਦੇ ਕਿਸੇ ਪੱਖੋਂ ਵੀ ਤਨ ਕਰਕੇ ਚਾਹੇ ਆਤਮਿਕ ਬਲ ਕਰਕੇ ਹੰਕਾਰ ਕਰਦਾ ਹੈ। ਖਿਨ ਮਹਿ ਹੋਏ ਜਾਏ ਭਸਮੰਤ। ਖਿਨ ਮਾਤਰ ਸਮੇਂ ਵਿੱਚ ਜੀਵ ਭਸਮ ਰੂਪ ਹੋ ਜਾਣ ਵਾਲਾ। ਕਿੰਨੇ ਕਿੰਨੇ ਬਾਹੂਬਲੀ ਸੰਸਾਰ ਦੇ ਅੰਦਰ ਹੋਏ ਹੈ, ਪਰ ਖਿਨ ਮਾਤਰ ਸਮੇਂ ਵਿੱਚ ਹੀ ਸਾਧ ਸੰਗਤ ਜੀ ਉਹਨਾਂ ਨੇ ਭਸਮ ਰੂਪ ਦੇ ਵਿੱਚ ਹੋ ਜਾਣਾ ਕੀਤਾ। ਸਰੀਰ ਕਰਕੇ ਤਾਂ ਕੋਈ ਨਹੀਂ ਨਾ ਸੰਸਾਰ ਦੇ ਅੰਦਰ ਰਿਹਾ, ਸਰੀਰ ਕਰਕੇ ਤਾਂ ਕਿਸੇ ਦਾ ਵੀ ਰਹਿਣਾ ਬਣਦਾ ਨਹੀਂ, ਤੇ ਫਿਰ ਹੰਕਾਰ ਕਿਸ ਗੱਲ ਦਾ ਕਰਦਾ ਹੈ। ਠੀਕ ਹੈ, ਕੋਈ ਅੱਜ ਤੁਰਿਆ ਜਾ ਰਿਹਾ, ਕੋਈ ਕੱਲ ਜਾ ਰਿਹਾ, ਪਰ ਅਸਲ ਦੇ ਵਿੱਚ ਹੈ ਇਹ ਸੰਸਾਰ ਚੱਲੋ ਚੱਲੀ ਦਾ ਮੇਲਾ ਹੈ, ਸਦਾ ਵਾਸਤੇ ਕਿਸੇ ਦਾ ਵੀ ਰਹਿਣਾ ਨਹੀਂ ਬਣਦਾ। ਮਹਾਰਾਜ
ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਐ ਗੁਰ ਸਿੱਖੋ, ਜਿਹੜਾ ਜੀਵ ਹੰਕਾਰ ਕਰਦਾ ਨਾ, ਸਭ ਤੇ ਆਪ ਜਾਣੈ ਬਲਵੰਤ, ਖਿਨ ਮਹਿ ਹੋਏ ਜਾਏ ਭਸਮੰਤ। ਉਹ ਖਿਨ ਮਾਤਰ ਸਮੇਂ ਵਿੱਚ ਹੀ ਭਸਮ ਰੂਪ ਸਵਾ ਰੂਪ ਦੇ ਵਿੱਚ ਹੋ ਜਾਣ ਵਾਲਾ ਹੈ। ਕਿਸੈ ਨਾ ਬਦੈ ਆਪ ਅਹੰਕਾਰੀ। ਜਿਹੜਾ ਜੀਵ ਕਿਸੇ ਨੂੰ ਵਰਦਾ ਨਹੀਂ, ਕੁਝ ਵੀ ਨਹੀਂ ਜਾਣਦਾ ਤੇ ਆਪ ਹੀ ਹੰਕਾਰੀ ਹੋਈ ਬੈਠਦਾ ਹੈ ਕਿ ਬਸ ਮੈਂ ਹੀ ਮੈਂ ਹਾਂ, ਹੋਰ ਕੋਈ ਦੂਜਾ ਨਹੀਂ ਹੈ। ਮੇਰੇ ਵਰਗਾ ਨਾ ਤੇ ਗੁਣਾ ਕਰਕੇ ਮੇਰੇ ਕੋਈ ਬਰਾਬਰ ਹੈ, ਨਾ ਗਿਆਨ ਕਰਕੇ ਮੇਰੇ ਕੋਈ ਸਮਸਤ ਹੈ, ਨਾ ਸਿਆਣਪਾ ਕਰਕੇ, ਨਾ ਚਤੁਰਾਈਆਂ ਚਲਾਕੀਆਂ ਕਰਕੇ। ਕਿਸੇ ਪੱਖੋਂ ਵੀ ਮਹਾਰਾਜ ਕਹਿੰਦੇ ਹਰ ਸਮੇਂ ਹੰਕਾਰ ਹੀ ਕਰਦਾ ਰਹਿੰਦਾ ਕਿ ਕਿਸੇ ਪੱਖੋਂ ਵੀ ਮੇਰੇ ਸਮਸਤ ਕੋਈ ਵੀ ਸੰਸਾਰ ਦੇ ਅੰਦਰ ਨਹੀਂ ਹੈ। ਕਿਸੇ ਨਾ ਬਦੈ ਆਪ ਅਹੰਕਾਰੀ, ਆਪ ਹੀ ਬਾਰ-ਬਾਰ ਆਪੇ ਬਣ ਕੇ ਹੰਕਾਰ ਹੀ ਕਰਦਾ ਹੈ। ਧਰਮ ਰਾਏ ਤਿਸ ਕਰੇ ਖੁਆਰੀ। ਅੰਤ ਸਮੇਂ ਉਹ ਹੰਕਾਰੀ ਜੀਵ ਨੂੰ ਧਰਮ ਰਾਜਾ ਖੱਜਲ ਖੁਆਰ ਕਰਦਾ ਹੈ। ਇੱਕ ਜੂਨ ਦੇ ਵਿੱਚ ਨਹੀਂ, ਪਤਾ ਨਹੀਂ ਕਿੰਨੀਆਂ ਕੁ ਜੂਨਾਂ ਵਿੱਚ ਬਾਰ-ਬਾਰ ਖੁਆਰ ਕਰਦਾ ਹੈ। ਬਾਰ-ਬਾਰ ਉਹ ਜੀਵ ਨੂੰ ਖੱਜਲ ਖੁਆਰ ਹੋਣਾ ਪੈਂਦਾ ਜਿਹੜਾ ਹੰਕਾਰ ਕਰਦਾ ਹੈ। ਜਿਵੇਂ ਟੋਡੀ ਰਾਗ ਵਿੱਚ ਮਹਾਰਾਜ ਜੀ ਦਾ ਫਰਮਾਨ ਆਉਂਦਾ ਹੈ ਨਾ, ਜਿਹੜਾ ਜੀਵ ਪਰਮੇਸ਼ਰ ਨੂੰ ਭੁਲਾ ਦਿੰਦਾ ਹੈ, ਹਰ ਬਿਸਰਤ ਸਦਾ ਖੁਆਰੀ, ਉਹਦੇ ਪੱਲੇ ਸਦੀਵੀ ਕਾਲ ਦੀ ਖੱਜਲ ਖੁਆਰੀ ਰਹਿ ਜਾਂਦੀ ਹੈ, ਉਹਨੂੰ ਕਦੇ ਵੀ ਟਿਕਾਊ ਨਹੀਂ ਪ੍ਰਾਪਤ ਹੁੰਦਾ। ਧਰਮ ਰਾਜਾ ਬਾਰ-ਬਾਰ ਮਹਾਰਾਜ ਕਹਿੰਦੇ ਉਹਨੂੰ ਖੁਆਰ ਕਰਦਾ ਹੈ, ਬਾਰ-ਬਾਰ ਜੂਨਾਂ ਵਿੱਚ, ਕਦੇ ਨਰਕਾਂ ਵਿੱਚ, ਕਦੇ 84 ਦੀ ਗੇੜੇ ਵਿੱਚ, ਬਾਰ-ਬਾਰ ਉਹ ਜੀਵ ਨੂੰ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਣਾ ਪੈਂਦਾ ਹੈ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ। ਹਜੂਰ ਕਹਿੰਦੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਜਿਸ ਜੀਵ ਦਾ ਹਿਰਦੇ ਦਾ ਅਭਿਮਾਨ ਹੰਕਾਰ ਮਿਟ ਜਾਂਦਾ ਹੈ, ਸੋ ਜਨ ਨਾਨਕ ਦਰਗਹਿ ਪਰਵਾਨ। ਉਹ ਪਰਮੇਸ਼ਰ ਦਾ ਦਾਸ ਬਣ ਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਉਹ ਜੀਵ ਦੀ ਪ੍ਰਵਾਨਗੀ ਹੁੰਦੀ ਜਿਹੜਾ ਨਿਰਹੰਕਾਰ ਹੁੰਦਾ, ਕਿਉਂਕਿ ਹਰ ਜੀਉ ਅਹੰਕਾਰ ਨਾ ਭਾਵਈ, ਪਰਮਾਤਮਾ ਨੂੰ ਹੰਕਾਰ ਨਹੀਂ ਭਾਵਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਪਿੱਠ ਕਿੰਨਾ ਲੋਕਾਂ ਵੱਲ ਹੁੰਦੀ ਹੈ। ਹਜੂਰ ਕਹਿੰਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਿਨ੍ਹਾਂ ਨੇ ਨਿਮਰਤਾਵਾਨ ਹੋ ਕੇ ਵਾਹਿਗੁਰੂ ਦਾ ਨਾਮ ਜਪਿਆ, ਉਹਨਾਂ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੁਖ ਹੈ। ਜਿਹੜੇ ਹੰਕਾਰੀ ਹੈ, ਨਿੰਦਕ ਹਨ, ਤਿਨਾਂ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਿੱਠ ਹੈ। ਉਹ ਸਤਿਗੁਰੂ ਜੀ ਦੀਆਂ ਖੁਸ਼ੀਆਂ ਨਹੀਂ ਕਦੇ ਵੀ ਪ੍ਰਾਪਤ ਕਰ ਸਕਦੇ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਨੇ ਗਰੀਬੀ ਬਖਸ਼ਿਸ਼ ਕੀਤੀ, ਨਿਰਹੰਕਾਰ ਕਰ ਦਿੱਤਾ, ਸਤਿਗੁਰੂ ਜੀ ਕਹਿੰਦੇ ਹਨ, ਸੋ ਜਨ ਨਾਨਕ ਦਰਗਹਿ ਪਰਵਾਨ। ਉਹ ਪਰਮੇਸ਼ਰ ਦਾ ਦਾਸ ਬਣ ਗਿਆ, ਉਹ ਨਿਮਰਤਾਵਾਨ ਹੋ ਕੇ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਗਿਆ ਹੈ। ਕੋਟ ਕਰਮ ਕਰੈ ਹਉ ਧਾਰੇ। ਕੋਟ ਕਰਮ ਕਰੈ ਹਉ ਧਾਰੇ, ਕਰੈ ਤੇ ਵਿਸਰਾਮ ਹੈ। ਮਹਾਰਾਜ ਕਹਿੰਦੇ ਭਾਵੇਂ ਕਰੋੜਾਂ ਹੀ ਸੰਸਾਰ ਦੇ ਕਰਮ ਕਾਂਡ ਕਰਦਾ ਹੈ, ਕਰੋੜਾਂ ਹੀ ਭਾਵੇਂ ਜਾਪ ਕਰਦਾ, ਕਰੋੜਾਂ ਪ੍ਰਕਾਰ ਦੇ ਤਪ ਸਾਧਨਾ ਸਾਧਦਾ, ਪਰ ਮਹਾਰਾਜ ਕਹਿੰਦੇ ਉਹਦੇ ਹਉ ਕਰੈ, ਮਨ ਵਿੱਚ ਹੰਕਾਰ ਕਰਦਾ। ਭਾਵੇਂ ਕਰੋੜਾਂ ਰੁਪਈਏ ਦਾਨ ਪੁੰਨ ਵੀ ਕਰਦਾ ਹੈ, ਪਰ ਜੇ ਉਹਦਾ ਹੰਕਾਰ ਕਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਕੋਈ ਵੀ ਤੈਨੂੰ ਅਜੀਬ ਲਾਭ ਨਹੀਂ ਪ੍ਰਾਪਤ ਹੋਣ ਵਾਲਾ। ਕੋਟ ਕਰਮ ਕਰੈ ਹਉ ਧਾਰੇ, ਹਜੂਰ ਫਰਮਾਉਂਦੇ ਆ, ਸ਼ਰਮ ਪਾਵੈ ਸਗਲੇ ਬਿਰਥਾਰੇ। ਜ਼ਿੰਦਗੀ ਵਿੱਚ ਜਾਣੋ ਕਿ ਉਹ ਜੀਵ ਇਕੱਲੀ ਥਕਾਵਟ ਹੀ ਪ੍ਰਾਪਤ ਕਰਦਾ ਹੈ। ਜਿਹੜੇ ਚੰਗੇ ਕਰਮ ਕਰਕੇ ਵੀ ਉਹਨਾਂ ਦਾ ਹੰਕਾਰ ਕਰਦਾ ਹੈ, ਉਹਦੇ ਪੱਲੇ ਜਾਣੋ ਕੇਵਲ ਤਾਂ ਕੇਵਲ ਜ਼ਿੰਦਗੀ ਵਿੱਚ ਥਕਾਵਟ ਹੈ, ਹੋਰ ਕੁਝ ਨਹੀਂ ਹੈ। ਜ਼ਿੰਦਗੀ ਪਰ ਕਦੇ ਪੁੱਠਾ ਲਟਕਦਾ, ਕਦੇ ਕਪਾਲੀ ਆਸਣ ਲਾਵਦਾ, ਕਦੇ ਧੂਣੀਆਂ ਤਾਵਦਾ, ਕਦੇ ਜਲ ਧਾਰਾਂ ਕਰਦਾ, ਕਦੇ ਪੁੱਠਾ ਲਟਕ ਜਾਂਦਾ। ਇਸ ਪ੍ਰਕਾਰ ਭਾਵੇਂ ਮਹਾਰਾਜ ਕਹਿੰਦੇ ਕਰੋੜਾਂ ਹੀ ਤਰ੍ਹਾਂ ਦੇ ਜੀਵ ਕਰਮ ਕਰਦਾ, ਕਰੋੜਾਂ ਹੀ ਭਾਵੇਂ ਕਰਮ ਕਾਂਡ ਕਰਨ ਦੇ ਵਿੱਚ ਲੱਗਾ ਰਹਿੰਦਾ, ਪਰ ਪੱਲੇ ਕੀ ਪੈਂਦਾ? ਹੰਕਾਰ ਕਰਨੇ ਕਰਕੇ ਕੇਵਲ ਥਕਾਵਟ। ਜ਼ਿੰਦਗੀ ਦੇ ਵਿੱਚ ਫਿਰ ਥੱਕ ਹਾਰ ਜਾਂਦਾ, ਫਿਰ ਪਛਤਾਤਾਪ ਕਰਦਾ, ਫਿਰ ਬਾਰ-ਬਾਰ ਝੂਰਦਾ ਮੱਥੇ ਤੇ ਹੱਥ ਮਾਰ ਕਰਕੇ, ਉਹ ਮਨਾ ਮੈਂ ਤਾਂ ਜ਼ਿੰਦਗੀ ਐਵੇਂ ਇਸੇ ਤਰ੍ਹਾਂ ਲੰਘਾ ਦਿੱਤੀ, ਮੈਂ ਤੇ ਪਰਮੇਸ਼ਰ ਦਾ ਭਜਨ ਹੀ ਨਾ ਕਰ ਸਕਿਆ, ਐਵੇਂ ਵਹਿਮਾਂ ਭਰਮਾਂ ਵਿੱਚ ਲੱਗ ਕੇ ਹੀ ਆਪਣਾ ਜੀਵਨ ਅਜਾਈਂ ਗੁਜ਼ਾਰ ਦਿੱਤਾ।
ਬਾਅਦ ਵਿੱਚ ਜੀਵ ਪਛਤਾਤਾਪ ਕਰਦਾ ਹੈ। ਇਸ ਕਰਕੇ ਮਹਾਰਾਜ ਹਜੂਰ ਕਹਿੰਦੇ ਹਨ ਕਿ ਜਿਹੜਾ ਜੀਵ ਦਾਨ ਪੁੰਨ ਕਰਕੇ ਵੀ ਉਹਦਾ ਹੰਕਾਰ ਕਰਦਾ, ਉਹ ਜਾਣੋ ਕਿ ਹਾਥੀ ਦੇ ਇਸ਼ਨਾਨ ਕਰਨ ਦੀ ਤਰ੍ਹਾਂ ਹੈ। ਗੰਗਾ ਦਾ ਜਲ ਪਵਿੱਤਰ ਮੰਨਿਆ ਜਾਂਦਾ ਹੈ ਤੇ ਸਾਧ ਸੰਗਤ ਜੀ ਉਹ ਭਾਵੇਂ ਪਵਿੱਤਰ ਜਲ ਲਿਆ ਕੇ ਵੀ ਹਾਥੀ ਦਾ ਇਸ਼ਨਾਨ ਕਰਾ ਦਈਏ, ਫਿਰ ਵੀ ਆਪਣੇ ਸਿਰ ਖੇ ਪਾਉਂਦਾ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਨ ਕੀਤਾ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਤਰੈ ਗੁਮਾਨ, ਨਾਨਕ ਨੇ ਫਲ ਜਾਤ ਤਿਹ, ਜਿਉ ਕੁੰਚਰ ਇਸ਼ਨਾਨ। ਉਹ ਫਿਰ ਹਾਥੀ ਦੇ ਨਹਾਉਣ ਦੀ ਤਰ੍ਹਾਂ ਜਿਹੜਾ ਦਾਨ ਪੁੰਨ ਕਰਕੇ ਵੀ ਹੰਕਾਰ ਕਰਦਾ ਹੈ। ਇਸ ਕਰਕੇ ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਜਾਣ ਕਿ ਉਹਦੇ ਪੱਲੇ ਇਹ ਕੀਤੇ ਹੋਏ ਵਿਸਥਾਰ ਦਾ, ਗੁਣਾ ਦਾ, ਹੰਕਾਰ ਦਾ ਥਕਾਵਟ ਹੀ ਪੈਣਾ ਕਰਦੀ ਹੈ। ਉਹ ਸੰਸਾਰ ਦੇ ਅੰਦਰ ਬਾਰ-ਬਾਰ ਥੱਕਦਾ ਹਾਰਦਾ ਹੀ ਰਹਿੰਦਾ ਹੈ। ਅਨਿਕ ਤਪੱਸਿਆ ਕਰੇ ਅਹੰਕਾਰ, ਬਹੁਤੀ ਜ਼ਿੰਦਗੀ ਵਿੱਚ ਭਾਵੇਂ ਤਪੱਸਿਆ ਵੀ ਕਰਦਾ ਹੈ, ਬੜੀ ਤਪ ਸਾਧਨਾ ਸਾਰਦਾ ਕਿ ਮੇਰੇ ਵਰਗਾ ਕੋਈ ਤਪਸਵੀ ਨਹੀਂ ਹੈ। ਤਪ ਸਾਧਨਾ ਕਰਕੇ ਫਿਰ ਉਹਦਾ ਹੰਕਾਰ ਕਰਦਾ ਕਿ ਕੌਣ ਹੈ ਸੰਸਾਰ ਦੇ ਅੰਦਰ ਜਿਹੜੀਆਂ ਚਾਰ ਧੂਣੀਆਂ ਆਸੇ ਪਾਸੇ ਤਾ ਕੇ ਤਨ ਦੇ ਉੱਪਰ ਕੋਈ ਕੱਪੜਾ ਵੀ ਨਾ ਪਹਿਨਣਾ, ਫਿਰ ਪੰਜਵੀਂ ਧੂਣੀ ਸਾਧ ਸੰਗਤ ਜੀ ਸੂਰਜ ਦੀ ਮਨ ਕਰਕੇ ਸਿਖਰ ਦੁਪਹਿਰੇ ਬੈਠ ਜਾਣਾ, ਫਿਰ ਕਹਿਣਾ ਕਿ ਮੇਰੇ ਵਰਗਾ ਕੌਣ ਹੈ ਜਿਹੜਾ ਤਪਸਵੀ ਹੈ। ਮੈਂ ਤਪ ਸਾਧਨਾ ਕਰਦਾ, ਜਿਸ ਧੁੱਪ ਦੇ ਵਿੱਚ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ, ਉਸ ਸਮੇਂ ਧੁੱਪੇ ਸਿਖਰ ਦੁਪਹਿਰ ਦੇ ਵਿੱਚ ਬੈਠਦਾ, ਫਿਰ ਚੌਹਾਂ ਪਾਸਿਆਂ ਤੇ ਧੂਣੀਆਂ ਵੀ ਤਾ ਲੈਣਾ ਕਰਦਾ। ਇਹ ਮਹਾਰਾਜ ਹਜੂਰ ਕਹਿੰਦੇ ਅਨਿਕ ਤਪੱਸਿਆ ਕਰੇ ਅਹੰਕਾਰ। ਫਿਰ ਤਪੱਸਿਆ ਵੀ ਇੱਕ ਪ੍ਰਕਾਰ ਦੀ ਨਹੀਂ, ਅਨੇਕਾਂ ਤਰ੍ਹਾਂ ਕਰਕੇ ਕਰਦਾ ਹੈ। ਫਿਰ ਕੀਤੀ ਹੋਈ ਤਪੱਸਿਆ ਦਾ, ਤਪ ਸਾਧਨਾ ਦਾ ਮਨ ਵਿੱਚ ਹੰਕਾਰ ਕਰਦਾ। ਨਰਕ ਸੁਰਗ ਫਿਰ ਫਿਰ ਅਵਤਾਰ, ਉਹ ਜੀਵ ਕਦੇ ਨਰਕਾਂ ਵਿੱਚ ਚਲਾ ਜਾਂਦਾ ਹੈ ਅਤੇ ਕਦੇ ਸਵਰਗਾਂ ਦੇ ਵਿੱਚ। ਪੁੰਨ ਕਰਮਾਂ ਦੇ ਫਲ ਕਰਕੇ ਸਵਰਗਾਂ ਵਿੱਚ ਚਲਾ ਜਾਂਦਾ ਹੈ, ਤੇ ਫਿਰ ਜਦੋਂ ਪੁੰਨ ਕਰਮ ਨਾਸ਼ ਹੋ ਜਾਂਦੇ, ਜਿਵੇਂ ਪਹਾੜ ਦੇ ਉੱਪਰੋਂ ਵੱਟਾ ਸੁੱਟੀ ਦਾ ਨਾ ਧਰਤੀ ਦੇ ਵਾਲੇ ਪਾਸੇ, ਇਦਾਂ ਧਰਤੀ ਤੇ ਆ ਕਰਕੇ ਡਿੱਗਦਾ ਹੈ। ਜਿਵੇਂ ਸਾਧ ਸੰਗਤ ਜੀ ਜੁਜਾਤੀ ਰਾਜੇ ਨੇ ਕਿੰਨਾ ਯਤਨ ਕੀਤਾ ਸੀ, 101 ਜਗ ਕੀਤਾ, ਔਰ ਸਾਧ ਸੰਗਤ ਜੀ ਸਵਰਗਾਂ ਵਿੱਚ ਭਾਵੇਂ ਚਲਾ ਵੀ ਗਿਆ, ਪਰ ਹੰਕਾਰ ਕਰਨੇ ਕਰਕੇ ਫਿਰ ਮਾਤ ਲੋਕ ਤੇ ਆ ਕਰਕੇ ਡਿੱਗਾ ਸੀ। ਪੁੰਨ ਕਰਮਾਂ ਦੇ ਫਲ ਕਰਕੇ ਸਵਰਗਾਂ ਦੀ ਪ੍ਰਾਪਤੀ ਤਾਂ ਹੋ ਜਾਂਦੀ ਹੈ, ਪਰ ਮਹਾਰਾਜ ਕਹਿੰਦੇ ਫਿਰ ਮਾਤ ਲੋਕ ਤੇ ਆ ਕਰਕੇ ਡਿੱਗਣਾ ਪੈਂਦਾ। ਜਦੋਂ ਤੱਕ ਵਾਹਿਗੁਰੂ ਦੀ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ, ਭਾਵੇਂ ਬ੍ਰਹਮਪੁਰੀ ਵਿੱਚ ਚਲਾ ਜਾਵੇ, ਭਾਵੇਂ ਵਿਸ਼ਨਪੁਰੀ ਵਿੱਚ ਚਲਾ ਜਾਵੇ, ਭਾਵੇਂ ਇੰਦਰ ਲੋਕ ਵਿੱਚ ਚਲਾ ਜਾਵੇ, ਪਰ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋਣੇ ਤੋਂ ਬਿਨਾਂ ਇਹ ਜੀਵ ਤੈਨੂੰ ਫਿਰ ਸੰਸਾਰ ਦੀਆਂ ਜੂਨਾਂ ਵਿੱਚ ਪੈਣਾ ਹੀ ਪਵੇਗਾ। ਇਸ ਕਰਕੇ ਪਾਤਸ਼ਾਹ ਹਜੂਰ ਆਖ ਰਹੇ ਹੈ, ਨਰਕ ਸੁਰਗ ਫਿਰ ਫਿਰ ਅਵਤਾਰ। ਅਵਤਾਰ ਕਹੀਏ ਕਿ ਉਤਰ ਕੇ ਆਵਣਾ ਪੈਂਦਾ, ਭਾਵੇਂ ਸਵਰਗਾਂ ਵਿੱਚ ਵੀ ਕਹਿੰਦੇ ਕੋਈ ਪੌੜੀ ਲਾ ਕੇ ਚੜ ਜਾਵੇ, ਪੁੰਨਾਂ ਦੇ ਫਲ ਕਰਕੇ ਚਲਾ ਜਾਵੇ, ਫਿਰ ਮਾਤ ਲੋਕ ਤੇ ਜੀਵ ਨੂੰ ਆਉਣਾ ਪੈਂਦਾ ਹੈ, ਫਿਰ ਟੇਢੀਆਂ ਜੂਨਾਂ ਵਿੱਚ ਹੀ ਭਟਕਣਾ ਪੈਂਦਾ ਹੈ। ਅਨਿਕ ਯਤਨ ਕਰ ਆਤਮ ਨਹੀਂ ਦਰਵੈ, ਭਾਵੇਂ ਬਹੁਤੇ ਇਹ ਜੀਵ ਯਤਨ ਕਰਦਾ ਹੈ, ਪਰ ਜਿਹੜੀ ਆਤਮਾ ਹੈ ਫਿਰ ਵੀ ਦਰਵਦੀ ਨਹੀਂ ਹੈ। ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨ ਦੇ ਵਾਸਤੇ ਮਨ ਪਸੀਜਦਾ ਹੀ ਨਹੀਂ, ਮਨ ਮੰਨਦਾ ਹੀ ਨਹੀਂ ਕਿ ਮੈਂ ਰੱਬ ਦਾ ਨਾਮ ਜਪਾਂ, ਮਨ ਮੰਨਦਾ ਨਹੀਂ ਕਿ ਮਹਾਰਾਜ ਦੀ ਪਿਆਰੀ ਸਤ ਸੰਗਤ ਕਰਿਆ ਕਰਾ। ਹਰ ਦਰਗ ਹੈ ਕਾਹੂ ਕੈਸੇ ਗਵੈ, ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਐ ਗੁਰਸਿੱਖੋ, ਫਿਰ ਐਸੇ ਜੀਵ ਦੀ ਭਲਾ ਕਿਵੇਂ ਪ੍ਰਮਾਤਮਾ ਦੇ ਦਰ ਤੇ ਗਮਤਾ ਹੋ ਸਕਦੀ ਹੈ? ਦੱਸੋ ਖਾਂ, ਉਹ ਭਲਾ ਕਿਵੇਂ ਪ੍ਰਮਾਤਮਾ ਦੇ ਘਰ ਪਹੁੰਚ ਸਕਦਾ ਹੈ? ਕਿਵੇਂ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਕਰ ਸਕਦਾ ਹੈ? ਇਹ ਨਾਮੁਮਕਿਨ ਹੈ। ਹਰ ਦਰਗਹਿ ਕਹੁ ਕੈਸੇ ਗਾਵੈ, ਕਿਵੇਂ ਗਾਵੈ ਗਮਨ ਕਰੇਗਾ? ਉਹ ਕਿਵੇਂ ਪ੍ਰਮਾਤਮਾ ਦੇ ਘਰ ਦੇ ਵਿੱਚ ਪਹੁੰਚੇਗਾ? ਕੇਵਲ ਇੱਕੋ ਇੱਕ ਤਰੀਕਾ ਹੈ ਪਰਮੇਸ਼ਰ ਦੇ ਨਾਮ ਦਾ। ਨਾਮੀ ਪਰਮਾਤਮਾ ਦੀ ਅਭੇਦਤਾ ਪਾਉਣ ਦੇ ਲਈ ਜੀਵ ਦੀ ਕੋਲ ਨਾਮ ਹੋਣਾ ਜ਼ਰੂਰੀ ਹੈ। ਜਿਵੇਂ ਕਿਸੇ ਬਾਦਸ਼ਾਹ ਨੂੰ ਮਿਲਣਾ ਹੋਵੇ, ਉਹਦਾ ਨਾਮ ਨਾ ਪਤਾ ਹੋਵੇ, ਤੇ ਸਾਧ ਸੰਗਤ ਜੀ ਉਹਦਾ ਪਤਾ ਐਡਰੈਸ
ਪੁੱਛ ਪਛਾ ਕੇ ਆਖਰਕਾਰ ਕਿਸੇ ਨਾ ਕਿਸੇ ਸਮੇਂ ਬੰਦਾ ਪਹੁੰਚ ਹੀ ਜਾਂਦਾ ਹੈ। ਪਹੁੰਚ ਜਾਂਦਾ ਹੈ ਨਾ। ਤੇ ਜੇ ਨਾਮ ਹੀ ਨਾ ਪਤਾ ਹੋਊਗਾ ਤੇ ਕੀ ਪੁੱਛੂਗਾ, ਉਹਦੇ ਪੱਲੇ ਭਟਕਣਾ ਹੀ ਹੈ ਨਾ। ਜੇ ਪੁੱਛਣ ਲੱਗੂਗਾ ਕਿ ਮੈਂ ਬਾਦਸ਼ਾਹ ਕੋ ਜਾਣਾ ਤੇ ਸਾਧ ਸੰਗਤ ਜੀ ਉਹਦਾ ਨਾਮ ਹੀ ਨਾ ਪਤਾ ਹੋਊਗਾ, ਉਹਦੇ ਪੱਲੇ ਭਟਕਣਾ ਹੀ ਹੈ। ਦੱਸਣ ਵਾਲਾ ਵੀ ਦੱਸ ਨਹੀਂ ਸਕੇਗਾ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿਸ ਜੀਵ ਦੇ ਹਿਰਦੇ ਅੰਦਰ ਨਾਮ ਹੈ ਉਹ ਬਾਦਸ਼ਾਹ ਨਾਮੀ ਪਰਮਾਤਮਾ ਦੇ ਕੋਲ ਆਖਰਕਾਰ ਪਹੁੰਚ ਹੀ ਜਾਣਾ ਕਰਦਾ। ਇੱਕ ਨਾ ਇੱਕ ਦਿਨ ਵਾਹਿਗੁਰੂ ਨੂੰ ਪਾ ਹੀ ਲੈਂਦਾ ਜੇ ਪਿਆਰ ਦੇ ਵਿੱਚ ਭਿੱਜ ਕੇ ਰੱਬ ਦਾ ਨਾਮ ਜਪਦਾ ਹੈ। ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਪਰ ਜਿਹੜੇ ਜੀਵ ਨੇ ਪਰਮੇਸ਼ਰ ਨੂੰ ਕਦੇ ਯਾਦ ਹੀ ਨਹੀਂ ਕੀਤਾ, ਜਿਸ ਦਾ ਮਨ ਮੰਨਦਾ ਹੀ ਨਹੀਂ ਰੱਬ ਦਾ ਨਾਮ ਜਪਣ ਦੇ ਲਈ, ਗੁਰੂ ਵਾਲਾ ਬਣਨ ਦੇ ਲਈ, ਮਹਾਰਾਜ ਦੀ ਪਿਆਰੀ ਸਤ ਸੰਗਤ ਕਰਨ ਦੇ ਲਈ, ਹਰ ਦਰਗਹ ਕਹੋ ਕੈਸੇ ਗਾਵੈ। ਦੱਸੋ ਭਲਾ ਕਿਵੇਂ ਗਮਨ ਕਰੇਗਾ, ਉਹ ਕਿਵੇਂ ਪਰਮਾਤਮਾ ਤੱਕ ਪਹੁੰਚ ਸਕੇਗਾ। ਆਪਸ ਕਉ ਜੋ ਭਲਾ ਕਹਾਵੈ। ਜਿਹੜਾ ਜੀਵ ਆਪਣੇ ਆਪ ਨੂੰ ਕਹਿੰਦਾ ਕਿ ਮੇਰੇ ਵਰਗਾ ਕੋਈ ਭਲਾ ਨਹੀਂ ਸੰਸਾਰ ਦੇ ਅੰਦਰ, ਆਪ ਹੀ ਕਈ ਕਹਾਈ ਜਾਂਦਾ ਕਿ ਮੈਂ ਹੀ ਸਭ ਤੋਂ ਭਲਾ ਹਾਂ, ਮੈਂ ਹੀ ਸਭ ਤੋਂ ਚੰਗਾ ਹਾਂ। ਅਸੀਂ ਸਾਰੇ ਕਹਿੰਦੇ ਸਾਧ ਸੰਗਤ ਜੀ ਕਿ ਸਾਡੇ ਵਰਗਾ ਕੌਣ ਹੈ ਜਿਹੜਾ ਭਲਾ ਹੈ। ਮੈਂ ਹੀ ਬਹੁਤੇ ਭਲੇ ਕੰਮ ਕਰਦਾ ਸੀ, ਸਾਰੇ ਦਾਅਵਾ ਕਰਦੇ ਆ। ਕੋਈ ਮੰਨਦਾ ਸਾਡੇ ਚੋਂ ਜਿਹੜਾ ਕਹਿੰਦਾ ਹੋਵੇ ਕਿ ਮੇਰੇ ਵਰਗਾ ਬੁਰਾ ਕੋਈ ਨਹੀਂ ਸੰਸਾਰ ਦੇ ਅੰਦਰ। ਮਹਾਰਾਜ ਕਹਿੰਦੇ ਕੋਈ ਵਿਰਲਾ ਹੀ ਹੈ। ਪਰਮਾਤਮਾ ਜਿਸ ਹਿਰਦੇ ਅੰਦਰ ਗਰੀਬੀ ਨਿਮਰਤਾ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਭਲਾ ਹੁੰਦਾ ਹੋਇਆ ਵੀ ਉਹ ਬੁਰਾ ਅਖਵਾਉਂਦਾ ਹੈ, ਗੁਣਵਾਨ ਹੁੰਦਾ ਹੋਇਆ ਵੀ ਔਗਣਹਾਰਾ ਅਖਵਾਉਂਦਾ ਹੈ, ਗਿਆਨਵਾਨ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਅਗਿਆਨੀ ਸਮਝਦਾ ਹੈ, ਭਲਾ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਬੁਰਾ ਮੰਨੀ ਜਾਂਦਾ ਹੈ। ਮਹਾਰਾਜ ਕਹਿੰਦੇ ਇਹ ਅਸਲ ਦੇ ਵਿੱਚ ਹਿਰਦੇ ਦੀ ਗਰੀਬੀ ਹੈ। ਇਹ ਉਹ ਪਰਉਪਕਾਰੀ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਅਕਿਰਤ ਕਣ ਮੰਨਦਾ ਹੈ। ਮਹਾਰਾਜ ਮੇਰੇ ਵਰਗਾ ਕੋਈ ਅਕਿਰਤ ਕਣ ਤੇ ਪਾਪੀ ਸੰਸਾਰ ਦੇ ਅੰਦਰ ਨਹੀਂ ਹੈ। ਮੇਰੇ ਵਰਗਾ ਕੋਈ ਚੋਰ, ਮੇਰੇ ਵਰਗਾ ਜੁਆਰੀ ਕੋਈ ਨਹੀਂ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ ਹੈ, ਇਹ ਅੰਦਰ ਦੀ ਨਿਮਰਤਾ ਹੈ। ਗਰੀਬ ਨਵਾਜ ਸਤਿਗੁਰੂ ਜੀ ਆਖ ਰਹੇ ਹੈ, ਆਪ ਸਕਾਓ ਜੋ ਭਲਾ ਕਹਾਵੈ। ਪਰ ਜਿਹੜਾ ਜੀਵ ਆਪਣੇ ਆਪ ਹੀ ਅਖਵਾਈ ਜਾਵੇ ਕਿ ਮੇਰੇ ਵਰਗਾ ਭਲਾ ਕੌਣ ਹੈ ਸੰਸਾਰ ਦੇ ਅੰਦਰ, ਜਿਹੜਾ ਮੇਰੇ ਵਰਗਾ ਕੋਈ ਚੰਗਾ ਹੋਵੇ ਕੋਈ ਨਹੀਂ ਸੰਸਾਰ ਦੇ ਅੰਦਰ। ਤਿਸ ਹੈ ਭਲਾਈ ਨਿਕਟ ਨਾ ਆਵੈ। ਪਰ ਮਹਾਰਾਜ ਕਹਿੰਦੇ ਵਾਸਤਵ ਦੇ ਵਿੱਚ ਇਹ ਨਿਸ਼ਚੈ ਕਰਕੇ ਜਾਣੋ ਕਿ ਭਲਾਈ ਉਹਦੇ ਨੇੜੇ ਨਹੀਂ ਆਉਂਦੀ ਜਿਹੜਾ ਆਪਣੇ ਆਪ ਨੂੰ ਭਲਾ ਮੰਨਦਾ। ਹੰਕਾਰ ਹੋਣੇ ਕਰਕੇ ਭਲਾਈ ਨਹੀਂ ਉਹਦੇ ਨੇੜੇ ਆਵਣਾ ਕਰਦੀ। ਤਿਸ ਇਹ ਭਲਾਈ ਨਿਕਟ ਨਾ ਆਵੇ। ਪਰ ਜਿਵੇਂ ਭਗਤ ਰਸਨਾ ਦੁਆਰਾ ਮਹਾਰਾਜ ਜੀ ਨੇ ਫਰਮਾਨ ਕੀਤਾ ਨਾ, ਕਬੀਰ ਹਮ ਤੇ ਸਭ ਭਲੇ, ਹਮ ਤਜ ਭਲੋ ਸਭ ਕੋਏ। ਕਬੀਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਸਾਡੇ ਨਾਲੋਂ ਹਰ ਕੋਈ ਮਹਾਰਾਜ ਭਲਾ ਹੈ, ਸਾਡੇ ਵਰਗਾ ਬੁਰਾ ਕੋਈ ਨਹੀਂ ਸੰਸਾਰ ਦੇ ਅੰਦਰ। ਇਸ ਪ੍ਰਕਾਰ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਨ੍ਹਾਂ ਨੇ ਇਹੋ ਨਿਸ਼ਚੈ ਕਰਕੇ ਹਿਰਦੇ ਦੀ ਗਰੀਬੀ ਧਾਰਨ ਕਰ ਲਈ ਹੈ ਨਾ, ਮਹਾਰਾਜ ਕਹਿੰਦੇ ਪਰਮਾਤਮਾ ਨੂੰ ਸਭ ਥਾਵਾਂ ਤੇ ਫਿਰ ਨਜ਼ਰ ਆਉਣ ਲੱਗ ਪੈਂਦਾ। ਵਾਹਿਗੁਰੂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ। ਐਸੀ ਪਰਮਾਤਮਾ ਦੀ ਕਲਾ ਵਰਤ ਜਾਂਦੀ ਹੈ। ਪਰ ਹਜੂਰ ਬਖਸ਼ਿਸ਼ ਕਰ ਰਹੇ ਜਿਹੜੇ ਹੰਕਾਰੀ ਜੀਵ ਹੰਕਾਰ ਕਰਦੇ ਆ ਕਿ ਸਾਡੇ ਵਰਗਾ ਭਲਾ ਕੋਈ ਨਹੀਂ ਸੰਸਾਰ ਵਿੱਚ, ਉਹਨਾਂ ਦੇ ਨੇੜੇ ਭਲਾਈ ਨਹੀਂ ਕਦੇ ਵੀ ਆਉਣਾ ਕਰਦੀ। ਮਹਾਰਾਜ ਕਹਿੰਦੇ ਤਿਸੇ ਭਲਾਈ ਨਿਕਟ ਨਾ ਆਵੇ। ਉਹ ਕਦੇ ਭਲੇ ਨਹੀਂ ਬਣ ਸਕਦੇ ਹੰਕਾਰ ਕਰਨੇ ਕਰਕੇ। ਸਰਬ ਕੀ ਰੇਨ ਜਾ ਕਾ ਮਨ ਹੋਏ। ਜਿਸ ਜੀਵ ਦਾ ਮਨ ਸਭ ਦੇ ਚਰਨ ਧੂੜ ਹੋ ਕਰਕੇ ਰਹਿੰਦਾ ਹੈ, ਮਨ ਸਦਾ ਹੀ ਸਭ ਦੇ ਚਰਨਾਂ ਦੀ ਧੂੜੀ ਬਣ ਕੇ ਰਹਿੰਦਾ ਹੈ। ਕਾਹੋ ਨਾਨਕ ਤਾ ਕੀ ਨਿਰਮਲ ਸੋਏ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਉਹਦੀ ਉਜਲ ਸੋਭਾ ਹੈ, ਇਕੱਲੀ ਐਸ ਲੋਕ ਵਿੱਚ ਨਹੀਂ ਪਰਲੋਕ ਦੇ ਵਿੱਚ ਵੀ, ਪਰਮਾਤਮਾ ਦੇ ਘਰ ਦੇ ਵਿੱਚ ਵੀ ਉਹਨੂੰ ਸੱਚੀ ਸੋਭਾ ਪ੍ਰਾਪਤ ਹੁੰਦੀ ਹੈ। ਜਿਸ ਹਿਰਦੇ ਅੰਦਰ ਮਹਾਰਾਜ ਗਰੀਬੀ ਬਖਸ਼ਿਸ਼ ਕਰ ਦਿੰਦੇ ਹਨ, ਜਿਸ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾ ਦੀ ਦਾਤ ਬਖਸ਼ਿਸ਼ ਕਰ ਦਿੰਦੇ ਆ। ਜਬ ਲਗ ਜਾਣੈ ਮੁਝ ਤੇ ਕਛ ਹੋਏ। ਜਦੋਂ ਤੱਕ ਇਹ ਜੀਵ ਜਾਣਦਾ ਹੈ ਕਿ ਮੇਰੇ ਤੋਂ ਕੁਝ ਹੁੰਦਾ ਹੈ, ਭਾਵ ਸਭ ਕੁਝ ਮੈਂ ਕਰਦਾ ਹਾਂ,
ਮੇਰੇ ਅੰਦਰ ਬਲ ਹੈ, ਮੇਰੇ ਅੰਦਰ ਜ਼ੋਰ ਹੈ, ਮੈਂ ਆਪਣੇ ਬਲ ਦੇ ਨਾਲ ਕਰਦਾ ਹਾਂ। ਤਬ ਇਸਕਾ ਸੁਖ ਨਾਹੀ ਕੋਏ। ਸਤਿਗੁਰੂ ਜੀ ਕਹਿੰਦੇ ਉਦੋਂ ਤੱਕ ਇਹ ਜੀਵ ਨੂੰ ਮਨ ਕਰਕੇ ਕਦੇ ਸੁਖ ਨਹੀਂ ਪ੍ਰਾਪਤ ਹੋ ਸਕਦਾ। ਹੰਕਾਰ ਹੈ ਨਾ, ਤਿੰਨ ਅੰਤਰ ਹਉਮੈ ਕੰਡਾ ਹੈ। ਜਿਹਦੇ ਪੈਰ ਦੇ ਵਿੱਚ ਕੰਡਾ ਚੁਭਿਆ ਹੋਵੇ ਉਹਨੂੰ ਹੀ ਸਾਧ ਸੰਗਤ ਜੀ ਚੈਨ ਨਹੀਂ ਮਿਲਦਾ, ਤੇ ਜਿਸ ਦੇ ਮਨ ਦੇ ਉੱਪਰ ਕੰਡਾ ਲੱਗਾ ਹੋਵੇ ਭਲਾ ਕਿਵੇਂ ਚੈਨ ਦੀ ਨੀਂਦ ਸੌਂ ਸਕਦਾ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਹਉਮੈ ਦਾ ਕੰਡਾ ਚੁਭਣੇ ਕਰਕੇ, ਹੰਕਾਰ ਹੋਣੇ ਕਰਕੇ ਕਦੇ ਵੀ ਉਹ ਜੀਵ ਆਤਮਿਕ ਸੁਖ ਨਹੀਂ ਪ੍ਰਾਪਤ ਕਰ ਸਕਦਾ ਜਿਸ ਦੇ ਮਨ ਦੇ ਵਿੱਚ ਹੰਕਾਰ ਹੈ। ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਐਸੀ ਉਹਨਾਂ ਜੀਵਾਂ ਦੀ ਹਾਲਤ ਹੈ ਕਿ ਜਿਹੜਾ ਹਰ ਸਮੇਂ ਕਹਿੰਦਾ ਕਿ ਮੈਂ ਹੀ ਸਭ ਕੁਝ ਕਰਦਾ, ਮੈਂ ਹੀ ਸੇਵਾ ਕਰਦਾ, ਮੈਂ ਹੀ ਬਹੁਤਾ ਸਿਮਰਨ ਕਰਦਾ, ਬਾਰ-ਬਾਰ ਹੰਕਾਰ ਹੀ ਕਰਦਾ ਰਹਿੰਦਾ ਕਿ ਮੇਰੇ ਤੋਂ ਬਿਨਾਂ ਇਹ ਕਾਰਜ ਹੋ ਹੀ ਨਹੀਂ ਸੀ ਸਕਦਾ। ਜੇ ਮੈਂ ਨਾ ਹੁੰਦਾ ਤੇ ਕੰਮ ਕਿਵੇਂ ਸਿਰੇ ਚੜ ਜਾਣਾ ਸੀ। ਜਿਵੇਂ ਸਾਧ ਸੰਗਤ ਜੀ ਭਾਈ ਮੱਖਣ ਸ਼ਾਹ ਲੁਬਾਣਾ ਜੀ ਦਾ ਬੇੜਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਪਾਰ ਲਾਇਆ ਸੀ। ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖਿਆ ਹੋਇਆ ਹੈ ਕਿੰਨਾ ਯਤਨ ਕਰਦੇ ਰਹੇ ਸਨ ਜਿਹੜੇ ਉਹਦੇ ਅਹਿਲਕਾਰ ਸਿਪਾਹੀ ਕੋਈ ਸੇਵਾਦਾਰ ਸਨ। ਬੜਾ ਜ਼ੋਰ ਲਾ ਲਾ ਕਰਕੇ ਥੱਕ ਹਾਰ ਗਏ। ਫਿਰ ਆਖਰਕਾਰ ਪੰਜ ਇਸ਼ਨਾਨਾਂ ਕਰਕੇ ਦੋਵੇਂ ਹੱਥ ਜੋੜ ਕੇ ਭਾਈ ਮੱਖਣ ਸ਼ਾਹ ਜੀ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਹੇ ਗਰੀਬ ਨਵਾਜ, ਗੁਰੂ ਨਾਨਕ ਪਾਤਸ਼ਾਹ ਜੀ ਦੀ ਜਾਗਦੀ ਜੋਤ, ਆਪ ਜੀ ਤੋਂ ਮੇਰਾ ਮਹਾਰਾਜ ਮੇਰੇ ਬੇੜੇ ਨੂੰ ਕੌਣ ਪਾਰ ਕਰ ਸਕਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਅੰਤਰਜਾਮੀ ਸਤਿਗੁਰੂ ਜੀ ਨੇ ਬੇਨਤੀ ਸੁਣ ਕਰਕੇ ਆਪ ਮੋਢਾ ਲਾ ਕਰਕੇ ਭਾਈ ਮੱਖਣ ਸ਼ਾਹ ਦੇ ਬੇੜੇ ਨੂੰ ਤੋਰਿਆ ਸੀ। ਤੇ ਜਿਹੜੇ ਨਾਲ ਦੇ ਸਾਥੀ ਸਨ ਉਹ ਕਹਿੰਦੇ ਅਸੀਂ ਜ਼ੋਰ ਲਾਇਆ, ਇੱਧਰੋਂ ਆਪਾਂ ਬਹੁਤਾ ਬਲ ਲਾਇਆ ਤਾਂ ਇਹ ਬੇੜਾ ਤੁਰਿਆ। ਤੇ ਭਾਈ ਮੱਖਣ ਸ਼ਾਹ ਜੀ ਅੰਦਰ ਹੀ ਅੰਦਰ ਕਹਿੰਦੇ ਕਿ ਮਹਾਰਾਜ ਇਹ ਅਗਿਆਨੀ ਹੈ, ਇਹ ਮਹਾਰਾਜ ਇਹ ਲੋਕ ਬੇਸਮਝ ਹਨ, ਇਹ ਕੀ ਜਾਣਦੇ ਕਿ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਤਾਂ ਬੇੜਾ ਤੁਰਿਆ, ਨਹੀਂ ਤੇ ਕਿੰਨੇ ਦਿਨ ਲੰਘ ਗਏ ਸੀ ਬੇੜਾ ਪਹਿਲਾਂ ਕਿਉਂ ਨਹੀਂ ਸੀ ਤੁਸੀਂ ਜ਼ੋਰ ਲਾ ਕੇ ਦੇਖ ਲਿਆ। ਸਾਰੇ ਥੱਕ ਹਾਰ ਗਏ ਸਨ। ਇਸ ਪ੍ਰਕਾਰ ਮਹਾਰਾਜ ਕਹਿੰਦੇ ਉਹ ਜੀਵ ਨੂੰ ਕਦੇ ਆਤਮਿਕ ਸੁਖ ਨਹੀਂ ਪ੍ਰਾਪਤ ਹੋ ਸਕਦਾ ਜਿਹੜਾ ਚੰਗੇ ਕੰਮ ਕਰਕੇ ਵੀ ਬਾਰ-ਬਾਰ ਹੰਕਾਰ ਕਰਦਾ ਹੈ। ਜਬ ਇਹ ਜਾਣੈ ਮੈਂ ਕਿਛ ਕਰਤਾ। ਸਤਿਗੁਰੂ ਜੀ ਕਹਿੰਦੇ ਜਦੋਂ ਤੱਕ ਇਹ ਜੀਵ ਮਨ ਦੇ ਵਿੱਚ ਇਹੋ ਜਾਣਦਾ ਰਹਿੰਦਾ ਕਿ ਮੈਂ ਵੀ ਕੁਝ ਕਰਦਾ ਹਾਂ, ਸਭ ਕੁਝ ਮੈਂ ਹੀ ਕਰਨ ਵਾਲਾ, ਮੇਰੇ ਤੋਂ ਬਿਨਾਂ ਕੋਈ ਕਾਰਜ ਹੋ ਹੀ ਨਹੀਂ ਸਕਦਾ, ਤਬ ਲਗ ਗਰਭ ਜੋਨ ਮਹਿ ਫਿਰਤਾ। ਤਦੋਂ ਤੱਕ ਇਹ ਮਾਤਾ ਦੀ ਗਰਭ ਦੇ ਜੂਨਾਂ ਵਿੱਚ ਹੀ ਫਿਰਦਾ ਰਹਿੰਦਾ ਹੈ। ਤਦੋਂ ਤੱਕ ਬਾਰ-ਬਾਰ ਗਰਭ ਦੇ ਵਿੱਚ ਪੁੱਠਾ ਲਟਕਦਾ, ਜੋਨ ਮਹਿ ਫਿਰਤਾ, ਤੇ ਬਾਰ-ਬਾਰ ਜੂਨੀਆਂ ਦੇ ਵਿੱਚ ਹੀ ਫਿਰਦਾ ਰਹਿੰਦਾ, ਕਦੇ ਕਿਸੇ ਜੂਨ ਕਦੇ ਕਿਸੇ ਜੂਨ ਦੇ ਵਿੱਚ। ਜਬ ਧਾਰੈ ਕੋ ਬੈਰੀ ਮੀਤ। ਤੇ ਮਹਾਰਾਜ ਕਹਿੰਦੇ ਜਦੋਂ ਤੱਕ ਕਿਸੇ ਨੂੰ ਵੈਰੀ ਅਤੇ ਕਿਸੇ ਨੂੰ ਮਿੱਤਰ ਸਮਝਦਾ ਹੈ ਕਿ ਇਹ ਮੇਰਾ ਦੁਸ਼ਮਣ ਹੈ ਅਤੇ ਇਹ ਮੇਰਾ ਮਿੱਤਰ ਹੈ, ਤਬ ਲਗ ਨਿਹਚਲ ਨਾਹੀ ਚੀਤ। ਤਬ ਲਗ ਨਿਹਚਲ ਨਾਹੀ ਚੀਤ, ਲਗ ਤੇ ਵਿਸਰਾਮ ਹੈ। ਮਹਾਰਾਜ ਕਹਿੰਦੇ ਉਦੋਂ ਤੱਕ ਇਹ ਜੀਵ ਦਾ ਚਿੱਤ ਕਦੇ ਟਿਕ ਨਹੀਂ ਸਕਦਾ ਜਦੋਂ ਤੱਕ ਕਿਸੇ ਨੂੰ ਵੈਰੀ ਸਮਝਦਾ ਤੇ ਕਿਸੇ ਨੂੰ ਆਪਣਾ ਮਿੱਤਰ ਸਮਝਦਾ ਹੈ, ਕਿਸੇ ਨੂੰ ਦੁਸ਼ਮਣ ਸਮਝਦਾ ਤੇ ਕਿਸੇ ਨੂੰ ਆਪਣਾ ਸਮਝਦਾ ਹੈ। ਉਦੋਂ ਤੱਕ ਇਹ ਵੈਰ ਵਿਰੋਧ ਦੇ ਵਿੱਚ ਪਿਆ ਹੋਇਆ ਹੀ ਆਪਣੀ ਜ਼ਿੰਦਗੀ ਅਕਾਰਤ ਬਤੀਤ ਕਰੀ ਜਾਂਦਾ ਹੈ। ਜਦੋਂ ਤੱਕ ਇਹ ਜੀਵ ਸਮ ਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਦੇਖਦਾ ਨਹੀਂ ਹੈ। ਜਬ ਲਗ ਮੋਹ ਮਗਨ ਸੰਗ ਮਾਏ। ਜਦੋਂ ਤੱਕ ਇਹ ਜੀਵ ਦੇ ਮਨ ਦੇ ਵਿੱਚ ਮਾਇਆ ਦੀ ਮੋਹ ਮਮਤਾ ਲੱਗੀ ਰਹਿੰਦੀ ਹੈ, ਉਹ ਭਾਵੇਂ ਜੜ ਮਾਇਆ ਭਾਵੇਂ ਚੇਤਨ ਮਾਇਆ ਹੈ, ਪ੍ਰਤੱਖ ਪੈਸੇ ਧਨ ਦੌਲਤ ਹੈ, ਭਾਵੇਂ ਧੀਆਂ ਪੁੱਤਰ ਹਨ, ਤਿਨਾਂ ਦੀ ਮੋਹ ਦੇ ਵਿੱਚ ਗਲਤਾਨ ਹੋਇਆ ਮਹਾਰਾਜ ਦੀ ਸਤ ਸੰਗਤ ਕਰਨੀ ਛੱਡ ਦਿੰਦਾ, ਸਤਿਗੁਰਾਂ ਦੇ ਦੀਦਾਰ ਕਰਨੇ ਛੱਡ ਦਿੰਦਾ। ਜਦੋਂ ਤੱਕ ਇਹ ਮੋਹ ਮਾਇਆ ਦੇ ਵਿੱਚ ਗਲਤਾਨ ਹੋਇਆ ਮਗਨ ਰਹਿੰਦਾ ਹੈ, ਤਬ ਲਗ ਧਰਮ ਰਾਏ ਦੇ ਸਜਾਏ। ਤਦੋਂ ਤੱਕ ਧਰਮ ਰਾਜਾ ਇਹ ਜੀਵ ਨੂੰ ਬਾਰ-ਬਾਰ ਸਜ਼ਾਵਾਂ ਦਿੰਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਜਦੋਂ ਤੱਕ ਜੀਵ ਦੇ ਮਨ ਦੇ ਵਿੱਚ ਮੋਹ ਲੱਗਾ ਰਹਿੰਦਾ, ਉਹ ਭਾਵੇਂ ਸਰੀਰਾਂ ਦਾ ਹੈ ਭਾਵੇਂ ਧਨ ਪਦਾਰਥਾਂ ਦਾ ਹੈ, ਕਿਸੇ ਵੀ ਤਰ੍ਹਾਂ ਦਾ ਮੋਹ ਹੈ। ਮਹਾਰਾਜ ਕਹਿੰਦੇ ਜਦੋਂ ਤੱਕ ਇਹ ਜੀਵ ਤੇਰੇ ਅੰਦਰ ਮੋਹ ਹੈ
ਝੂਠਾ ਪਿਆਰ ਹੈ, ਉਦੋਂ ਤੱਕ ਧਰਮ ਰਾਜਾ ਬਾਰ-ਬਾਰ ਤੈਨੂੰ ਸਜ਼ਾਵਾਂ ਦਿੰਦਾ ਰਹੇਗਾ, ਬਾਰ-ਬਾਰ ਡੰਨ ਲਾਉਂਦਾ ਰਹੇਗਾ। ਪ੍ਰਭ ਕਿਰਪਾ ਤੇ ਬੰਧਨ ਟੂਟੈ। ਪਰਮਾਤਮਾ ਦੀ ਕਿਰਪਾ ਹੋਵੇ ਤਾਂ ਮੋਹ ਮਮਤਾ ਦੇ ਬੰਧਨ ਟੁੱਟਦੇ ਐ, ਨਹੀਂ ਤੇ ਜੀਵ ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਹਾਰਾਜ ਕਹਿੰਦੇ ਬੜੇ ਬੜੇ ਸੰਸਾਰ ਦੇ ਰਿਖੀਆਂ ਮੁਨੀਆਂ ਤਪ ਕਰਨ ਵਾਲੀਆਂ ਤਪਸਵੀਆਂ ਨੂੰ ਵੀ ਅਸੀਂ ਡੁੱਬਦਿਆਂ ਦੇਖਣਾ ਕੀਤਾ। ਮੋਹ ਰੂਪੀ ਦਲਦਲ ਇਹ ਚਿੱਕੜ ਇਦਾਂ ਦਾ ਆਪਣੇ ਬਲ ਦੇ ਨਾਲ ਤੁਰਨ ਦਾ ਯਤਨ ਕਰਦਾ, ਤੁਰਿਆ ਨਹੀਂ ਜਾਂਦਾ, ਫਿਰ ਤਿਲਕ ਕੇ ਵਿੱਚੇ ਰਹਿ ਜਾਂਦਾ। ਇਦਾਂ ਦੀ ਜੀਵ ਦੀ ਹਾਲਤ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਆਖ ਰਹੇ ਨੇ, ਇਹ ਜੀਵ ਜੇ ਪ੍ਰਮਾਤਮਾ ਕਿਰਪਾ ਕਰ ਦੇਵੇ, ਪ੍ਰਭ ਕਿਰਪਾ ਤੇ ਬੰਧਨ ਟੂਟੈ। ਵਾਹਿਗੁਰੂ ਦੀ ਮਿਹਰ ਹੋ ਜਾਵੇ ਤਾਂ ਇਹ ਜੀਵ ਦੇ ਕਰਤਾ ਭੋਗਤਾ ਮੋਹ ਮਮਤਾ ਦੇ ਬੰਧਨ ਟੁੱਟਦੇ ਐ। ਤਾਂ ਫਿਰ ਧਨ ਪਦਾਰਥਾਂ ਦੇ ਵਿੱਚ ਹੁੰਦਾ ਹੋਇਆ ਵੀ ਪਰਿਵਾਰ ਧੀਆਂ ਪੁੱਤਰਾਂ ਦੇ ਵਿੱਚ ਰਹਿ ਕੇ ਵੀ ਕਮਲ ਦੀ ਤਰ੍ਹਾਂ ਜੀਵਨ ਨਿਰਲੇਪ ਨਿਰਵਾਹ ਕਰਦਾ ਹੈ। ਕਮਲ ਪਾਣੀ ਵਿੱਚ ਹੁੰਦਾ ਹੈ ਪਰ ਆਪਣੀਆਂ ਪੰਖੜੀਆਂ ਨਹੀਂ ਕਦੇ ਭਿੱਜਣ ਦਿੰਦਾ। ਮਹਾਰਾਜ ਕਹਿੰਦੇ ਉਸ ਗੁਰਮੁਖ ਪਿਆਰੇ ਦਾ ਜੀਵਨ ਕਮਲ ਦੀ ਤਰ੍ਹਾਂ ਬਣ ਜਾਂਦਾ। ਵਾਹਿਗੁਰੂ ਜਿਸ ਹਿਰਦੇ ਦੀ ਮੋਹ ਮਮਤਾ ਦੇ ਬੰਧਨ ਕੱਟ ਦਿੰਦਾ ਹੈ। ਗੁਰ ਪ੍ਰਸਾਦ ਨਾਨਕ ਹਉ ਛੂਟੈ। ਗੁਰ ਪ੍ਰਸਾਦ, ਪ੍ਰਸਾਦ ਕਹੀਏ ਕਿਰਪਾ, ਮਹਾਰਾਜ ਦੀ ਕਿਰਪਾ ਦੇ ਨਾਲ ਜੀਵ ਦੀ ਹਉਮੈ ਦਾ ਬੰਧਨ ਟੁੱਟ ਜਾਂਦਾ ਹੈ। ਗੁਰ ਪ੍ਰਸਾਦ ਨਾਨਕ ਹਉ ਛੂਟੈ। ਹਉਮੈ ਤੋਂ ਖਹਿੜਾ ਤਾਂ ਛੁੱਟਦਾ ਜੀ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ ਨਾ, ਜੋ ਮਹਾਰਾਜ ਸਾਹਿਬ ਜੀ ਤੋਂ ਵਾਹਿਗੁਰੂ ਮੰਤਰ ਦੀ ਦਾਤ ਲੈ ਕੇ ਸਤਿਗੁਰੂ ਜੀ ਦਾ ਜਾਪ ਕਰਦਾ, ਉਹ ਹਉਮੈ ਤੋਂ ਹੰਕਾਰ ਤੋਂ ਰਹਿਤ ਹੋ ਜਾਂਦਾ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਸਤਿਗੁਰੂ ਜੀ ਕਿਰਪਾ ਕਰ ਦਿੰਦੇ ਆ ਤਾਂ ਇਹ ਜੀਵ ਹਉਮੈ ਤੋਂ ਛੁੱਟਦਾ ਹੈ। ਸਹਸ ਖਟੇ ਲੱਖ ਕਾ ਉਠ ਧਾਵੈ। ਜਿਹੜਾ ਜੀਵ ਸਹਿਸ ਹਜ਼ਾਰਾਂ ਦੀ ਮਹਾਰਾਜ ਕਹਿੰਦੇ ਧਨ ਦੀ ਇਕੱਤਰਤਾ ਕਰਦਾ, ਸਹਿਸ ਖੱਟੇ ਲੱਖ ਕਾ ਉਠ ਧਾਵੈ। ਹੁਣ ਤ੍ਰਿਸ਼ਨਾਲੂ ਬੰਦੇ ਦੀ ਹਾਲਤ ਦੱਸ ਰਹੇ ਹੈ। ਜਿਹੜਾ ਜੀਵ ਤ੍ਰਿਸ਼ਨਾਲੂ ਹੈ, ਕਦੇ ਮਹਾਰਾਜ ਕਹਿੰਦੇ ਜੇ 1000 ਮਿਲ ਗਏ ਨਾ ਫਿਰ ਲੱਖਾਂ ਨੂੰ ਪ੍ਰਾਪਤ ਕਰਨ ਵਾਸਤੇ ਤੁਰ ਪੈਂਦਾ। ਇਸ ਪ੍ਰਕਾਰ ਮਨ ਫੇਰ ਵੀ ਰੱਜਦਾ ਨਹੀਂ। ਸਹਿਸ ਖੱਟੇ ਲੱਖ ਕੋ ਉਠ ਧਾਵੈ, ਇਹ ਮਹਾਰਾਜ ਫਰਮਾਉਂਦੇ ਆ। ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਸਤਿਗੁਰੂ ਜੀ ਕਹਿੰਦੇ ਭਾਵੇਂ ਜਿੰਨੀ ਮਰਜ਼ੀ ਇਹ ਜੀਵ ਨੂੰ ਮਾਇਆ, ਜਿੰਨਾ ਮਰਜ਼ਾ ਧਨ ਦੌਲਤ ਮਿਲ ਜਾਵੇ, ਪਰ ਫਿਰ ਵੀ ਮਨ ਕਰਕੇ ਤ੍ਰਿਪਤੀ ਨਹੀਂ ਪਾਵੰਦਾ। ਮਨ ਰੱਜਦਾ ਹੀ ਨਹੀਂ, ਕਿਉਂਕਿ ਸਤਿਗੁਰੂ ਜੀ ਦਾ ਫਰਮਾਨ ਆਉਂਦਾ ਨਾ, ਬਿਨਾਂ ਸੰਤੋਖ ਨਹੀਂ ਕੋ ਰਾਜੈ। ਬਿਨਾਂ ਸਬਰ ਸੰਤੋਖ ਤੋਂ ਭਲਾ ਦੱਸੋ ਕਿਹੜਾ ਸੰਸਾਰ ਦੇ ਅੰਦਰ ਰੱਜਿਆ ਹੈ। ਕਦੇ ਕਿਸੇ ਦਾ ਮਨ ਨਹੀਂ ਤ੍ਰਿਪਤ ਹੋਇਆ ਜਦੋਂ ਤੱਕ ਜੀਵ ਨੇ ਸਬਰ ਸੰਤੋਖ ਨਹੀਂ ਜੀਵਨ ਦੇ ਵਿੱਚ ਧਾਰਨ ਕੀਤਾ। ਇਸ ਕਰਕੇ ਮਹਾਰਾਜ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਆ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਜਿਵੇਂ ਇੱਕ ਸਾਧ ਸੰਗਤ ਜੀ ਪਲਾਲੀ ਕੋਈ ਫਕੀਰ ਸੀਗਾ ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸ਼ਰਨ ਆਇਆ ਅਨੰਦਪੁਰ ਸਾਹਿਬ ਦੀ ਧਰਤੀ ਤੇ। ਉਹ ਸਾਧ ਸੰਗਤ ਜੀ ਜਿਵੇਂ ਬੜੇ ਪਲਾਲ ਜੇ ਕਰੀ ਜਾਵੇ ਜੀ, ਕਹੀ ਜਾਵੇ ਮੈਂ ਪਲਾਲੀ ਫਕੀਰ ਹਾਂ, ਤੇ ਮਹਾਰਾਜ ਕਹਿੰਦੇ ਤੂੰ ਪਲਾਲੀ ਫਕੀਰ ਹੈ ਕਿ ਜਲਾਲੀ ਫਕੀਰ ਹੈ? ਤੇ ਕਹਿੰਦਾ ਜੀ ਨਾ ਨਾ ਮਹਾਰਾਜ ਮੈਂ ਪਲਾਲੀ ਫਕੀਰ ਹਾਂ। ਫਿਰ ਮਹਾਰਾਜ ਨੇ ਪੁੱਛਿਆ, ਕਹਿੰਦਾ ਨਾ ਮਹਾਰਾਜ ਮੈਂ ਪਲਾਲੀ ਫਕੀਰ ਹਾਂ। ਜਦੋਂ ਇਉਂ ਕਿਹਾ ਤੇ ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਭਾਈ ਆਲਮ ਸਿੰਘ ਨੂੰ ਬਚਨ ਕੀਤਾ ਕਿ ਲੋਟਾ ਲੈ ਕੇ ਇਹ ਜਿਹੜਾ ਇਹਨੇ ਗੋਦੜਾ ਧਾਰਨ ਕੀਤਾ ਉਹਦੇ ਨਾਲ ਮਾਰ। ਜਦੋਂ ਮਾਰੇ ਤੇ ਸਾਧ ਸੰਗਤ ਜੀ 91 ਮੋਹਰਾਂ ਉਹਦੇ ਉਹ ਗੋਦੜੇ ਵਿੱਚੋਂ ਨਿਕਲੀਆਂ ਸਨ। 91 ਅਸਲ ਵਿੱਚ ਉਹਦੇ ਮਨ ਦੀ ਇੱਛਾ ਸੀ ਕਿ ਹੋਰ ਮੈਨੂੰ 9 ਮੋਹਰਾਂ ਹੋਰ ਮਿਲ ਜਾਣ ਤੇ 100 ਪੂਰੀਆਂ ਕਰ ਲਵਾਂ। ਤੇ ਜੇ 101 ਹੋ ਜਾਂਦੀ ਤੇ 100 ਹੋਰ ਆਸ ਲਾ ਲੈਣੀ ਸੀ ਉਸਨੇ। ਤੇ ਮਹਾਰਾਜ ਹਜੂਰ ਖਿੜਖੜਾ ਕੇ ਹੱਸ ਪਏ ਤੇ ਫਿਰ ਕਹਿੰਦੇ ਕਿ ਇਹਨੂੰ ਵਿਦਾ ਕਰ ਦੇਵੋ, ਇਹ ਪਲਾਲੀ ਨਹੀਂ ਜਲਾਲੀ ਫਕੀਰ ਹੈ। ਮਹਾਰਾਜ ਸਤਿਗੁਰੂ ਜੀ ਨੇ ਬਚਨ ਕੀਤਾ ਤੇ ਜਦੋਂ ਸਾਧ ਸੰਗਤ ਜੀ ਉਹਦੇ 91 ਮੋਹਰਾਂ ਨਿਕਲੀਆਂ ਨਾ, ਮੋਹਰਾਂ ਖਿਲਰ ਗਈਆਂ, ਥੋੜਾ ਜਿਹਾ ਲੋਟਾ ਮਾਰਨ ਦੇ ਨਾਲ ਫਿਰ ਹੈਰਾਨ ਹੋ ਗਿਆ। ਮਹਾਰਾਜ ਜੀ ਤੋਂ ਭੁੱਲ ਬਖਸ਼ਾਈ। ਹਜੂਰ ਕਹਿੰਦੇ 9 ਮੋਹਰਾਂ ਹੋਰ ਇਹਨੂੰ ਦੇ ਦੇਵੋ ਤੇ ਇਹਨੂੰ ਫਿਰ ਵਿਦਾਇਗੀ ਦੇ ਦੇਵੋ, ਦੀਵਾਨ ਦੇ ਵਿੱਚੋਂ ਭੇਜ ਦੇਵੋ ਇਸ ਨੂੰ, ਨਹੀਂ ਤੇ ਹੋਰ ਫਿਰ ਮੰਗ ਕਰੇਗਾ।
ਮਹਾਰਾਜ ਕਹਿੰਦੇ ਇਦਾਂ ਦੀ ਜੀਵ ਦੀ ਹਾਲਤ ਹੈ, ਸਹਿਜ ਖੱਟੇ ਲੱਖ ਕਾ ਉਠ ਧਾਵੈ, ਤ੍ਰਿਪਤ ਨ ਆਵੈ, ਮਾਇਆ ਪਾਛੈ ਪਾਵੈ। ਭਾਵੇਂ ਜਿੰਨੇ ਮਰਜ਼ੀ ਦੇ ਪਿੱਛੇ ਇਹਦੇ ਪੱਲੇ ਬੰਨ ਕੇ ਦੇ ਦੇਵ, ਭੁਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਭਾਵੇਂ ਤਿੰਨਾਂ ਪੁਰੀਆਂ ਦਾ ਸਾਜੋ ਸਮਾਨ ਭਾਰ ਬੰਨ ਕੇ ਦੇ ਦੇਵੋ, ਫੇਰ ਵੀ ਇਹ ਜੀਵ ਨਹੀਂ ਕਹੇਗਾ ਕਿ ਮੈਂ ਰੱਜ ਗਿਆ ਹਾਂ। ਐਸੀ ਮਹਾਰਾਜ ਕਹਿੰਦੇ ਜੀਵ ਦੀ ਹਾਲਤ ਹੈ, ਫਿਰ ਵੀ ਕਦੇ ਮਨ ਕਰਕੇ ਤ੍ਰਿਪਤ ਨਹੀਂ ਹੁੰਦਾ। ਆਨਿਕ ਭੋਗ ਵਿਖਿਆ ਕੇ ਕਰੈ, ਔਰ ਅਨੇਕਾਂ ਪ੍ਰਕਾਰ ਦੇ ਵਿਸ਼ਿਆਂ ਦੇ ਭੋਗ ਵਿਲਾਸ ਕਰਦਾ ਹੈ, ਵਿਭਚਾਰ ਕਰਦਾ ਹੈ, ਸੰਸਾਰ ਦੇ ਖੋਟੇ ਕਰਮ ਕਮਾਉਂਦਾ ਹੈ। ਨਹਿ ਤ੍ਰਿਪਤਾਵੈ ਖਪ ਖਪ ਮਰੈ, ਤੇ ਮਨ ਫੇਰ ਵੀ ਤ੍ਰਿਪਤ ਨਹੀਂ ਹੁੰਦਾ, ਮਨ ਫੇਰ ਵੀ ਰੱਜਦਾ ਨਹੀਂ ਹੈ, ਖਪ ਖਪ ਕੇ ਬਾਰ-ਬਾਰ ਮਰਦਾ ਹੈ। ਇਹ ਮਹਾਰਾਜ ਕਹਿੰਦੇ ਵਿਸ਼ਿਆਂ ਵਿੱਚ ਗਲਤਾਨ ਹੋਇਆ ਜੀਵ ਬਾਰ-ਬਾਰ ਮਰਦਾ ਰਹਿੰਦਾ ਹੈ, ਖਪ ਕਰਕੇ ਜ਼ਿੰਦਗੀ ਇਸੇ ਤਰ੍ਹਾਂ ਹੀ ਲੰਘਾ ਦਿੰਦਾ ਹੈ, ਮਨ ਫੇਰ ਵੀ ਰੱਜਦਾ ਨਹੀਂ ਹੈ। ਬਿਨਾ ਸੰਤੋਖ ਨਹੀਂ ਕੋ ਰਾਜੈ, ਹਜੂਰ ਬਖਸ਼ਿਸ਼ ਕਰ ਰਹੇ ਐ ਗੁਰਸਿੱਖੋ, ਹਿਰਦੇ ਅੰਦਰ ਸੰਤੋਖ ਰੂਪੀ ਥੱਲਾ ਹੋਣਾ ਨਾ ਕਰਕੇ ਮਨ ਕਦੇ ਰੱਜ ਨਹੀਂ ਸਕਦਾ। ਜਿਵੇਂ ਬਾਲਟੀ ਥੱਲੇ ਤੋਂ ਬਿਨਾ ਹੋਵੇ, ਜਿੰਨਾ ਮਰਜ਼ੀ ਪਾਣੀ ਪਾਈ ਜਾਈਏ ਉਹਨੇ ਭਰਨਾ ਥੋੜਾ, ਇਸੇ ਤਰ੍ਹਾਂ ਮਨ ਦੀ ਹਾਲਤ ਹੈ। ਜਦੋਂ ਤੱਕ ਸੰਤੋਖ ਰੂਪੀ ਥੱਲਾ ਨਹੀਂ ਮਿਲਦਾ, ਮਨ ਕਦੇ ਰੱਜ ਨਹੀਂ ਸਕਦਾ, ਕਦੇ ਭਰਨ ਵਾਲਾ ਨਹੀਂ ਹੈ। ਬਿਨਾ ਸੰਤੋਖ ਨਹੀਂ ਕੋ ਰਾਜੈ। ਮਹਾਰਾਜ ਕਹਿੰਦੇ ਸੰਤੋਖ ਤੋਂ ਬਿਨਾ ਕਦੇ ਕੋਈ ਵੀ ਤ੍ਰਿਪਤ ਨਹੀਂ ਹੁੰਦਾ। ਸੁਪਨ ਮਨੋਰਥ ਬਿਰਥੇ ਸਭ ਕਾਜੈ, ਇਹ ਜਿੰਨੇ ਵੀ ਜੀਵ ਦੇ ਕਾਰਜ ਹੈ ਨਾ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਚਰਣੀ ਰਾਰਾ ਬਿਰਥੇ ਪਾਠ ਕਰਨਾ। ਮਹਾਰਾਜ ਕਹਿੰਦੇ ਸਾਰੇ ਜਿੰਨੇ ਵੀ ਕਾਰਜ ਹਨ ਜੀਵ ਦੇ ਬੇਅਰਥ ਹਨ, ਅਕਾਰਤ ਹਨ। ਜਿਵੇਂ ਕੋਈ ਸੁਪਨੇ ਦੇ ਵਿੱਚ ਰਾਜਾ ਬਣ ਜਾਵੇ, ਬਾਦਸ਼ਾਹ ਬਣ ਜਾਵੇ, ਤੇ ਜਦੋਂ ਉੱਠੇਗਾ ਤੇ ਰਹਿਣਾ ਤੇ ਕੰਗਾਲ ਹੀ ਹੈ, ਰਾਜਾ ਥੋੜਾ ਬਣ ਜਾਣਾ। ਮਹਾਰਾਜ ਕਹਿੰਦੇ ਏਦਾਂ ਜਿੰਨੇ ਵੀ ਇਹ ਮਨੁੱਖ ਦੇ ਤ੍ਰਿਸ਼ਨਾਲੂ ਬੰਦੇ ਦੇ ਸੰਸਾਰ ਦੇ ਕਾਰਜ ਹੈ ਨਾ, ਉਹ ਜਾਣੋ ਕਿ ਸੁਪਨੇ ਦੀ ਤਰ੍ਹਾਂ ਹਨ। ਜਿਵੇਂ ਸ਼ੇਖ ਚਿੱਲੀ ਨੇ ਮਨ ਦੇ ਵਿੱਚ ਸਾਧ ਸੰਗਤ ਜੀ ਸੁਪਨਾ ਹੀ ਕੀਤਾ ਸੀ ਨਾ, ਤੁਰੇ ਜਾਂਦੇ ਆਂ 2 ਆਨੇ ਤੋਂ ਸਾਧ ਸੰਗਤ ਜੀ ਕਿੰਨਾ ਕੋਈ ਸਾਰਾ ਪਰਿਵਾਰ ਬਣਾ ਲਿਆ ਸੀ। ਕਦੇ ਮੱਛੀਆਂ ਖਰੀਦ ਲਈਆਂ, ਕਦੇ ਕੁੱਕੜ ਖਰੀਦ ਲਏ, ਫਿਰ ਕਦੇ ਬੱਕਰੀਆਂ, ਕਦੇ ਉਹਨਾਂ ਤੋਂ ਬਹੁਤ ਸਾਰਾ ਗਾਵਾਂ ਮੱਝਾਂ ਦਾ ਝੁੰਡ। ਇਸ ਪ੍ਰਕਾਰ ਫਿਰ ਵਿਆਹ ਹੋ ਗਿਆ, ਬੱਚੇ ਹੋ ਗਏ। ਫਿਰ ਜਿਹੜੇ ਸਾਥ ਬੈਠੀ ਸੀ ਸਾਧ ਸੰਗਤ ਜੀ, ਉਹਨਾਂ ਜਿਹੜੇ ਸਲਾਹਕਾਰ ਕੋਈ ਲੋਕ ਸਨਮੋਤ ਵੀਰ ਸਾਨੂੰ, ਉਹਨਾਂ ਦੀ ਸਾਥ ਵਿੱਚ ਜਾ ਕੇ ਬੈਠ ਗਏ। ਮਨ ਦੇ ਵੀ ਸੁਪਨਾ ਕਰਦੇ ਤੇਲ ਦਾ ਜਿਹੜਾ ਘੜਾ ਸੀ ਉਹ ਸੇਸ ਦੇ ਉੱਪਰ ਚੁੱਕਿਆ ਹੋਇਆ ਸੀ, ਫੁਰਨੇ ਦੇ ਨਾਲ ਹੀ ਸਾਰਾ ਪਰਿਵਾਰ ਤੱਕ ਵੀ ਬਣਾ ਲਿਆ ਸੁਪਨਾ ਲੈਂਦਿਆਂ ਹੋਇਆ ਹੀ। ਤੇ ਜਦੋਂ ਕਹਿੰਦੇ ਮੇਰਾ ਪੁੱਤਰ ਆਵੇਗਾ ਤੇ ਸਾਥ ਵਿੱਚ ਬੈਠਿਆ ਹੋਇਆ ਆਵੇਗਾ, ਬਾਪੂ ਆ ਤੈਨੂੰ ਬੇਬੇ ਆਵਾਜ਼ਾਂ ਮਾਰਦੀ ਹੈ, ਬਾਰ-ਬਾਰ ਕਹੇਗਾ। ਮੈਂ ਉਹਨੂੰ ਫੇਰ ਕਹੂੰਗਾ ਕਿ ਨਹੀਂ ਨਹੀਂ ਮੈਨੂੰ ਨਾ ਸਤਾ, ਮੈਂ ਸਿਆਣਿਆਂ ਦੇ ਵਿੱਚ ਬੈਠਾ, ਐਵੇਂ ਤੰਗ ਨਾ ਕਰ। ਫਿਰ ਜਦੋਂ ਬਾਰ-ਬਾਰ ਆਵੇਗਾ ਤੇ ਮੈਂ ਏਦਾਂ ਉਹਦੇ ਲੱਤ ਮਾਰੂੰਗਾ ਤੇ ਫਿਰ ਉਹ ਚਲਾ ਜਾਵੇਗਾ। ਜਦੋਂ ਲੱਤ ਕੀਤੀ ਤੇ ਸਾਰਾ ਤੇਲ ਦਾ ਫੜਿਆ ਹੋਇਆ ਜਿਹੜਾ ਘੜਾ ਸੀ ਸਿਰ ਤੇ ਚੁੱਕਿਆ, ਸਾਰਾ ਢੇਰੀ ਹੋ ਗਿਆ। ਤੇ ਜਿਹੜਾ ਉਹਦਾ ਮਾਲਕ ਸੀ ਸ਼ਾਹੂਕਾਰ, ਕਹਿੰਦਾ ਤੈਨੂੰ 2 ਆਨੇ ਹੁਣ ਮਿਲਦੇ ਨਹੀਂ ਹੈ, ਪੈਸਾ ਨਹੀਂ ਕੋਈ ਮਿਲਦਾ, ਮੇਰਾ ਨੁਕਸਾਨ ਕਰ ਦਿੱਤਾ। ਕਹਿੰਦਾ ਤੈਨੂੰ ਆਪਣੇ ਨੁਕਸਾਨ ਦੀ ਪਈ ਹੈ, ਮੇਰਾ ਸਾਰਾ ਪਰਿਵਾਰ ਹੀ ਚਲਾ ਗਿਆ। ਸੁਪਨਾ ਦੇਖਦਾ ਪਿਆ ਸੀ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੁਪਨ ਮਨੋਰਥ ਬਿਰਥੇ ਸਭ ਕਾਜੈ। ਜਾਣੋ ਕਿ ਜਿਵੇਂ ਸੁਪਨੇ ਦੇ ਕਾਰਜ ਕਦੇ ਸੱਚੇ ਨਹੀਂ ਹੁੰਦੇ, ਏਦਾਂ ਇਹ ਤ੍ਰਿਸ਼ਨਾਲੂ ਜੀਵ ਦੇ ਕੀਤੇ ਹੋਏ ਕਾਰਜ ਕਦੇ ਸਫਲ ਨਹੀਂ ਹੋ ਸਕਦੇ। ਨਾਮ ਰੰਗ ਸਰਬ ਸੁਖ ਹੋਏ, ਜੇਕਰ ਇਹ ਜੀਵ ਨੂੰ ਹਿਰਦੇ ਕਰਕੇ ਪਰਮੇਸ਼ਰ ਦੇ ਨਾਮ ਦਾ ਪਿਆਰ ਲੱਗ ਜਾਵੇ, ਰੰਗ ਕਹਿੰਦੇ ਨੇ ਪ੍ਰੇਮ ਨੂੰ, ਪਰਮੇਸ਼ਰ ਦੇ ਨਾਮ ਦਾ ਪ੍ਰੇਮ ਲੱਗ ਜਾਵੇ, ਵਾਹਿਗੁਰੂ ਦੇ ਨਾਮ ਨੂੰ ਪਿਆਰ ਦੇ ਵਿੱਚ ਭਿੱਜ ਕੇ ਜਪਣ ਲੱਗ ਪਵੇ, ਬੜ ਭਾਗੀ ਕਿਸੈ ਪ੍ਰਾਪਤ ਹੋਏ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਨਾਮ ਰੰਗ ਸਰਬ ਸੁਖ ਹੋਏ। ਸਰਬ ਸੁੱਖਾਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹੋ ਜਾਂਦਾ ਹੈ ਜੇ ਕਿਤੇ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗ ਜਾਵੇ। ਹੇ ਮਹਾਰਾਜ, ਆਪ ਜੀ ਦਾ ਨਾਮ ਹੀ ਮੇਰਾ ਗਹਿਣਾ ਹੈ। ਮਹਾਰਾਜ, ਨਾਮ ਹੀ ਮੇਰਾ ਆਹਾਰ ਹੈ, ਨਾਮ ਹੀ ਮੇਰਾ ਸੰਗੀ ਸਾਥੀ, ਮੇਰਾ ਮਿੱਤਰ, ਮੇਰਾ ਪਰਿਵਾਰ ਹੈ। ਨਾਮ ਦੇ ਨਾਲ ਕਿਤੇ ਹਿਰਦਿਓਂ ਪ੍ਰੇਮ ਦਾ ਰੰਗ ਲੱਗ ਜਾਂਦਾ ਹੈ
ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨੂੰ ਫਿਰ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਪਰ ਹਰ ਇੱਕ ਦੇ ਜੀਵਨ ਦੇ ਵਿੱਚ ਨਹੀਂ ਇਹ ਦਾਤ ਲਿਖੀ ਹੋਈ, ਬੜ ਭਾਗੀ ਕਿਸੈ ਪ੍ਰਾਪਤ ਹੋਏ। ਕੋਈ ਵਿਰਲੇ ਹੀ ਹੈ, ਵੱਡਿਆਂ ਭਾਗਾਂ ਵਾਲੇ ਹੈ ਜਿਨ੍ਹਾਂ ਦਾ ਵੱਡ ਭਾਗੀ ਵਡੱਪਣ ਭੱਜ ਗਿਆ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਗਰੀਬੀ ਆ ਗਈ ਹੈ, ਉਹਨਾਂ ਨਿਮਰਤਾਵਾਨ ਵਾਲਿਆਂ ਨੂੰ ਮਹਾਰਾਜ ਨੇ ਕਿਰਪਾ ਕੀਤੀ ਹੈ, ਐਸੀ ਦਾਤ ਬਖਸ਼ਿਸ਼ ਕੀਤੀ, ਵਾਹਿਗੁਰੂ ਦੇ ਨਾਮ ਦਾ ਪ੍ਰੇਮ ਦਾ ਰੰਗ ਲਾਇਆ ਹੈ। ਕਰਨ ਕਰਾਵਨ ਆਪੇ ਆਪ। ਉਹ ਫਿਰ ਨਿਸ਼ਚੈ ਕਰਕੇ ਜਾਣ ਲੈਂਦੇ ਹਨ ਕਿ ਸਭ ਕੁਝ ਕਰਨ ਕਰਾਉਣ ਵਾਲਾ ਪਰਮੇਸ਼ਰ ਆਪ ਹੈ, ਆਪ ਹੀ ਆਪ ਹੈ। ਆਪਣੇ ਸਰੂਪ ਤੋਂ ਵਾਹਿਗੁਰੂ ਨੇ ਜੀਵਾਂ ਨੂੰ ਪੈਦਾ ਕੀਤਾ ਹੈ, ਆਪ ਹੀ ਜੀਵਾਂ ਰੂਪ ਹੋ ਕਰਕੇ ਕਰਮਾਂ ਨੂੰ ਕਰਨ ਵਾਲਾ ਹੈ, ਆਪ ਹੀ ਵਾਹਿਗੁਰੂ ਸਰਬ ਜੀਵਾਂ ਦੀ ਪਰਵਰਿਸ਼ ਕਰ ਰਿਹਾ ਹੈ। ਸਦਾ ਸਦਾ ਨਾਨਕ ਹਰਿ ਜਾਪ। ਉਹ ਫਿਰ ਵਡਭਾਗਾ ਪੁਰਖ ਸਦਾ ਸਦਾ ਲਈ ਸਦੀਵੀ ਕਾਲ ਲਈ ਜੀਵਨ ਪਰਯੰਤ ਵਾਹਿਗੁਰੂ ਦਾ ਜਾਪ ਕਰਦਾ ਹੈ। ਸਦਾ ਸਦਾ ਨਾਨਕ ਹਰਿ ਜਾਪ। ਹੈ ਜੀਵ ਜਪਣੇ ਯੋਗ ਵਾਹਿਗੁਰੂ ਦੇ ਜਾਪ ਨੂੰ ਸਦਾ ਲਈ ਕਰਦਾ ਰਿਹਾ ਕਰ, ਕਦੇ ਵੀ ਵਾਹਿਗੁਰੂ ਦੇ ਜਾਪ ਨੂੰ ਵਿਸਾਰਿਆ ਨਾ ਕਰ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵਾਹਿਗੁਰੂ ਦਾ ਜਾਪ ਕਰਿਆ ਕਰ। ਕਰਨ ਕਰਾਵਨ ਕਰਨਹਾਰ। ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਪਰਵਿਸ਼ ਕਰਨ ਵਾਲਾ ਅਤੇ ਲੈਤਾ ਕਰਨ ਵਾਲਾ, ਸਭ ਕੁਝ ਮਹਾਰਾਜ ਕਹਿੰਦੇ ਕਰਨਹਾਰਾ, ਸਰਬ ਕਲਾ ਸਮਰੱਥ, ਸਭ ਜੀਵਾਂ ਨੂੰ ਕਰਨ ਕਰਾਉਣ ਵਾਲਾ ਪਰਮੇਸ਼ਰ ਹੈ। ਇਸ ਕਾ ਹਾਥ ਕਹਾ ਵਿਚਾਰ। ਇਹ ਗੁਰਸਿੱਖੋ ਵਿਚਾਰ ਕਰਕੇ ਦੇਖੋ, ਇਹ ਬਪੜੇ ਜੀਵ ਦੇ ਹੱਥ ਵਿੱਚ ਕੀ ਹੈ? ਕੁਝ ਵੀ ਨਹੀਂ ਹੈ। ਇਹ ਤਾਂ ਇੱਕ ਕਠਪੁਤਲੀ ਦੀ ਤਰ੍ਹਾਂ ਹੈ। ਪਰਮਾਤਮਾ ਹੀ ਹੈ, ਜੀਵ ਨੂੰ ਨਚਾਵਦਾ ਪਿਆ, ਜੋ ਕੁਝ ਚਾਹੇ ਪਰਮਾਤਮਾ ਇਹਦੇ ਤੋਂ ਕਰਵਾਵਦਾ ਪਿਆ। ਇਹ ਐਵੇਂ ਬਾਰ-ਬਾਰ ਮਾਣ ਕਰਦਾ, ਐਵੇਂ ਹੀ ਹੰਕਾਰ ਕਰਦਾ ਰਹਿੰਦਾ। ਇਸ ਕਾ ਹਾਥ ਕਹਾ ਵਿਚਾਰ। ਮਹਾਰਾਜ ਕਹਿੰਦੇ ਵਿਚਾਰ ਕਰਕੇ ਦੇਖ ਲਓ, ਇਹ ਬਪੜੇ ਜੀਵ ਦੇ ਹੱਥਾਂ ਵਿੱਚ ਕੁਝ ਵੀ ਨਹੀਂ ਹੈ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਪਰਮਾਤਮਾ ਜਿਹੋ ਜਿਹੀ ਜੀਵ ਦੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ, ਇਹ ਜੀਵ ਉਹੋ ਜਿਹਾ ਹੀ ਹੋ ਜਾਂਦਾ ਹੈ ਜਿੱਦਾਂ ਦੀ ਪਰਮਾਤਮਾ ਪਰਾਰਬਧ ਅਨੁਸਾਰ ਕਿਰਪਾ ਕਰ ਦਿੰਦਾ ਹੈ। ਕਦੇ ਤਮੋਗੁਣੀ ਸੁਭਾਅ ਵਾਲਾ ਹੋ ਜਾਂਦਾ, ਕਦੇ ਰਜੋਗੁਣੀ, ਕਦੇ ਸਤੋਗੁਣੀ ਬਣ ਜਾਂਦਾ, ਕਦੇ ਕ੍ਰੋਧੀ, ਕਦੇ ਲੋਭੀ ਬਣ ਜਾਂਦਾ, ਕਦੇ ਸ਼ਾਂਤ ਸੁਭਾਅ ਬਣਾ ਲੈਂਦਾ। ਮਹਾਰਾਜ ਕਹਿੰਦੇ ਪਰਮਾਤਮਾ ਦੀ ਜਿਹੋ ਜਿਹੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ, ਇਹ ਜੀਵ ਉਸੇ ਤਰ੍ਹਾਂ ਹੀ ਜੀਵਨ ਨਿਰਵਾਹ ਕਰਦਾ ਹੈ। ਆਪੇ ਆਪ ਆਪ ਪ੍ਰਭ ਸੋਏ। ਉਹ ਪਰਮਾਤਮਾ ਆਪ ਹੀ ਸਤਿਗੁਰੂ ਰੂਪ ਹੈ, ਆਪ ਹੀ ਜਗਿਆਸੂ ਰੂਪ ਹੈ, ਆਪ ਹੀ ਮਹਾਰਾਜ ਕਹਿੰਦੇ ਸਿੱਖ ਰੂਪ ਹੋ ਕਰਕੇ ਸਿੱਖਿਆ ਨੂੰ ਧਾਰਨ ਕਰਨ ਵਾਲਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਨੂੰ ਮਨ ਕਰਕੇ ਵੀ ਆਪ ਜਾਣ, ਬਾਣੀ ਕਰਕੇ ਵੀ ਆਪ ਜਾਣ, ਸਰੀਰ ਕਰਕੇ ਵੀ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਨੂੰ ਆਪ ਹੀ ਜਾਣਨਾ ਕਰ ਕਿ ਸਭ ਕੁਝ ਕਰਨ ਕਰਾਉਣ ਵਾਲਾ ਵਾਹਿਗੁਰੂ ਆਪ ਹੈ, ਮੇਰਾ ਕੋਈ ਬਲ ਨਹੀਂ ਹੈ। ਜੋ ਕਿਛ ਕੀਨੋ ਸੋ ਆਪਣਾ ਰੰਗ। ਜੋ ਕੁਝ ਵੀ ਪਰਮੇਸ਼ਰ ਕਰਦਾ ਹੈ ਆਪਣੇ ਆਨੰਦ ਕਰਕੇ ਹੈ। ਮਹਾਰਾਜ ਕਹਿੰਦੇ ਆਪਣੇ ਰੰਗ ਦੇ ਵਿੱਚ ਉਹ ਕਿਸੇ ਦੇ ਅਧੀਨ ਹੋਰ ਕਰਕੇ ਨਹੀਂ, ਸੰਸਾਰ ਦੇ ਅੰਦਰ ਜੀਵਾਂ ਤੋਂ ਕਰਮ ਕਮਾਵਣਾ ਕਰਦਾ, ਕਿਸੇ ਦੇ ਅਧੀਨ ਜਾਂ ਕਿਸੇ ਦੀ ਸਲਾਹ ਮਸ਼ਵਰਾ ਲੈ ਕਰਕੇ ਨਹੀਂ। ਕਿਸ ਨਾ ਸਾਜੇ ਕਿਸ ਨਾ ਢਾਹੇ। ਮਹਾਰਾਜ ਕਹਿੰਦੇ ਕਿਸ ਨਾ ਲੇਵੈ ਦੇ, ਕਿ ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇ। ਕਿਸੇ ਤੋਂ ਪੁੱਛਦਾ ਨਹੀਂ, ਦਾਤ ਦੇਣ ਲੱਗਿਆ, ਜੀਵ ਤੋਂ ਦਾਤ ਖੋਣ ਲੱਗਿਆ ਵੀ ਕਿਸੇ ਦੀ ਸਲਾਹ ਨਹੀਂ ਦਿੰਦਾ। ਮਹਾਰਾਜ ਕਹਿੰਦੇ ਉਹ ਵਾਹਿਗੁਰੂ ਆਪ ਹੀ ਸਭ ਕੁਝ ਆਪ ਹੈ। ਸਭ ਤੇ ਦੂਰ ਸਭ ਹੋ ਕੈ ਸੰਗ। ਜਿਹੜੇ ਸੰਸਾਰ ਦੇ ਵਿਕਾਰੀ ਜੀਵ ਹਨ, ਨਾਸਤਿਕ ਜੀਵ ਹੈ, ਉਹਨਾਂ ਦੇ ਕੋਲ ਹੁੰਦਾ ਹੋਇਆ ਵੀ ਪਰਮਾਤਮਾ ਦੂਰ ਭਾਸਦਾ ਹੈ। ਫਿਰ ਜਿਹੜੇ ਗੁਰਮੁਖ ਪਿਆਰੇ ਨਿਮਰਤਾਵਾਨ ਹੋ ਕਰਕੇ ਰਹਿੰਦੇ, ਤਿਨਾਂ ਦੇ ਹਿਰਦੇ ਅੰਦਰ ਮਹਾਰਾਜ ਕਹਿੰਦੇ ਸਦਾ ਹੀ ਸਾਖਸ਼ਾਤ ਰਹਿੰਦਾ ਹੈ। ਸਭ ਤੇ ਨੇਰਾ ਸਭ ਹੂ ਤੇ ਦੂਰ। ਜਿਹੜੇ ਗੁਰਮੁਖ ਪਿਆਰੇ ਹੈ ਉਹ ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਨੇੜੇ ਜਾਣਦੇ ਆ। ਇਸ ਪ੍ਰਕਾਰ ਤਿਨਾਂ ਨੂੰ ਸਦਾ ਹੀ ਪਰਮਾਤਮਾ ਸਾਖਸ਼ਾਤ ਹੋ ਕਰਕੇ ਦੀਦਾਰ ਬਖਸ਼ਦਾ ਹੈ। ਬੂਝੈ
ਬੂਝੈ ਦੇਖੈ ਕਰੈ ਵਿਵੇਕ। ਜਿਹੜੇ ਜੀਵ ਵਾਹਿਗੁਰੂ ਦੇ ਸਰੂਪ ਨੂੰ ਬੁੱਝ ਲੈਂਦੇ ਹਨ, ਮਹਾਰਾਜ ਕਹਿੰਦੇ ਉਹੀ ਪਰਮਾਤਮਾ ਨੂੰ ਦੇਖਦੇ ਆ, ਤੇ ਵਿਵੇਕਵਾਨ ਗਿਆਨਵਾਨ ਵੀ ਉਹੀ ਬਣਦੇ ਆ ਜੋ ਪਰਮਾਤਮਾ ਦੇ ਸਰੂਪ ਨੂੰ ਦੇਖਦੇ ਹਨ। ਗਿਆਨ ਤੋਂ ਬਿਨਾਂ ਜੀਵ ਨੂੰ ਸਮਝ ਨਹੀਂ ਪੈਂਦੀ। ਇਸ ਕਰਕੇ ਬੂਝੈ ਦੇਖੈ ਕਰੈ ਵਿਵੇਕ, ਅਥਵਾ ਮਹਾਰਾਜ ਕਹਿੰਦੇ ਵਾਹਿਗੁਰੂ ਆਪ ਹੀ ਦਿਲਾਂ ਦੀਆਂ ਬੁੱਝ ਰਿਹਾ ਹੈ, ਕਿਉਂਕਿ ਉਹ ਪਰਮਾਤਮਾ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਭ ਦੇ ਹਿਰਦਿਆਂ ਦੀ ਬੁੱਝਣ ਵਾਲਾ ਉਹ ਪਰਮਾਤਮਾ ਆਪ ਹੈ, ਸਭ ਦੇ ਦਿਲਾਂ ਦੀ ਜਾਣਨਹਾਰਾ ਹੈ। ਫਿਰ ਸਭ ਦੀਆਂ ਕਰਮ ਕਰਤੂਤਾਂ, ਸਭ ਦੀਆਂ ਸਾਡੀਆਂ ਕਰਤੂਤਾਂ ਨੂੰ ਦੇਖਦਾ ਪਿਆ। ਮਹਾਰਾਜ ਕਹਿੰਦੇ ਕਿ ਬੂਝੈ ਦੇਖੈ ਕਰੈ ਵਿਵੇਕ, ਆਪ ਹੀ ਦੋਵਾਂ ਤੋਂ ਇੱਕ ਰੂਪ ਹੋ ਕਰਕੇ ਵਰਤ ਰਿਹਾ ਹੈ। ਆਪ ਹੀ ਉਹ ਪਰਮਾਤਮਾ ਗਿਆਨ ਸਰੂਪ ਹੈ। ਆਪ ਹੈ ਏਕ ਆਪ ਹੈ ਅਨੇਕ। ਨਿਰਗੁਣ ਸਰੂਪ ਦੇ ਵਿੱਚ ਪਰਮੇਸ਼ਰ ਆਪ ਹੀ ਇੱਕ ਹੈ, ਤੇ ਸਰਗੁਣ ਸਰੂਪ ਦੇ ਵਿੱਚ ਆਪ ਹੀ ਅਨੇਕਾਂ ਰੂਪ ਹੋ ਕਰਕੇ ਵਰਤ ਰਿਹਾ ਹੈ। ਸਾਰੀ ਸ੍ਰਿਸ਼ਟੀ ਰੂਪ ਹੋ ਕਰਕੇ ਇਹ ਸਰਗੁਣ ਸਰੂਪ ਹੈ ਪਰਮਾਤਮਾ ਦਾ, ਕਿ ਅਨੇਕਾਂ ਰੂਪ ਧਾਰਨ ਕਰੀ ਬੈਠਾ ਹੈ। ਮਰੈ ਨਾ ਬਿਨਸੈ ਆਵੈ ਨਾ ਜਾਏ। ਹਜੂਰ ਕਹਿੰਦੇ ਹੋ ਪਰਮਾਤਮਾ ਸੰਸਾਰ ਦੇ ਜੀਵਾਂ ਦੀ ਤਰ੍ਹਾਂ ਮਰਦਾ ਨਹੀਂ ਹੈ, ਮੌਤ ਮਾਰ ਨਹੀਂ ਸਕਦੀ। ਨਾ ਮਹਾਰਾਜ ਕਹਿੰਦੇ ਬਿਨਸੈ ਬਿਨਸ ਸਕਦਾ, ਨਾ ਆਵਾਗਮਨ ਦੇ ਚੱਕਰ ਵਿੱਚ ਪੈਂਦਾ, ਨਾ ਆਉਂਦਾ ਤੇ ਜਾਂਦਾ ਹੈ। ਮਰੈ ਨਾ ਬਿਨਸੈ, ਨਾ ਮਰਨ ਵਾਲਾ ਹੈ ਉਹ ਪਰਮਾਤਮਾ। ਤੇ ਜਿਵੇਂ ਬਾਲਕ ਅਵਸਥਾ ਨਾਸ ਹੋ ਜਾਂਦੀ, ਫਿਰ ਜਵਾਨੀ ਦੀ ਅਵਸਥਾ ਆ ਜਾਂਦੀ ਹੈ। ਜਵਾਨੀ ਤੋਂ ਬਾਅਦ ਫਿਰ ਬੁਢੇਪਾ ਆ ਜਾਂਦਾ। ਮਹਾਰਾਜ ਕਹਿੰਦੇ ਐਵੇਂ ਉਹ ਪਰਮਾਤਮਾ ਦੀ ਅਵਸਥਾ ਵੀ ਕਦੇ ਇਹ ਚੀਜ਼ ਬਦਲਦੀ ਨਹੀਂ ਹੈ, ਬਿਨਸਦੀ ਨਹੀਂ ਹੈ। ਤੇ ਜੀਵਾਂ ਦੀ ਤਰ੍ਹਾਂ ਆਵਾਗਮਨ ਦੇ ਚੱਕਰ ਵਿੱਚ ਵੀ ਨਹੀਂ ਪੈਂਦਾ, ਐਸਾ ਜੰਮਣ ਮਰਨ ਤੋਂ ਰਹਿਤ ਹੈ। ਨਾਨਕ ਸਦ ਹੀ ਰਹਿਆ ਸਮਾਏ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਸਦਾ ਹੀ ਪਰਮਾਤਮਾ ਸਭ ਜੀਵਾਂ ਦੇ ਵਿੱਚ ਸਮਾਇਆ ਰਹਿੰਦਾ ਹੈ। ਆਪ ਉਪਦੇਸੈ ਸਮਝੈ ਆਪ। ਪਰਮੇਸ਼ਰ ਆਪ ਹੀ ਗੁਰੂ ਰੂਪ ਹੋ ਕਰਕੇ ਉਪਦੇਸ਼ ਦਿੰਦਾ ਹੈ, ਅਤੇ ਆਪ ਹੀ ਸਿੱਖ ਰੂਪ ਹੋ ਕਰਕੇ ਉਪਦੇਸ਼ ਸਮਝਦਾ ਹੈ, ਹਿਰਦੇ ਵਿੱਚ ਧਾਰਦਾ ਹੈ। ਆਪੇ ਰਚਿਆ ਸਭ ਕੈ ਸਾਥ। ਪਰਮਾਤਮਾ ਨੇ ਆਪ ਹੀ ਸੰਸਾਰ ਨੂੰ ਰਚਿਆ ਹੈ, ਤੇ ਆਪ ਹੀ ਜੋਤ ਰੂਪ ਹੋ ਕਰਕੇ ਸਭ ਦੇ ਸਾਥ, ਸਭ ਦੇ ਨਾਲ ਰਹਿੰਦਾ ਹੈ। ਆਪ ਕੀਨੋ ਆਪਨ ਵਿਸਥਾਰ। ਪਰਮਾਤਮਾ ਨੇ ਆਪ ਹੀ ਆਪਣੇ ਸਰੂਪ ਤੋਂ ਸਾਰੀ ਸ੍ਰਿਸ਼ਟੀ ਦਾ ਵਿਸਥਾਰ ਕੀਤਾ ਹੈ। 4 ਖਾਣੀਆਂ ਵਿੱਚ 84 ਲੱਖ ਜੂਨਾਂ ਨੂੰ ਬਣਾਇਆ, 5 ਤੱਤਾਂ ਤੋਂ ਸੂਖਸ਼ਮ ਤੇ ਸਥੂਲ ਤੱਤਾਂ ਤੋਂ ਬਣਾ ਦਿੱਤਾ ਹੈ। ਸਭ ਕਛ ਉਸ ਕਾ ਉਹ ਕਰਨਾ ਹਾਰ। ਮਹਾਰਾਜ ਕਹਿੰਦੇ ਇਹ ਜੀਵ ਤੇਰੇ ਮਨ ਵਿੱਚ ਭੁਲੇਖਾ ਨਾ ਹੋਵੇ, ਤੇ ਕੁਝ ਨਾ ਕੁਝ ਤੇ ਮੇਰਾ ਆਪਣਾ ਹੋਵੇਗਾ ਹੀ ਨਾ। ਸਭ ਕੁਝ ਉਸ ਕਾ, ਸਭ ਕੁਝ ਪਰਮਾਤਮਾ ਦਾ ਹੀ ਹੈ, ਕੁਝ ਵੀ ਤੇਰਾ ਨਹੀਂ ਹੈ। ਤੇਰਾ ਤੇ ਸਰੀਰ ਵੀ ਆਪਣਾ ਨਹੀਂ, ਐਵੇਂ ਹੰਕਾਰ ਕਰਦਾ। ਸਭ ਕੁਝ ਕਰਨ ਕਰਾਉਣ ਵਾਲਾ ਵਾਹਿਗੁਰੂ ਹੈ। ਉਸ ਤੇ ਭਿੰਨ ਕਹੋ ਕਿਛ ਹੋਏ। ਇਹ ਜੀਵ ਉਹ ਪਰਮਾਤਮਾ ਤੋਂ ਵੱਖਰਾ ਤੂੰ ਕਿਵੇਂ ਹੋ ਜਾਵੇਂਗਾ? ਕਿਵੇਂ ਓਲੇ ਹੋ ਕਰਕੇ ਚੋਰੀਆਂ ਕਰ ਲਵੇਂਗਾ, ਡਾਕੇ ਮਾਰ ਲਵੇਂਗਾ, ਝੂਠ ਬੋਲ ਲਵੇਂਗਾ? ਪਰਮਾਤਮਾ ਹਰ ਤੇਰੀ ਹਰਕਤ ਨੂੰ ਦੇਖਦਾ ਪਿਆ, ਹਰ ਸਮੇਂ ਤੇਰੇ ਕਰਮਾਂ ਨੂੰ ਦੇਖਦਾ, ਹਰ ਸਮੇਂ ਸੁਣਦਾ ਪਿਆ ਹੈ। ਥਾਨ ਥਨੰਤਰ ਏਕੈ ਸੋਏ। ਕਿਉਂਕਿ ਸਾਰਿਆਂ ਥਾਵਾਂ ਤੇ ਥਨੰਤਰ ਥਾਵਾਂ ਦੇ ਵਿੱਚ ਰਹਿਣ ਵਾਲੇ ਜੀਵਾਂ ਦੇ ਵਿੱਚ ਤਾਂ ਇੱਕ ਪਰਮਾਤਮਾ ਹੀ ਹੈ, ਫਿਰ ਕਿਵੇਂ ਤੂੰ ਮੁੱਕਰ ਜਾਵੇਂਗਾ? ਮਹਾਰਾਜ ਕਹਿੰਦੇ ਉਹ ਪਰਮਾਤਮਾ ਤੋਂ ਨਹੀਂ ਕਦੇ ਤੂੰ ਮੁੱਕਰ ਸਕੇਂਗਾ। ਵਾਹਿਗੁਰੂ ਹਰ ਸਮੇਂ ਤੈਨੂੰ ਦੇਖਦਾ ਹੈ, ਹਰ ਸਮੇਂ ਤੈਨੂੰ ਸੁਣਦਾ ਪਿਆ ਹੈ। ਆਪਣੇ ਚਲਤ ਆਪ ਕਰਨਾ ਹਾਰ। ਪਰਮਾਤਮਾ ਦੇ ਬੇਅੰਤ ਸੰਸਾਰ ਦੇ ਚਲਤ ਚਰਿੱਤਰ ਕੌਤਕ ਹੈ। ਆਪ ਹੀ ਪਰਮਾਤਮਾ ਸਭ ਕੌਤਕਾਂ ਨੂੰ ਕਰਨ ਵਾਲਾ ਹੈ। ਐਸੇ ਹੈਰਾਨੀਜਨਕ ਪਰਮਾਤਮਾ ਦੇ ਕੌਤਕ ਹੈ, ਹੈਰਾਨੀਜਨਕ ਵਾਹਿਗੁਰੂ ਜੀ ਦੀ ਲੀਲਾ ਹੈ। ਸਭ ਕੌਤਕਾਂ ਨੂੰ ਕਰਨ ਵਾਲਾ ਪਰਮੇਸ਼ਰ ਹੈ। ਕੌਤਕ ਕਰੈ ਰੰਗ ਆਪਾਰ। ਮਹਾਰਾਜ ਕਹਿੰਦੇ ਆਪਣੇ ਅਪਾਰ, ਜਿਹਦੇ ਉਰਾਰ ਪਾਰ ਦਾ ਅੰਤ ਨਹੀਂ ਪੈਂਦਾ, ਐਸੇ ਆਨੰਦ ਦੇ ਵਿੱਚ ਆਪ ਹੀ ਕੌਤਕ ਕਰਦਾ ਰਹਿੰਦਾ। ਐਸੇ ਵਾਹਿਗੁਰੂ ਦੇ ਕੌਤਕ ਹੈ। ਮਹਾਰਾਜ ਕਹਿੰਦੇ
ਕਿ ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ। ਕਿ ਚਾਹੇ ਤਾਂ ਪਾਣੀ ਦੀ ਥਾਂ ਤੇ ਥਲ ਸੁੱਕੇ ਮਾਰੂ ਥਲੇ ਇਲਾਕੇ ਬਣਾ ਦੇਵੇ, ਚਾਹੇ ਤਾਂ ਥਲਾਂ ਦੀ ਥਾਂ ਪਾਣੀ ਹੀ ਪਾਣੀ ਕਰ ਦੇਵੇ। ਇਹ ਪ੍ਰਮਾਤਮਾ ਦੇ ਕੌਤਕ ਹੈ। ਚਾਹੇ ਤਾਂ ਭਿਖਾਰੀਆਂ ਨੂੰ ਰਾਜੇ ਬਣਾ ਦੇਵੇ, ਜੇ ਪ੍ਰਮਾਤਮਾ ਚਾਹੇ ਤੇ ਛਿਨ ਮਾਤਰ ਸਮੇਂ ਵਿੱਚ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਹੈ। ਮੂਰਖਾਂ ਨੂੰ ਵਿਦਵਾਨ, ਵਿਦਵਾਨਾਂ ਨੂੰ ਮੂਰਖ ਬਣਾ ਦਿੰਦਾ ਹੈ, ਬੇਸਮਝ ਬਣਾ ਦਿੰਦਾ ਹੈ। ਐਸੇ ਮਹਾਰਾਜ ਹਜ਼ੂਰ ਕਹਿੰਦੇ ਹੈਰਾਨੀਜਨਕ ਵਾਹਿਗੁਰੂ ਜੀ ਦੇ ਕੌਤਕ ਹੈ, ਪਰ ਸਭ ਕਰਨ ਵਾਲਾ ਪਰਮੇਸ਼ਰ ਆਪ ਹੀ ਹੈ। ਮਨ ਮਹਿ ਆਪ ਮਨ ਆਪਣੇ ਮਾਹੇ। ਪਰਮਾਤਮਾ ਆਪ ਹੀ ਜੀਵਾਂ ਦੇ ਮਨਾਂ ਵਿੱਚ ਹੋ ਕਰਕੇ, ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ ਹੈ। ਮਨ ਮਹਿ ਆਪ ਮਨ ਆਪਣੇ ਮਾਹੇ, ਤੇ ਜੀਵਾਂ ਦੇ ਜਿਹੜੇ ਮਨ ਉਹਨਾਂ ਨੂੰ ਆਪਣੇ ਵਿੱਚ ਸਮਾਉਣ ਵਾਲਾ ਹੈ। ਔਰ ਇਸੇ ਪ੍ਰਕਾਰ ਮਨ ਮਹਿ ਆਪ ਮਨ ਆਪਣੇ ਮਾਹੇ। ਮਹਾਰਾਜ ਕਹਿੰਦੇ ਜਿੰਨੇ ਵੀ ਸੰਸਾਰ ਦੇ ਜੀਵਾਂ ਦੇ ਅੰਦਰ ਪ੍ਰਮਾਤਮਾ ਦੀ ਅੰਸ਼ ਹੈ ਨਾ, ਉਸ ਅੰਸ਼ ਵਿੱਚ ਪ੍ਰਮਾਤਮਾ ਆਪ ਬੈਠਾ ਹੈ। ਫਿਰ ਪ੍ਰਮਾਤਮਾ ਨੇ ਆਪਣੇ ਵਿੱਚ ਅੰਸ਼ ਨੂੰ ਮਿਲਾਵਣਾ ਕੀਤਾ ਹੈ ਪਰਮੇਸ਼ਰ ਦੇ ਵਿੱਚ, ਕਿਉਂਕਿ ਆਤਮਾ ਪਰਾਤਮਾ ਇੱਕੋ ਹੀ ਵਸਣ ਵਾਲੀ ਥਾਂ ਹੈ। ਪਰ ਹਉਮੈ ਦਾ ਵਿੱਚ ਪੜਦਾ ਪੈਣੇ ਕਰਕੇ ਮਹਾਰਾਜ ਕਹਿੰਦੇ ਦੋਵਾਂ ਦਾ ਮਿਲਾਪ ਨਹੀਂ ਹੁੰਦਾ ਪਿਆ। ਆਤਮਾ ਤੇ ਪਰਮਾਤਮਾ ਦਾ ਇਹ ਜੀਵ ਮਨ ਕਰਕੇ ਵਾਹਿਗੁਰੂ ਦੇ ਨਾਲ ਮਿਲ ਨਹੀਂ ਰਿਹਾ। ਨਾਨਕ ਕੀਮਤ ਕਹਿਨ ਨਾ ਜਾਏ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਆ, ਗੁਰਸਿੱਖੋ ਵਾਹਿਗੁਰੂ ਦੇ ਸਰੂਪ ਦੀ, ਪਰਮਾਤਮਾ ਦੇ ਜੋ ਬੇਅੰਤ ਕੌਤਕ ਹਨ, ਤਿਨਾਂ ਦੀ ਕੀਮਤ ਨੂੰ ਕਦੇ ਕਿਹਾ ਨਹੀਂ ਜਾ ਸਕਦਾ। ਸਤ 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 ਪ੍ਰਭ ਸੁਆਮੀ। ਉਹ ਪਰਮਾਤਮਾ ਆਦਿ ਕਾਲ ਦੇ ਵਿੱਚ ਵੀ ਸੱਚਾ ਸੀ, ਯੁੱਗਾਂ ਯੁੱਗਾਂ ਵਿੱਚ ਵੀ ਸੱਚਾ ਸੀ, ਹੁਣ ਵੀ ਸੱਚਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਸੁਆਮੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ, ਉਸ ਨੂੰ ਮਨ ਕਰਕੇ ਵੀ ਸੱਚਾ ਜਾਣ, ਬਾਣੀ ਕਰਕੇ ਵੀ ਸੱਚਾ ਜਾਣ, ਸਰੀਰ ਕਰਕੇ ਵੀ ਸੱਚਾ ਜਾਣਨਾ ਕਰ। ਸਤ 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 ਪ੍ਰਭ ਸੁਆਮੀ, ਜੋ ਸਭ ਦਾ ਮਾਲਕ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਵੀ ਸੱਚਾ ਹੈ, ਗੁਰੂ ਰੂਪ ਹੋ ਕਰਕੇ ਵੀ ਪ੍ਰਮਾਤਮਾ ਸਤਿਗੁਰੂ ਵੀ ਸੱਚਾ ਹੈ। ਫਿਰ ਮਹਾਰਾਜ ਸਾਹਿਬ ਜੀ ਨੇ ਸ਼ਬਦ ਦੇ ਲੜ ਲਗਾਈ ਹੈ, ਗੁਰਬਾਣੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਦੀਵੀ ਕਾਲ ਦੀ ਸੱਚੀ ਹੈ। ਜਿਵੇਂ ਸਤਿਗੁਰੂ ਜੀ ਦਾ ਬਚਨ ਆਉਂਦਾ ਹੈ ਨਾ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਮਹਾਰਾਜ ਕਹਿੰਦੇ ਸਭ ਤੋਂ ਸ਼੍ਰੋਮਣੀ ਤੇ ਸੱਚੀ ਬਾਣੀ ਹੈ। ਐਸੀ ਧੁਰੋਂ ਆਈ ਹੋ ਗੁਰੂ ਕੀ ਬਾਣੀ, ਰੱਬੀ ਬਾਣੀ, ਸੱਚੀ ਬਾਣੀ, ਅੰਮ੍ਰਿਤਮਈ ਮਹਾਰਾਜ ਦੀ ਬਾਣੀ ਹੈ, ਸਦੀਵੀ ਕਾਲ ਲਈ ਸੱਚੀ ਹੈ। ਔਰ ਪ੍ਰਮਾਤਮਾ ਵੀ ਸਦਾ ਲਈ ਸੱਚਾ ਜਾਣਨਾ ਕਰ। ਗੁਰ ਪ੍ਰਸਾਦ ਕਿਨੈ ਵਖਿਆਨੀ। ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਕਿਸੇ ਵਿਰਲੇ ਨੇ ਹੀ ਮਹਾਰਾਜ ਦੀ ਬਾਣੀ ਦਾ ਵਖਿਆਨ ਕੀਤਾ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਦਾ, ਪਰਮੇਸ਼ਰ ਦੀਆਂ ਵਡਿਆਈਆਂ ਨੂੰ ਕਥਨ ਕੀਤਾ ਹੈ। ਸੱਚ 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 ਸਭ ਕੀ ਨਾ। ਪਰਮਾਤਮਾ ਨੇ ਆਦਿ ਕਾਲ ਦੇ ਵਿੱਚ ਵੀ ਸੱਚ ਸਰੂਪ ਤੋਂ ਸਭ ਕੁਝ ਕੀਤਾ ਸੀ। ਮਹਾਰਾਜ ਕਹਿੰਦੇ ਹੁਣ ਵੀ ਆਉਣ ਵਾਲੇ ਸਮੇਂ ਵਿੱਚ ਸੱਚ ਸਰੂਪ ਤੋਂ ਹੀ ਪੈਦਾ ਕਰੇਗਾ। ਜੋ ਕੁਝ ਵੀ ਹੈ ਸੱਚੇ ਪਰਮਾਤਮਾ ਦੇ ਸਰੂਪ ਕਰਕੇ ਹੈ। ਸੱਚ 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 ਸਭ ਕੀਨਾ। ਐ ਜੀ ਮਨ ਕਰਕੇ ਵੀ ਪਰਮਾਤਮਾ ਦੇ ਸੱਚੇ ਸਰੂਪ ਨੂੰ ਕੀਤੇ ਹੋਏ ਨੂੰ ਜਾਣ। ਜੋ ਕੁਝ ਵੀ ਕੀਤਾ ਸੱਚੇ ਪਰਮਾਤਮਾ ਨੇ ਕੀਤਾ। ਬਾਣੀ ਕਰਕੇ ਵੀ, ਸਰੀਰ ਕਰਕੇ ਵੀ ਉਹ ਪਰਮਾਤਮਾ ਨੂੰ ਸਦੀਵੀ ਕਾਲ ਦੀ ਸੱਚਾ ਜਾਣ। ਕੋਟ ਮਦੇ ਕਿਨੈ ਬਿਰਲੇ ਚੀਨਾ। ਪਰ ਮਹਾਰਾਜ ਕਹਿੰਦੇ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਨੇ ਜਾਣਿਆ ਕਿ ਪਰਮਾਤਮਾ ਸੱਚਾ ਹੈ। ਸੱਚੇ ਪਰਮਾਤਮਾ ਤੋਂ ਸਭ ਕੁਝ ਹੋ ਰਿਹਾ ਹੈ। ਭਲਾ 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 ਤੇਰਾ ਰੂਪ। ਕੋਟ ਮਦੇ ਕਿਸੇ ਬਿਰਲਾ ਚੀਨਾ। ਮਹਾਰਾਜ ਕਹਿੰਦੇ ਕਿਸੇ ਵਿਰਲੇ ਨੇ ਜਾਣਨ ਕੀਤਾ ਕਰੋੜਾਂ ਦੇ ਵਿੱਚੋਂ। ਨਹੀਂ ਤਾਂ ਹਰ ਕੋਈ ਕਹਿੰਦਾ ਕਿ ਸਭ ਕੁਝ ਮੈਂ ਕਰਦਾ, ਮੇਰੇ ਤੋਂ ਬਿਨਾਂ ਕੌਣ ਹੈ ਜਿਹੜਾ ਸੰਸਾਰ ਦੇ ਅੰਦਰ ਕੋਈ ਕਾਰਜ ਕਰਦਾ ਹੋਵੇ। ਨਾ, ਮੇਰੇ ਵਰਗਾ ਕੌਣ ਹੈ ਬਲੀ ਸੰਸਾਰ ਦੇ ਅੰਦਰ ਗਿਆਨਵਾਨ, ਚਤਰ ਚਲਾਕ, ਸਿਆਣਪਾਂ ਵਾਲਾ। ਮਹਾਰਾਜ ਕਹਿੰਦੇ ਕੋਈ ਨਹੀਂ ਮੰਨਦਾ। ਜਿਹੜਾ ਨਿਮਰਤਾਵਾਨ ਹੈ ਨਾ, ਉਸੇ ਨੇ ਪਰਮਾਤਮਾ ਦੇ ਸਰੂਪ ਨੂੰ ਜਾਣਿਆ।
ਜਿਸ ਹਿਰਦੇ ਅੰਦਰ ਵਾਹਿਗੁਰੂ ਨੇ ਗਰੀਬੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਭਲਾ 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 ਤੇਰਾ ਰੂਪ। ਇਹ ਪ੍ਰਮਾਤਮਾ ਆਪ ਜੀ ਦਾ ਜਿਹੜਾ ਭੂਤ ਕਾਲ ਦੇ ਵਿੱਚ ਵੀ ਮਹਾਰਾਜ ਸਰੂਪ ਭਲਾ ਸੀ, ਚੰਗਾ ਸੀ, ਵਰਤਮਾਨ ਸਮੇਂ ਵਿੱਚ ਵੀ ਚੰਗਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਮਹਾਰਾਜ ਆਪ ਜੀ ਦਾ ਸਰੂਪ ਭਲਾ ਹੋਵੇਗਾ। ਮਹਾਰਾਜ ਸਭ ਤੋਂ ਆਪ ਜੀ ਦਾ ਸਰੂਪ ਚੰਗਾ ਹੋਵੇਗਾ। ਅਤਿ ਸੁੰਦਰ ਅਪਾਰ ਅਨੂਪ। ਅਤਿਸ਼ੇ ਕਰਕੇ ਬਹੁਤ ਸੁੰਦਰ ਹੈ। ਅਨੂਪ ਕਹੀਏ ਕਿ ਉਪਮਾ ਤੋਂ ਰਹਿਤ। ਪਹਿਲਾਂ ਮਹਾਰਾਜ ਕਹਿੰਦੇ ਅਤਿਸ਼ੇ ਬਹੁਤ ਮਹਾਰਾਜ ਆਪ ਜੀ ਦਾ ਸਰੂਪ ਸੁੰਦਰ ਹੈ। ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ। ਤੇ ਕਿੰਨਾ ਕੁ ਸੁੰਦਰ ਹੈ ਮਹਾਰਾਜ, ਸਾਨੂੰ ਕਿਸੇ ਦੀ ਉਪਮਾ ਨਜ਼ਰ ਹੀ ਨਹੀਂ ਆਉਂਦੀ ਕਿ ਕਿਸੇ ਨਾਲ ਆਪ ਜੀ ਦੀ ਸੁੰਦਰਤਾ ਦੀ ਉਪਮਾ ਦੇ ਸਕੀਏ, ਕਿਸੇ ਦੇ ਨਾਲ ਮਹਾਰਾਜ ਤੁਲਨਾ ਕਰ ਸਕੀਏ। ਜਿਵੇਂ ਕਿਹਾ ਜਾਂਦਾ ਕਿ ਇਹ ਮਨੁੱਖ ਅਮਕੇ ਵਰਗਾ ਹੈ ਕਿ ਫਲਾਣੇ ਵਰਗਾ ਲੱਗਦਾ, ਇੰਨੀ ਦੀ ਸੁੰਦਰਤਾਈ ਹੈ। ਤੇ ਜਿਵੇਂ ਸਾਧ ਸੰਗਤ ਜੀ ਇਹ ਸੁਭਾਵਕ ਹੀ ਕਿਹਾ ਜਾਂਦਾ ਹੈ ਕਿ ਇਹ ਨਾਰ ਦੀ, ਇਹ ਇਸਤਰੀ ਦੀਆਂ ਜਿਹੜੀਆਂ ਅੱਖਾਂ ਹੈ ਇਹ ਹਿਰਨ ਵਰਗੀਆਂ ਅੱਖਾਂ ਨੇ ਜਦੋਂ ਕਿਤੇ ਸੁੰਦਰਤਾ ਦੀ ਗੱਲ ਕੀਤੀ ਜਾਂਦੀ ਹੈ। ਭਾਵ ਕਿਸੇ ਨਾ ਕਿਸੇ ਪੱਖੋਂ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਸੰਸਾਰ ਦੇ ਅੰਦਰ ਕਿਸੇ ਦੇ ਨਾਲ ਕਿਤੇ ਨਾ ਕਿਤੇ ਮੋੜ ਤੇ ਤੁਲਨਾ ਦਿੰਦਾ ਹੀ ਰਹਿੰਦਾ ਹੈ, ਕਿਸੇ ਨਾ ਕਿਸੇ ਥਾਂ ਤੇ। ਪਰ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਇੰਨੀ ਸੁੰਦਰਤਾ ਕਿਸੇ ਦੇ ਨਾਲ ਤੁਲਨਾ ਦਿੱਤੀ ਨਹੀਂ ਜਾ ਸਕਦੀ, ਕਥਨ ਕੀਤਾ ਹੀ ਨਹੀਂ ਜਾ ਸਕਦਾ। ਮਹਾਰਾਜ ਅਨੂਪ ਉਪਮਾ ਤੋਂ ਰਹਿਤ ਆਪ ਜੀ ਦੀ ਸੁੰਦਰਤਾ ਹੈ। ਕਿਸ ਨਾਲ ਕਥਨ ਕਰਾਂ ਕਿ ਮਹਾਰਾਜ ਆਪ ਦੀ ਐਸੀ ਸੁੰਦਰਤਾ ਹੈ। ਮਹਾਰਾਜ ਚੰਦਰਮਾ ਵਰਗੀ ਕਈਓ ਵੀ ਘਟਦਾ ਵਰਦਾ ਉਹ ਵੀ ਕਲੰਕੀ ਹੈ। ਜਾਂ ਮਹਾਰਾਜ ਹੋਰ ਕਿਸੇ ਨਾਲ ਸੁੰਦਰਤਾ ਦਾ ਮਹਾਰਾਜ ਆਪ ਜੀ ਦੀ ਤੁਲਨਾ ਕਰੀਏ ਫਿਰ ਵੀ ਮਹਾਰਾਜ ਆਪ ਜੀ ਦੀ ਸੁੰਦਰਤਾ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਮਹਾਰਾਜ ਹਜੂਰ ਕਹਿੰਦੇ ਅਤਿ ਸੁੰਦਰ ਅਪਾਰ ਅਨੂਪ। ਐਸੀ ਉਪਮਾ ਹੈ ਜਿਹਦੇ ਉਰਾਰ ਪਾਰ ਦਾ ਵੀ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਨਿਰਮਲ 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 ਤੇਰੀ ਬਾਣੀ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਮਹਾਰਾਜ ਆਪ ਜੀ ਦੀ ਜਿਹੜੀ ਨਾਮ ਬਾਣੀ ਹੈ ਨਾ ਮਹਾਰਾਜ ਉਜਲ ਸੀ, ਹੁਣ ਵੀ ਉਜਲ ਹੈ, ਆਉਣ ਵਾਲੇ ਸਮੇਂ ਵਿੱਚ ਵੀ ਉਜਲ ਹੋਵੇਗੀ। ਮਹਾਰਾਜ ਆਪ ਜੀ ਦੀ ਸ਼ਬਦ ਰੂਪ ਜੋ ਪਾਵਨ ਗੁਰਬਾਣੀ ਹੈ, ਜੇ ਸ਼ਬਦ ਦੇ ਲੜ ਆਪ ਜੀ ਨੇ ਸਾਨੂੰ ਲਗਾਇਆ ਹੈ। ਮਹਾਰਾਜ ਪਹਿਲਾਂ ਵੀ ਨਿਰਮਲ ਸੀ, ਹੁਣ ਵੀ ਨਿਰਮਲ, ਆਉਣ ਵਾਲੇ ਸਮੇਂ ਵਿੱਚ ਵੀ ਨਿਰਮਲ ਹੋਵੇਗੀ। ਜਿਨ੍ਹਾਂ ਨੇ ਨਿਸ਼ਚੈ ਕਰਕੇ ਜਾਣਿਆ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਪੂਰਨ ਵਿਸ਼ਵਾਸ ਰੱਖਿਆ, ਉਹ ਮਨ ਕਰਕੇ ਵੀ ਮਹਾਰਾਜ ਦੀ ਬਾਣੀ ਨੂੰ ਉਜਲ ਜਾਣਦੇ ਹੈ। ਬਾਣੀ ਕਰਕੇ ਵੀ ਸਰੀਰ ਕਰਕੇ ਵੀ ਤਿਨਾਂ ਨੇ ਉਜਲ ਜਾਣਿਆ ਹੈ। ਘਾਟ ਘਾਟ ਸੁਨੀ ਸ਼ਰਵਨ ਬਖਿਆਣੀ। ਹਜੂਰ ਕਹਿੰਦੇ ਤਿਨਾਂ ਨੇ ਆਪਣੇ ਸਭ ਘਾਟਾਂ ਘਾਟਾਂ ਸਭ ਹਿਰਦਿਆਂ ਦੇ ਵਿੱਚ ਪਰਮੇਸ਼ਰ ਦੀ ਨਾਮ ਬਾਣੀ ਨੂੰ ਸੁਣਿਆ ਹੈ। ਫਿਰ ਉਹਦਾ ਵਿਖਿਆਨ ਕਥਨ ਕੀਤਾ ਕਿ ਇਸ ਸੰਸਾਰ ਦੇ ਲੋਗੋ ਪਰਮੇਸ਼ਰ ਦੀ ਨਾਮ ਬਾਣੀ ਹਿਰਦੇ ਦੇ ਅੰਦਰ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਕਿ ਵਾਹਿਗੁਰੂ ਦੀ ਨਾਮ ਬਾਣੀ ਦੀ ਜਿਹੜੀ ਧੁਨ ਹੈ ਨਾ ਇਹ ਜੀਵ ਤੇਰੇ ਅੰਦਰ ਹੀ ਚੱਲ ਰਹੀ ਹੈ। ਤੇਰੇ ਅੰਦਰ ਇੰਨਾ ਜ਼ਿਆਦਾ ਵਿਕਾਰਾਂ ਦਾ, ਇਹ ਵਿਸ਼ਿਆਂ ਦਾ, ਔਗੁਣਾਂ ਦਾ ਬੋਲ ਬਾਲਾ ਇੰਨਾ ਜ਼ਿਆਦਾ ਰੌਲਾ ਪੈ ਰਿਹਾ ਕਿ ਤੈਨੂੰ ਨਾਮ ਦੀ ਆਵਾਜ਼ ਸੁਣਦੀ ਨਹੀਂ ਹੈ। ਪਰਮੇਸ਼ਰ ਦੀ ਨਾਮ ਦੀ ਧੁਨੀ ਲਗਾਤਾਰ ਤੇਰੇ ਹਿਰਦੇ ਅੰਦਰ ਚੱਲਦੀ ਪਈ ਹੈ, ਪਰ ਬਹੁਤਾ ਰੌਲਾ ਪੈਣੇ ਕਰਕੇ ਮਹਾਰਾਜ ਸੁਣਦਾ ਹੀ ਨਹੀਂ ਹੈ। ਇਸ ਕਰਕੇ ਮਹਾਰਾਜ ਹਜੂਰ ਕਹਿੰਦੇ ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਘਟ ਘਟ ਸੁਣੀ ਸ਼ਰਵਨ ਬਖਿਆਣੀ। ਤਿਨਾਂ ਨੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣ ਕਰਕੇ ਮਹਾਰਾਜ ਦੀ ਨਾਮ ਬਾਣੀ ਦਾ ਵਿਖਿਆਨ ਕੀਤਾ ਹੈ। ਪਵਿੱਤਰ 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 ਪੁਨੀਤ। ਹਜੂਰ ਕਹਿੰਦੇ ਹਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਸਰੂਪ ਹਨ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਪਵਿੱਤਰ ਸਰੂਪ ਹਨ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਪਵਿੱਤਰ ਸਰੂਪ ਹਨ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਪੁਨੀਤ ਮਹਾਰਾਜ ਪਾਵਨ ਸਰੂਪ ਹਨ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਇਹ ਮਹਾਰਾਜ ਜਿਹੜੇ ਕੋ ਪਾਪੀ ਜੀਵ ਹੈ ਨਾ ਤਿਨਾਂ ਨੇ ਆਪ ਜੀ ਦਾ ਨਾਮ ਜਪ ਕਰਕੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਭ ਨੇ ਉਜਲ ਬਣ ਜਾਣਾ ਕੀਤਾ। ਮਹਾਰਾਜ ਤਿਨਾਂ ਨੇ ਪਵਿੱਤਰ ਬਣ ਜਾਣਾ ਕੀਤਾ ਹੈ। ਨਾਮ ਜਪੈ ਨਾਨਕ ਮਨ ਪ੍ਰੀਤ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਹੈ। ਉਹ ਗੁਰਮੁਖ ਪਿਆਰੇ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦਾ ਨਾਮ ਜਪਦੇ ਹਨ। ਮਨ ਹਿਰਦੇ ਅੰਦਰ ਪ੍ਰੀਰ ਧਾਰਨ ਕਰਕੇ
ਪਿਆਰ ਦੇ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕਰਦੇ ਆ, ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ, ਹਿਰਦੇ ਦੀ ਗਰੀਬੀ ਬਖਸ਼ਿਸ਼ ਕਰ ਦਿੰਦੇ ਹਨ। ਨਿਮਰਤਾਵਾਨ ਹੋ ਕੇ ਹੰਕਾਰ ਤੋਂ ਆਪਣਤ ਨੂੰ ਅਭਾਵ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਨਾਮ ਬਾਣੀ ਦਾ ਜਾਪ ਕਰਦੇ ਆ। ਸਤਿਗੁਰੂ ਜੀ ਜਿਨ੍ਹਾਂ ਦੇ ਹਿਰਦੇ ਅੰਦਰ ਨਿਮਰਤਾ ਦੀ ਦਾਤ ਬਖਸ਼ਿਸ਼ ਕਰ ਦਿੰਦੇ ਆ। ਗਰੀਬ ਨਵਾਜ ਮਹਾਰਾਜ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ, ਅਗਾਹ ਵਾਸਤੇ ਅਸੀਸ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ।